ਅੱਜ ਦਾ ਸਾਡਾ ਟੌਪਿਕ ਹੈ ਨੈਸ਼ਨਲ ਇਨਕਮ ਅਕਾਊਂਟਿੰਗ ਰਾਸ਼ਟਰੀ ਆਮਦਨ ਲੇਖਾਕਾਰੀ। ਅੱਜ ਅਸੀਂ ਪੜਾਂਗੇ ਕਿ ਵਾਟ ਇਜ਼ ਨੈਸ਼ਨਲ ਇਨਕਮ ਹੁੰਦੀ ਕੀ ਆ ਤੇ ਨੈਸ਼ਨਲ ਇਨਕਮ ਨੂੰ ਕੈਲਕੂਲੇਟ ਕਿੱਦਾਂ ਕੀਤਾ ਜਾ ਸਕਦਾ ਹੈ ਤੇ ਨੈਸ਼ਨਲ ਇਨਕਮ ਦੇ ਵਿੱਚ ਕਿਹੜੇ ਗੁੱਡਸ ਐਂਡ ਸਰਵਿਸਿਜ਼ ਆਉਂਦੇ ਨੇ ਤੇ ਕਿਹੜੇ ਸੈਕਟਰ ਆਉਂਦੇ ਨੇ ਤੇ ਨੈਸ਼ਨਲ ਇਨਕਮ ਨੂੰ ਅਸੀਂ ਕਿੱਦਾਂ ਕੈਲਕੂਲੇਟ ਕਰ ਸਕਦੇ ਹਾਂ। ਨੈਸ਼ਨਲ ਇਨਕਮ ਨੂੰ ਕੈਲਕੂਲੇਟ ਕਰਨ ਦੇ ਜਿਹੜੇ ਨੇ 3 ਮੈਥਡਸ ਨੇ ਆਪਣੇ ਇਨਕਮ ਮੈਥਡ, ਐਕਸਪੈਂਡੀਚਰ ਮੈਥਡ ਐਂਡ ਵੈਲਿਊ ਐਡਡ ਮੈਥਡ। ਆਪਾਂ ਤਿੰਨੇ ਜਿਹੜੇ ਮੈਥਡਸ ਨੇ ਉਹ ਨੈਕਸਟ ਲੈਕਚਰਸ ਦੇ ਵਿੱਚ ਕਰਾਂਗੇ। ਲੇਕਿਨ ਨੈਸ਼ਨਲ ਇਨਕਮ ਅਕਾਊਂਟਿੰਗ ਦੇ ਵਿੱਚ ਆਪਾਂ ਇਨਫਲੋ ਤੇ ਆਊਟਫਲੋ ਦੀ ਗੱਲ ਕਰਾਂਗੇ ਤੇ ਨੈਸ਼ਨਲ ਇਨਕਮ ਦੇ ਵਿੱਚ ਹੁੰਦਾ ਕੀ ਆ ਤੇ ਨੈਸ਼ਨਲ ਇਨਕਮ ਕੀ ਹੈ, ਨੈਸ਼ਨਲ ਇਨਕਮ ਕਿੱਦਾਂ ਅਸੀਂ ਜਦੋਂ ਕੈਲਕੂਲੇਟ ਕਰਾਂਗੇ ਤਾਂ ਉਹਦੇ ਵਿੱਚ ਕਿਹੜੀਆਂ ਗੁੱਡਸ ਐਂਡ ਸਰਵਿਸਿਜ਼ ਐਂਡ ਸੈਕਟਰਸ ਆਉਂਦੇ ਨੇ। ਠੀਕ ਹੈ, ਅੱਜ ਆਪਾਂ ਨੈਸ਼ਨਲ ਇਨਕਮ ਦੇ ਬਾਰੇ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਨੈਸ਼ਨਲ ਇਨਕਮ ਦੇ ਵਿੱਚ ਸਰਕੂਲਰ ਫਲੋ ਆਫ ਇਨਕਮ। ਸਭ ਤੋਂ ਪਹਿਲਾਂ ਆਪਣੀ ਇਕਨੋਮੀ ਦੇ ਵਿੱਚ ਕੀ ਹੁੰਦਾ, ਜਿਹੜਾ ਇਨਕਮ ਦਾ ਫਲੋ ਹੈ ਉਹ ਹੁੰਦਾ ਹੈ। ਇਨਕਮ ਦਾ ਫਲੋ ਮਤਲਬ ਕਿਸੇ ਸੈਕਟਰਸ ਦੇ ਵਿੱਚ ਜਿਹੜੀ ਇਨਕਮ ਹੈ ਜਨਰੇਟ ਹੁੰਦੀ ਹੈ ਤੇ ਕਿਸੇ ਸੈਕਟਰ ਦੇ ਵਿੱਚ ਜਿਹੜੀ ਇਨਕਮ ਆ ਉਹਦਾ ਕੀ ਹੁੰਦਾ, ਇਨਕਮ ਦੇ ਥਰੂ ਐਕਸਪੈਂਡੀਚਰ ਹੁੰਦਾ ਹੈ। ਜਿਹੜਾ ਆਪਣੀ ਇਕਨੋਮੀ ਹੈ ਉਹਦੇ ਵਿੱਚ ਸਰਕੂਲੇਟ ਹੁੰਦੀ ਜਾਂਦੀ ਹੈ, ਇਨਕਮ ਡਿਸਟ੍ਰੀਬਿਊਟ ਹੁੰਦੀ ਜਾਂਦੀ ਹੈ ਬਿਟਵੀਨ ਦ ਡਿਫਰੈਂਟ ਸੈਕਟਰਸ। ਠੀਕ ਹੈ, ਉਹ ਮੂਵ ਹੁੰਦੀ ਹੈ ਵਨ ਸੈਕਟਰ ਟੂ ਅਨਦਰ ਸੈਕਟਰਸ। ਦੈਟ ਇਜ਼ ਵਾਈ ਇਨਕਮ ਦੇ ਥਰੂ ਕੀ ਹੁੰਦਾ ਹੈ, ਜਿਹੜਾ ਆਪਣਾ ਗੁੱਡਸ ਐਂਡ ਸਰਵਿਸਿਜ਼ ਦਾ ਫਲੋ ਹੁੰਦਾ ਹੈ ਉਹ ਇੰਪੋਰਟ ਐਕਸਪੋਰਟ ਹੁੰਦਾ ਹੈ, ਐਕਸਚੇਂਜ ਬਿਟਵੀਨ ਦ ਗੁੱਡਸ ਐਂਡ ਸਰਵਿਸਿਜ਼ ਹੁੰਦੀ ਹੈ। ਜਦੋਂ ਇਨਕਮ ਦਾ ਫਲੋ ਹੁੰਦਾ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਨੈਸ਼ਨਲ ਇਨਕਮ ਇਜ਼ ਅ ਫਲੋ। ਜਿਹੜੀ ਨੈਸ਼ਨਲ ਇਨਕਮ ਕੀ ਹੈ ਉਹ ਫਲੋ ਹੈ। ਫਲੋ ਕਿਸ ਚੀਜ਼ ਦਾ, ਨੈਸ਼ਨਲ ਇਨਕਮ ਗੁੱਡਸ ਐਂਡ ਸਰਵਿਸਿਜ਼ ਦਾ, ਜਿਹਦੇ ਵਿੱਚ ਕੀ ਹੈ ਕਹਿੰਦੇ ਗੁੱਡਸ ਐਂਡ ਸਰਵਿਸਿਜ਼। ਕਹਿੰਦੇ ਨੈਸ਼ਨਲ ਇਨਕਮ ਨੂੰ ਕੈਲਕੂਲੇਟ ਵੈਲਿਊ ਐਡਡ ਮੈਥਡ ਦੇ ਥਰੂ ਕਿੱਦਾਂ ਕਰ ਸਕਦੇ ਆਪਾਂ, ਪ੍ਰੋਡਕਟ ਮੈਥਡ ਦੇ ਥਰੂ, ਜਿਹਦੇ ਵਿੱਚ ਕੀ ਹੁੰਦਾ ਹੈ ਕਿ ਗੁੱਡਸ ਐਂਡ ਸਰਵਿਸਿਜ਼ ਦੀ ਜਿਹੜੀ ਉਹਨੂੰ ਸੇਲ ਕਰਕੇ ਟੋਟਲ ਅਮਾਊਂਟ ਸਾਨੂੰ ਇਨਕਮ ਜਨਰੇਟ ਹੁੰਦੀ ਹੈ ਉਹਦੇ ਥਰੂ ਆਪਾਂ ਜਿਹੜੀ ਨੈਸ਼ਨਲ ਇਨਕਮ ਹੈ ਉਹਨੂੰ ਮੈਜ਼ਰ ਕਰ ਸਕਦੇ ਹਾਂ। ਇਹਦੇ ਵਿੱਚ ਆਲ ਗੁੱਡਸ ਐਂਡ ਸਰਵਿਸਿਜ਼ ਦੀ ਜਿਹੜੀ ਵੈਲਿਊ ਆ ਉਹ ਐਡ ਕੀਤੀ ਜਾਂਦੀ ਆ। ਤਾਂ ਕਹਿੰਦੇ ਥੀਸ ਗੁੱਡਸ ਆਰ ਪ੍ਰੋਡਿਊਸਡ ਬਾय ਦ ਫਰਮਸ। ਕਹਿੰਦੇ ਜਿਹੜੇ ਗੁੱਡਸ ਨੇ ਆਪਣੀ ਨੇਸ਼ਨ ਦੇ ਵਿੱਚ ਉਹ ਕਿਹਦੇ ਥਰੂ, ਫਰਮਸ ਦੇ ਥਰੂ ਪ੍ਰੋਡਿਊਸ ਕੀਤੀਆਂ ਜਾਂਦੀਆਂ ਨੇ, ਜਿਹਦੇ ਵਿੱਚ ਫੈਕਟਰ ਆਫ ਪ੍ਰੋਡਕਸ਼ਨਸ ਕੀ ਕੀਤੇ ਜਾਂਦੇ ਨੇ, ਯੂਜ਼ ਕੀਤੇ ਜਾਂਦੇ ਨੇ। ਤਾਂ ਇਹ ਫੈਕਟਰ ਆਫ ਜਿਹੜੇ ਪ੍ਰੋਡਕਸ਼ਨਸ ਨੇ ਜਦੋਂ ਇੱਕ ਫਰਮ ਇਹਨਾਂ ਨੂੰ ਯੂਜ਼ ਕਰਦੀ ਆ ਤਾਂ ਉਹ ਫੈਕਟਰ ਆਫ ਪ੍ਰੋਡਕਸ਼ਨਸ ਦੇ ਬਦਲੇ ਜਿੰਨੇ ਵੀ ਫੈਕਟਰਸ ਨੇ ਉਹਨਾਂ ਨੂੰ ਕੀ ਕਰਦੀ ਆ, ਪੇਮੈਂਟਸ ਕਰਦੀ ਆ। ਜਿਵੇਂ ਕਿ ਲੈਂਡ, ਲੇਬਰ ਐਂਡ ਕੈਪੀਟਲ। लैंड लेबर एंड कैपिटल के बदले वो की पेमेंट्स करती है, लैंड के बदले वो रेंट प्रोवाइड करती है, कैपिटल के बदले इंटरस्ट एंड लेबर के बदले वेजिस दित्तियां जांदियां ने। ਤਾਂ ਜੋ ਵੀ ਕਹਿੰਦੇ ਇਹ ਆਊਟਫਲੋ ਆਪਣਾ ਕੀਤਾ ਜਾਂਦਾ ਹੈ, ਆਪਣੀਆਂ ਜੋ ਵੀ ਐਕਸਪੈਂਡੀਚਰ ਕੀਤੇ ਜਾਂਦੇ ਨੇ, ਦਿਸ ਇਜ਼ ਅ ਕਾਸਟ ਆਫ ਪ੍ਰੋਡਕਸ਼ਨ, ਜਿਹਦੇ ਥਰੂ ਜਿਹੜਾ ਆਪਣਾ ਫਰਮ ਹੈ, ਆਪਣਾ ਪ੍ਰੋਡਿਊਸਰ ਹੈ, ਇੱਕ ਫਰਮ ਦੇ ਥਰੂ ਜੋ ਵੀ ਆਪਣਾ ਇਨਕਮ ਹੈ ਉਹ ਡਿਸਟ੍ਰੀਬਿਊਟ ਹੁੰਦੀ ਹੈ ਫੈਕਟਰ ਆਫ ਪ੍ਰੋਡਕਸ਼ਨ ਤੇ ਉਹਨਾਂ ਦੇ ਵੱਲ ਦਾ ਐਕਸਪੈਂਡੀਚਰ ਹੁੰਦਾ। ਤੇ ਉਹ ਜਿਹੜਾ ਦੂਸਰਾ ਸੈਕਟਰ ਹੈ ਉਹ ਤੇ ਜੋ ਲੈਂਡ, ਲੇਬਰ ਐਂਡ ਕੈਪੀਟਲਸ ਦੇ ਬਦਲੇ ਜੋ ਉਹਨਾਂ ਨੂੰ ਵੈਲਿਊ ਮਿਲਦੀ ਹੈ, ਦੈਟ ਇਜ਼ देयर ਇਨਕਮ, ਤੇ ਉਹਨਾਂ ਦੀ ਕੀ ਹੁੰਦੀ ਹੈ, ਇਨਕਮ। ਇਸੇ ਤਰ੍ਹਾਂ ਕੀ ਹੋਗੀ ਆਪਣਾ ਜਿਹੜਾ ਇਨਕਮ ਹੈ ਉਹਦਾ ਫਲੋ ਹੋ ਗਿਆ ਕਿਸ ਸੈਕਟਰ ਤੋਂ, ਕੰਜ਼ਿਊਮਰ ਤੋਂ ਪ੍ਰੋਡਿਊਸਰ ਵੱਲ ਜਾਂਦਾ ਤੇ ਪ੍ਰੋਡਿਊਸਰ ਤੋਂ ਕੰਜ਼ਿਊਮਰ ਵੱਲ। ਹੁਣ ਇਹ ਕੀ ਹੋਇਆ, ਪ੍ਰੋਡਿਊਸਰ ਤੋਂ ਕੰਜ਼ਿਊਮਰ ਦੇ ਵੱਲ ਫਲੋ ਚਲਾ ਗਿਆ ਥਰੂ ਦਾ ਫੈਕਟਰ ਆਫ ਪ੍ਰੋਡਕਸ਼ਨਸ। ਤੇ ਉਸ ਤੋਂ ਬਾਅਦ ਜਿਹੜੇ ਆਪਣੇ ਕੰਜ਼ਿਊਮਰਸ ਨੇ, ਕੰਜ਼ਿਊਮਰਸ ਤੋਂ ਜੋ ਵੀ ਇਨਕਮ ਦਾ ਫਲੋ ਹੈ ਉਹ ਮੂਵ ਹੁੰਦਾ ਕਿਹਦੇ ਥਰੂ, ਪ੍ਰੋਡਿਊਸਰ ਤੱਕ। ਕਹਿੰਦੇ ਜਿੰਨੇ ਵੀ ਕੰਜ਼ਿਊਮਰਸ ਹੁੰਦੇ ਨੇ ਉਹ ਜਿਹੜੀ ਆਪਣੀਆਂ ਕੰਜ਼ੰਪਸ਼ਨ ਕਰਦੇ ਨੇ, ਸੇਵ ਕਰਦੇ ਨੇ, ਠੀਕ ਹੈ, ਗੁੱਡਸ ਐਂਡ ਸਰਵਿਸਿਜ਼ ਨੂੰ ਬਾਏ ਕਰਦੇ ਨੇ, ਤਾਂ ਉਹਨਾਂ ਦੇ ਬਦਲੇ ਕਹਿੰਦੇ ਉਹਨਾਂ ਨੂੰ ਪੇਮੈਂਟਸ ਕਰਨੀਆਂ ਪੈਂਦੀਆਂ ਨੇ। ਤਾਂ ਜੋ ਵੀ ਉਹਨਾਂ ਨੂੰ ਇਨਕਮ ਹੁੰਦੀ ਹੈ ਉਹਨੂੰ ਉਹਦੇ ਇਨਕਮ ਨੂੰ ਉਹ ਪੇ ਕਰਦੇ ਨੇ ਗੁੱਡਸ ਐਂਡ ਸਰਵਿਸਿਜ਼ ਦੇ ਬਦਲੇ, ਤਾਂ ਉਹ ਇਨਕਮ ਕਿਸ ਤੇ ਕੋਲ ਜਾਂਦੀ ਹੈ, ਆਪਣੇ ਪ੍ਰੋਡਿਊਸਰ ਸੈਕਟਰ ਦੇ ਕੋਲ ਜਾਂਦੀ ਹੈ। ਇਸੇ ਤਰ੍ਹਾਂ ਪ੍ਰੋਡਿਊਸਰਸ ਫਿਰ ਕਰੇਗਾ ਉਸ ਇਨਕਮ ਤੋਂ ਪ੍ਰੋਡਕਸ਼ਨ ਕਰੇਗਾ, ਫਿਰ ਉਹ ਮੂਵ ਹੋਏਗੀ ਆਪਣੇ ਕੰਜ਼ਿਊਮਰਸ ਦੇ ਕੋਲ ਤੇ ਕੰਜ਼ਿਊਮਰ ਫਿਰ ਬਾਏ ਕਰਨਗੇ ਗੁੱਡਸ ਨੂੰ ਤੇ ਉਹ ਉਸੇ ਇਨਕਮ ਦੇ ਥਰੂ ਤੇ ਫਿਰ ਉਹ ਪ੍ਰੋਡਿਊਸਰਸ ਦੇ ਕੋਲ ਜਾਏਗੀ। ਕਹਿੰਦੇ ਇਸ ਤਰ੍ਹਾਂ ਕੀ ਹੁੰਦਾ, ਸਰਕੂਲਰ ਫਲੋ ਆਫ ਇਨਕਮ, ਜੋ ਇਨਕਮ ਹੈ ਉਹ ਮੂਵ ਹੁੰਦੀ ਰਹਿੰਦੀ ਆ ਵਨ ਪਰਸਨ ਟੂ ਅਦਰ ਪਰਸਨ। ਤਾਂ ਇਹ ਜਿਹੜੀ ਮੂਵਮੈਂਟ ਹੈ ਇਹ ਕੀ ਕਰਦੀ ਹੈ, ਜਿਹੜੀ ਇਨਕਮ ਹੈ ਇਹਨੂੰ ਜਨਰੇਟ ਕਰਦੀ ਆ। ਦੈਨ ਆਪਾਂ ਇਹੀ ਇਨਕਮ ਦਾ ਕੀ ਕਰਦੇ ਹਾਂ, ਪਲੱਸ ਕਰਦੇ ਹਾਂ, ਜਿਹਦੇ ਥਰੂ ਆਪਾਂ ਆਪਣੀ ਜਿਹੜੀ ਨੈਸ਼ਨਲ ਇਨਕਮ ਹੈ ਉਹਨੂੰ ਕੀ ਕਰ ਸਕਦੇ ਹਾਂ, ਕੈਲਕੂਲੇਟ ਕਰ ਸਕਦੇ ਹਾਂ। ਯਾਨੀ ਤਦ ਆਪਾਂ ਕਹਿ ਸਕਦੇ ਹਾਂ ਦੇयर ਇਜ਼ ਆਲਸੋ ਅ ਕਾਂਸਟੈਂਟ ਫਲੋ ਆਫ ਗੁੱਡਸ ਐਂਡ ਸਰਵਿਸਿਜ਼ money or to a factors reward that factors get in the terms of money। कहते in terms of money भी कहते जो है flow हो सकता है, in terms of goods and services भी ਜਿਹੜਾ flow है हो सकता है। कहते सर्कुलर फ्लो ऑफ इनकम ਦੇ ਵਿੱਚ ਕੀ ਹੁੰਦਾ ਹੈ, टू टाइप्स ऑफ फ्लो ਹੁੰਦੇ ਨੇ, ਇੱਕ ਤਾਂ ਹੁੰਦਾ ਰੀਅਲ फ्लो एंड ਇੱਕ ਹੁੰਦਾ ਇਨਕਮ फ्लो।
तद फिर कहते ਆਪਾਂ ਇਹਨਾਂ ਦੀ ਗੱਲ ਕਰਦੇ ਹਾਂ one in the form of goods and services is called ਜਿਸ flow ਦੇ ਵਿੱਚ ਕਹਿੰਦੇ goods and services ਦੀ movement ਹੁੰਦੀ ਹੈ this is called a real flow and ਦੂਸਰਾ ਕਹਿੰਦੇ ਜਿਸ ਦੇ ਵਿੱਚ ਕਹਿੰਦੇ ਆਪਾਂ in the form of money ਕੀ ਕਰਦੇ ਆ movements ਕਰਦੇ ਆ this is called monetary flow this is monetary flow ਜਿਵੇਂ ਕਿ ਹੁਣ real flow ਦੇ ਵਿੱਚ ਕੀ ਹੋਏਗਾ goods and services ਬਾਏ ਕਰਾਂਗੇ ਕਿਸ ਦੇ ਬਦਲੇ goods and services ਆਪਾਂ ਬਾਏ ਕਰਨੀਆਂ ਨੇ goods and services ਦੀ ਵੈਲਿਊ ਹੈ this is a real goods ਠੀਕ ਹੈ real money ਤਾਂ ਇਹਦੇ ਵਿੱਚ ਕੀ ਆ this is a real flow ਇੱਕ ਸੈਕਟਰ ਤੋਂ ਦੂਸਰੇ ਸੈਕਟਰ ਦੇ ਵਿੱਚ ਕੀ ਆ goods ਗਈਆਂ ਇੱਕ ਨੇ ਸੇਲ ਕੀਤੀਆਂ ਤੇ ਦੂਸਰੇ ਨੇ ਪਰਚੇਸ ਕੀਤੀਆਂ एंड दूसरा सेक्टर्स की करेगा लैंड लेबर एंड कैपिटल है जो प्रोवाइड करेगा ये भी किया इन द इन थ्रू सर्विसेज कहते सर्विसेज होंगे ने लैंड लेबर कैपिटल एंड एंटरप्रेन्योर्स के थ्रू जो भी सर्विसेज ने अपना जो है हाउस होल्ड सेक्टर्स प्रोड्यूसर सेक्टर में प्रोवाइड करेगा तब कहते दिस इज अ रियल फ्लो एंड अगर कहते वो वैल्यू पेमेंट्स ने जो मनी या मनी के थ्रू जो एक्सचेंज हो रहा दैट इज कॉल्ड मॉनेटरी फ्लो जिन्हें इनकम फ्लो भी बोल देते हैं दैट कहते ਆਪਾਂ ਇਹਨਾਂ ਦੋਨਾਂ ਫਲੋਜ਼ ਨੂੰ ਦੇਖਾਂਗੇ ਚੱਕਰਵਰਤੀ ਆਮਦਨ ਦਾ ਵਹਾਅ ਸਰਕੂਲਰ ਫਲੋ ਇਨ ਇਨਕਮ ਦੇ ਵਿੱਚ ਟੂ ਟਾਈਪਸ ਆਫ ਫਲੋ ਹੁੰਦੇ ਨੇ ਜੋ ਆਪਣੀ ਇਕਨੋਮੀ ਦੇ ਵਿੱਚ ਹੁੰਦੇ ਨੇ ਫਰਸਟ ਇਜ਼ ਅ ਰੀਅਲ ਫਲੋ ਐਂਡ ਸੈਕੰਡ ਇਜ਼ ਅ ਇਨਕਮ ਫਲੋ ਰੀਅਲ ਫਲੋ ਕੀ ਹੁੰਦਾ ਹੈ ਰੀਅਲ ਫਲੋ ਰੈਫਰਸ ਟੂ ਫੋਲੋ ਆਫ ਫਾਈਨਲ ਗੁੱਡਸ ਐਂਡ ਸਰਵਿਸਿਜ਼ ਫਰੋਮ ਪ੍ਰੋਡਿਊਸਰ ਸੈਕਟਰ ਟੂ ਹਾਊਸ ਹੋਲਡ ਸੈਕਟਰਸ ਟੂ ਸੈਕਟਰ ਇਕਨੋਮੀ ਦੀ ਗੱਲ ਕੀਤੀ ਗਈ ਹੈ ਕਹਿੰਦੇ ਜਦੋਂ ਗੁੱਡਸ ਐਂਡ ਸਰਵਿਸਿਜ਼ ਪ੍ਰੋਡਿਊਸਰ ਸੈਕਟਰ ਤੋਂ ਹਾਊਸ ਹੋਲਡ ਸੈਕਟਰ ਦੇ ਤੱਕ ਜਾਂਦੀਆਂ ਨੇ तब कहते ਆਪਾਂ ਕੀ ਕਹਿ ਦਿੰਦੇ ਆ ਐਂਡ ਦਾ ਕੋਰਸਪੋਂਡਿੰਗ ਫਲੋ ਆਫ ਫੈਕਟਰ ਸਬਸਿਡੀਜ਼ ਫਰਮ ਹਾਊਸਹੋਲਡ ਸੈਕਟਰ ਟੂ ਪ੍ਰੋਡਿਊਸਰ ਸੈਕਟਰਸ ਤੇ ਜੋ ਵੀ ਸਬਸਿਡੀਜ਼ ਨੇ ਹਾਊਸਹੋਲਡ ਸੈਕਟਰਸ ਦੇ ਥਰੂ ਆਪਣੇ ਪ੍ਰੋਡਿਊਸਰ ਸੈਕਟਰ ਨੂੰ ਦਿੱਤੀਆਂ ਜਾਂਦੀਆਂ ਨੇ ਇਹਦੇ ਵਿੱਚ ਇੱਕ ਪਾਸੇ ਸਬਸਿਡੀਜ਼ ਦਾ ਫਲੋ ਹੈ ਇੱਕ ਪਾਸੇ ਗੁੱਡਸ ਦਾ ਫਲੋ ਹੈ ਦਿਸ ਇਜ਼ ਕਾਲਡ ਰੀਅਲ ਫਲੋ ਜਿਸ ਦੇ ਵਿੱਚ ਕਹਿੰਦੇ ਆਪਣੇ ਗੁੱਡਸ ਦੇ ਫਲੋ ਦੇ ਵਿੱਚ ਜੋ ਵੀ ਕਮਰਸ਼ੀਅਲ ਗੁੱਡਸ ਕੰਜ਼ੰਪਸ਼ਨ ਗੁੱਡਸ ਹੁੰਦੀਆਂ ਨੇ ਜੋ ਵੀ ਆਪਾਂ ਯੂਜ਼ ਕਰਦੇ ਆ ਗੁੱਡਸ ਉਹਨਾਂ ਦਾ ਫਲੋ ਜਾਂਦਾ ਪ੍ਰੋਡਿਊਸਰ ਤੇ ਕੰਜ਼ਿਊਮਰ ਦੇ ਕੋਲ ਤੇ ਕੰਜ਼ਿਊਮਰ ਦੇ ਕੋਲੋਂ ਜੋ ਵੀ ਲੇਬਰ ਆਪਣਾ लैंड ठीक है कैपिटल जो भी कंज्यूमर तो जाती है अपने प्रोड्यूसर्स के कोल सबसिडीज दिस इज अ सबसिडीज के थ्रू जाती है दिस इज अ आल्सो रियल फ्लो ठीक है रियल फ्लो दे विच गुड्स एंड जेडे सबसिडीज ने वो इंक्लूड करते हैं एंड नेक्स्ट इज अ इनकम फ्लो जिन्हें अपन मॉनेटरी फ्लो भी कहते हैं मॉनेटरी फ्लो रेफर्स टू द फ्लो ऑफ फैक्टर इनकम rent wages interest and profit from the producer sector to household sectors as reward of their factor subsidies ਜਦੋਂ ਕਹਿੰਦੇ ਆਪਣਾ ਜੋ ਹੈ ਕੰਜ਼ਿਊਮਰ ਸੈਕਟਰ ਹਾਊਸ ਹੋਲਡ ਸੈਕਟਰਸ ਜਦੋਂ ਉਹ ਸਰਵਿਸਿਜ਼ ਦਿੰਦਾ ਹੈ ਕਿਸ ਚੀਜ਼ ਦੀਆਂ ਲੈਂਡ ਲੇਬਰ ਕੈਪੀਟਲ ਐਂਡ ਐਂਟਰਪ੍ਰੀਨਿਓਰ ਤਾਂ ਉਸ ਦੇ ਬਦਲੇ ਉਹਨੂੰ ਪ੍ਰੋਡਿਊਸਰਸ ਤੋਂ ਕੀ ਮਿਲਦਾ ਉਸ ਦੇ ਬਦਲੇ ਉਹਨੂੰ ਪ੍ਰੋਡਿਊਸਰਸ ਤੋਂ ਰੈਂਟ ਵੇਜਿਸ ਇੰਟਰਸਟ ਤੇ ਪ੍ਰੋਫਿਟ ਮਿਲਦਾ ਹੈ ਠੀਕ ਆ ਰੈਂਟ ਵੇਜਿਸ ਤੇ ਇੰਟਰਸਟ ਮਿਲਦਾ ਹੈ ਕਹਿੰਦੇ ਦਿਸ ਇਜ਼ ਕਾਲਡ ਮੋਨੇਟਰੀ ਫਲੋ ਐਂਡ ਉਸ ਦੇ ਬਦਲੇ ਜੋ ਆਪਣੇ ਕੰਜ਼ਿਊਮਰਸ ਨੇ ਉਹ ਜਦੋਂ ਗੁੱਡਸ ਐਂਡ ਸਰਵਿਸਿਜ਼ ਨੇ ਜਿਹੜੀਆਂ ਰੀਅਲ ਫਲੋ ਦੇ ਵਿੱਚ ਉਹਨਾਂ ਨੂੰ ਬਾਏ ਕਰਦੇ ਨੇ ਆਪਣੇ ਪ੍ਰੋਡਿਊਸਰ ਸੈਕਟਰ ਤੋਂ ਤਾਂ ਪ੍ਰੋਡਿਊਸਰਸ ਨੂੰ ਉਹਨਾਂ ਗੁੱਡਸ ਐਂਡ ਸਰਵਿਸਿਜ਼ ਦੇ ਬਦਲੇ ਕੀ ਮਿਲਦਾ ਹੈ ਇਨਕਮ ਮਿਲਦੀ ਹੈ ਠੀਕ ਹੈ ਜੋ ਕੰਜ਼ਿਊਮਰਸ ਨੇ ਜਿਹੜੇ ਉਹ ਕੰਜ਼ੰਪਸ਼ਨ ਕਰਨ ਦੇ ਲਈ ਪੇ ਕਰਦੇ ਨੇ ਪ੍ਰੋਡਿਊਸਰ ਸੈਕਟਰਸ ਨੂੰ ਇਨ ਦਾ ਫਾਰਮ ਆਫ ਮਨੀ ਦਿਸ ਇਜ਼ ਅ ਮੋਨੇਟਰੀ ਕਹਿੰਦੇ ਜਿਹਦੇ ਵਿੱਚ ਆਪਾਂ ਵੈਲਿਊ ਨੂੰ ਪੇ ਕਰਦੇ ਹਾਂ ਜਿਹਦੇ ਵਿੱਚ ਆਪਾਂ ਮਨੀ ਨੂੰ ਪੇ ਕਰਦੇ ਹਾਂ ਠੀਕ ਹੈ ਇੰਟਰਚੇਂਜ ਕਰਦੇ ਹਾਂ ਕਿਹਦੇ ਵਿੱਚ ਪ੍ਰੋਡਿਊਸਰਸ ਐਂਡ ਹਾਊਸਹੋਲਡ ਸੈਕਟਰ ਟੂ ਸੈਕਟਰ ਇਕਨੋਮੀ ਦੇ ਵਿੱਚ ਦਿਸ ਇਜ਼ ਅ ਮੋਨੇਟਰੀ ਫਲੋ ਕਿਸੇ ਚੀਜ਼ ਦੇ ਬਦਲੇ ਆਪਾਂ ਨੇ ਪੈਸੇ ਦਾ ਲੈਣ ਦੇਣ ਕਰਨਾ ਹੈ ਦਿਸ ਇਜ਼ ਕਾਲਡ ਟੂ ਟਾਈਪਸ ਆਫ ਫਲੋ ਰੀਅਲ ਫਲੋ ਐਂਡ ਇਨਕਮ ਫਲੋ ਦ ਨੈਕਸਟ ਇਜ਼ ਜਿਹੜਾ ਸਰਕੂਲਰ ਫਲੋ ਹੈ ਕਹਿੰਦੇ ਸਰਕੂਲਰ ਫਲੋ ਆਫ ਇਨਕਮ ਇਨ ਡਿਫਰੈਂਟ ਸੈਕਟਰਸ ਕਹਿੰਦੇ ਆਪਣੀ ਇਕਨੋਮੀ ਦੇ ਵਿੱਚ ਡਿਫਰੈਂਟ ਸੈਕਟਰਸ ਦੇ ਵਿੱਚ ਜਿਹੜਾ ਸਰਕੂਲਰ ਫਲੋ ਹੈ ਇਹ ਡਿਫਰੈਂਟ ਹੁੰਦਾ ਹੈ ਆਪਾਂ ਡਿਫਰੈਂਟ ਸੈਕਟਰਸ ਦੇਖਾਂਗੇ ਕਿ ਕਿਹੜੇ ਨੇ ਆਪਣੀ ਇਕਨੋਮੀ ਦੇ ਵਿੱਚ ਕਹਿੰਦੇ ਆਪਣੀ ਇਕਨੋਮੀ ਦੇ ਵਿੱਚ ਜਿਹੜੇ ਮਾਡਲਸ ਨੇ 4 ਟਾਈਪਸ ਮਾਡਲਸ ਚੂਜ਼ ਕੀਤੇ ਜਾਂਦੇ ਨੇ ਠੀਕ ਹੈ ਫਰਸਟ ਇਜ਼ ਅ 2 ਸੈਕਟਰ ਮਾਡਲਸ ਠੀਕ ਹੈ ਜਿਹਦੇ ਵਿੱਚ 2 ਸੈਕਟਰ ਥਿਊਰੀ ਬੋਲਦੇ ਇਹਨੂੰ 2 ਸੈਕਟਰ ਮਾਡਲ ਬੋਲਦੇ ਇਹਦੇ ਵਿੱਚ ਜਦੋਂ ਆਪਣੀ ਇਕਨੋਮੀ ਦੇ ਵਿੱਚ ਕਹਿੰਦੇ ਸਿਰਫ 2 ਹੀ ਸੈਕਟਰ ਪਾਏ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਸਰਕੂਲਰ ਫਲੋ ਆਫ ਇਨਕਮ ਹੁੰਦਾ ਜਿਨ੍ਹਾਂ ਦੇ ਵਿੱਚ ਇਨਕਮ ਦਾ ਫਲੋ ਹੁੰਦਾ ਇੱਕ ਸੈਕਟਰ ਤੋਂ ਦੂਸਰੇ ਸੈਕਟਰ ਦੇ ਕੋਲ ਦਿਸ ਇਜ਼ ਕਾਲਡ 2 ਸੈਕਟਰ ਇਕਨੋਮੀ ਠੀਕ ਹੈ ਆਪਣੀ ਇਕਨੋਮੀ ਦੇ ਵਿੱਚ ਸਿਰਫ 2 ਸੈਕਟਰ ਨੇ one sector is household sector and second sector is business firms ਜਿਹਨੂੰ ਆਪਾਂ ਪ੍ਰੋਡਿਊਸਰ ਸੈਕਟਰ ਬੋਲ ਦਿੰਦੇ ਆ ਠੀਕ ਹੈ तब कहते इन्हां दे विच सर्कुलर फ्लो ऑफ इनकम होगा बिटवीन द हाउसहोल्ड्स एंड बिजनेस फर्म्स हाउसहोल्ड सैक्टर्स एंड प्रोड्यूसर सैक्टर्स मान लो कहते अपनी इकॉनमी दे विच सिर्फ 2 सैक्टर्स ने कहते इन्हां दे विच फ्लो ऑफ गुड्स किवें होएगा हाउसहोल्ड सैक्टर है जिहड़ा की करेगा हाउसहोल्ड सैक्टर जिहड़ा है
ਉਹ ਗੁੱਡਸ ਐਂਡ ਸਰਵਿਸਿਜ਼ ਨੂੰ ਕੀ ਕਰੇਗਾ, ਜੋ ਵੀ ਪ੍ਰੋਡਿਊਸਰਸ ਪ੍ਰੋਡਿਊਸ ਕਰ ਰਹੇ ਹੋ, ਜੋ ਵੀ ਪ੍ਰੋਡਿਊਸਰਸ ਗੁੱਡਸ ਐਂਡ ਸਰਵਿਸਿਜ਼ ਪ੍ਰੋਡਿਊਸ ਕਰੇਗਾ, ਹਾਊਸ ਹੋਲਡ ਸੈਕਟਰ ਉਹਨੂੰ ਕੀ ਕਰੇਗਾ, ਕੰਜ਼ਿਊਮ ਕਰੇਗਾ, ਉਹਦੀ ਕੰਜ਼ੰਪਸ਼ਨ ਕਰੇਗਾ। ਠੀਕ ਹੈ, ਦਿਸ ਇਜ਼ ਅ ਕੰਜ਼ੰਪਸ਼ਨ ਐਕਸਪੈਂਡੀਚਰ, ਜਿਵੇਂ ਤੁਸੀਂ ਇਸ ਤੇ ਦੇਖ ਸਕਦੇ ਹੋ। ਤਾਂ ਉਸ ਤੋਂ ਬਾਅਦ ਜਿਹੜਾ ਪ੍ਰੋਡਿਊਸਰ ਸੈਕਟਰ ਹੈ ਉਹ ਕੀ ਕਰੇਗਾ, ਇਟ ਪ੍ਰੋਡਿਊਸ ਦ ਫਾਈਨਲ ਗੁੱਡਸ ਐਂਡ ਸਰਵਿਸਿਜ਼ ਬਾਈ ਮੇਕਿੰਗ ਦ ਯੂਜ਼ ਆਫ ਫੈਕਟਰ ਸਬਸਿਡੀਜ਼। ਜਿਹੜਾ ਪ੍ਰੋਡਿਊਸਰ ਸੈਕਟਰ ਹੈ ਉਸ ਜਿਹੜਾ ਹਾਊਸਹੋਲਡ ਸੈਕਟਰ ਉਸ ਤੋਂ ਸਬਸਿਡੀਜ਼ ਨੂੰ ਲੈ ਕੇ ਲੈਂਡ ਲੇਬਰ ਕੈਪੀਟਲ ਵਾਲੀ ਨੂੰ ਤੇ ਉਸ ਨੂੰ ਯੂਜ਼ ਕਰੇਗਾ, ਪ੍ਰੋਡਕਸ਼ਨ ਕਰੇਗਾ ਤੇ ਉਸ ਤੋਂ ਬਾਅਦ ਉਹਦੀ ਮੋਨਿਟਰੀ ਫਾਰਮ ਵਿੱਚ ਪੇਮੈਂਟਸ ਕਰੇਗਾ। ਕਹਿੰਦੇ ਜੇ ਇਹ ਕਿਹੜੀ ਇਕੋਨਮੀ ਨੂੰ ਆਪਾਂ ਕਲੋਜ਼ਡ ਇਕੋਨਮੀ ਵੀ ਬੋਲਦੇ ਆ। ਕਲੋਜ਼ਡ ਇਕੋਨਮੀ ਹੈ ਕਿਉਂਕਿ ਇਹਦੇ ਵਿੱਚ ਟੂ ਸੈਕਟਰ ਇਕੋਨਮੀਆਂ, ਸਿਰਫ ਆਪਣੀ ਜੋ ਇੰਟਰਨਲ ਇਨਕਮ ਦਾ ਫਲੋ ਹੈ, ਡੋਮੈਸਟਿਕ ਫਲੋ ਹੈ ਉਹ ਹੋ ਰਿਹਾ ਹੈ, ਫੋਰਨ ਕੰਟਰੀਜ਼ ਦੇ ਨਾਲ ਕੋਈ ਵੀ ਇਸ ਦੇ ਵਿੱਚ ਰਿਲੇਸ਼ਨ ਨਹੀਂ ਹੈ। ਦਿਸ ਇਜ਼ ਨਾਟ ਅ ਓਪਨ ਇਕੋਨਮੀ, ਦਿਸ ਇਜ਼ ਕਲੋਜ਼ਡ ਇਕੋਨਮੀ। ਕਹਿੰਦੇ ਹਾਊਸ ਹੋਲਡ ਸੈਕਟਰ ਹੈ ਜਿਹੜਾ ਸਪੈਂਡ ਕਰਦਾ ਆਪਣੀ ਇੰਟਾਇਰ ਇਨਕਮ ਕਿਤੇ ਗੁੱਡਸ ਐਂਡ ਸਰਵਿਸਿਜ਼ ਤੇ। ਠੀਕ ਹੈ, ਇਸ ਸੈਕਟਰਸ ਦੇ ਵਿੱਚ ਤੇ ਜਿਹੜਾ ਪ੍ਰੋਡਿਊਸਿੰਗ ਸੈਕਟਰ ਹੈ ਉਹ ਡਿਸਟ੍ਰੀਬਿਊਟ ਕਰਦਾ ਆਪਣੇ ਰਿਸਿਪਟਸ ਨੂੰ। ਜਿਹੜਾ ਪ੍ਰੋਡਿਊਸਰ ਸੈਕਟਰ ਹੈ ਜਦੋਂ ਆਪਣੀ ਗੁੱਡਸ ਨੂੰ ਸੇਲ ਕਰੇਗਾ ਤਾਂ ਉਹਦੇ ਬਦਲੇ ਜੋ ਵੀ ਉਹਨੂੰ ਇਨਕਮ ਕੈਲਕੂਲੇਟ ਹੋਏਗੀ ਤਾਂ ਉਹਨੂੰ ਉਹ ਪ੍ਰੋਡਕਸ਼ਨ ਤੇ ਲਗਾਏਗਾ ਤੇ ਪ੍ਰੋਡਕਸ਼ਨ ਦੇ ਲਈ ਉਹ ਜਿਹੜੀ ਲੈਂਡ ਲੇਬਰ ਕੈਪੀਟਲਸ ਹੈ ਉਹਨੂੰ ਕੀ ਕਰੇਗਾ, ਪੇਮੈਂਟਸ ਕਰੇਗਾ। ਕਹਿੰਦਾ ਔਨ ਦ ਬੇਸਿਸ ਆਫ ਦਿਸ ਟੂ ਸੈਕਟਰਸ ਵੀ ਕੈਨ ਸੀ ਇੱਕ ਸਾਈਡ ਹੈ ਹਾਊਸ ਹੋਲਡ ਸੈਕਟਰਸ, ਦੂਸਰੀ ਸਾਈਡ ਹੈ ਪ੍ਰੋਡਿਊਸਰ ਸੈਕਟਰ, ਬਿਜ਼ਨਸ ਫਰਮਸ। ਤਾਂ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਸਰਕੂਲਰ ਫਲੋ ਇਨ ਆਫ ਇਨਕਮ ਇਨ ਟੂ ਸੈਕਟਰ ਇਕੋਨਮੀ। ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜੋ ਆਪਣਾ ਪ੍ਰੋਡਿਊਸਰ ਸੈਕਟਰ ਹੈ, ਬਿਜ਼ਨਸ ਫਰਮਸ ਨੇ ਉਹ ਕੀ ਕਰਦੀਆਂ ਨੇ, ਜੋ ਵੀ ਕਹਿੰਦੇ ਗੁੱਡਸ ਐਂਡ ਸਰਵਿਸਿਜ਼ ਦੀ ਪ੍ਰੋਡਕਸ਼ਨ ਕਰਦੀਆਂ ਨੇ ਤਾਂ ਉਹ ਪ੍ਰੋਡਕਸ਼ਨ ਦੇ ਲਈ ਕੀ ਯੂਜ਼ ਕਰਦੀਆਂ ਨੇ, ਜੋ ਵੀ ਆਪਣੇ फोर फैक्टर ऑफ प्रोडक्शन ने लैंड लेबर कैपिटल लैंड लेबर एंड कैपिटल एंटरप्रेन्योर्स ऑफ खुद ने क्योंकि पैसा लगा रहे हैं तो प्रॉफिट उन्होंने खुद होएगा। ਜਦੋਂ ਲੈਂਡ ਲੇਬਰ ਕੈਪੀਟਲ ਯੂਜ਼ ਕਰਦੇ ਨੇ ਤਾਂ ਕਹਿੰਦੇ ਉਹਨਾਂ ਦੇ ਬਦਲੇ ਕਹਿੰਦੇ ਉਹਨਾਂ ਨੂੰ ਕੁਝ ਕੁ ਪੇਮੈਂਟਸ ਕਰਨੀਆਂ ਪੈਂਦੀਆਂ ਨੇ। ਦਿਸ ਇਜ਼ ਕਾਲਡ ਫੈਕਟਰ ਪੇਮੈਂਟਸ। ਉਹਨਾਂ ਨੇ ਕੀ ਕੀਤਾ, ਲੈਂਡ ਲੇਬਰ ਕੈਪੀਟਲ ਦੇ ਬਦਲੇ ਕੀ ਪੇ ਕੀਤਾ, ਲੈਂਡ ਦੇ ਬਦਲੇ ਰੈਂਟ ਪੇ ਕੀਤਾ, ਲੇਬਰ ਦੇ ਬਦਲੇ ਵੇਜਸ ਪੇ ਕੀਤੀਆਂ ਐਂਡ ਕੈਪੀਟਲ ਦੇ ਬਦਲੇ ਇੰਟਰਸਟ ਐਂਡ ਐਂਟਰਪ੍ਰੀਨਰ ਨੂੰ ਪ੍ਰੋਫਿਟ ਕਿਹਾ। ਜਿਵੇਂ ਕਿ ਤੁਸੀਂ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਕਿ ਫਸਟ ਜੋ ਆਪਣਾ ਸਮਾਲ ਰਾਉਂਡ ਹੈ ਉਸ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਕਿ ਬਿਜ਼ਨਸ ਫਰਮਸ ਤੋਂ ਲਾਈਨ ਜਾ ਰਹੀ ਹੈ, ਐਰੋ ਜਾ ਰਿਹਾ ਹਾਊਸ ਹੋਲਡ ਸੈਕਟਰ ਦੇ। ਉਹ ਕੀ ਸ਼ੋ ਕਰ ਰਿਹਾ, ਫੈਕਟਰ ਪੇਮੈਂਟਸ ਸ਼ੋ ਕਰ ਰਿਹਾ ਕਿ ਜਦੋਂ ਆਪਣਾ ਪ੍ਰੋਡਿਊਸਰ ਸੈਕਟਰਸ ਪ੍ਰੋਡਕਸ਼ਨ ਕਰਨ ਦੇ ਲਈ ਜਿੰਨੇ ਵੀ ਫੈਕਟਰਸ ਯੂਜ਼ ਕਰੇਗਾ ਉਹਨਾਂ ਨੂੰ ਉਹ ਪੇਮੈਂਟਸ ਕਰੇਗਾ ਕਿਸ ਚੀਜ਼ ਦੇ ਥਰੂ, ਵੇਜਿਸ ਰੈਂਟ ਇੰਟਰਸਟ ਐਂਡ ਪ੍ਰੋਫਿਟ ਦੇ ਥਰੂ। ਉਹਨੇ ਕੀ ਕੀਤਾ, ਪੇਮੈਂਟਸ ਕੀਤੀਆਂ, ਫੈਕਟਰ ਪੇਮੈਂਟਸ ਕੀਤੀਆਂ ਤਾਂ ਇਨਕਮ ਦਾ ਫਲੋ ਕਿਹਦੇ ਕਰਨੀ ਗਿਆ, ਹਾਊਸ ਹੋਲਡ ਸੈਕਟਰ ਦੇ ਕਰ ਗਿਆ। ਤਾਂ ਹਾਊਸ ਹੋਲਡ ਸੈਕਟਰ ਦੇ ਕੋਲ ਇਨਕਮ ਕੈਲਕੂਲੇਟ ਹੋਈ, ਇਨਕਮ ਜਨਰੇਟ ਹੋਈ। ਠੀਕ ਹੈ, ਉਹੀ ਇਨਕਮ ਨੂੰ ਕੀ ਕਰੇਗਾ, ਜੋ ਵੀ ਕਹਿੰਦੇ ਪ੍ਰੋਡਿਊਸਰਸ ਗੁੱਡਸ ਐਂਡ ਸਰਵਿਸਿਜ਼ ਨੂੰ ਪ੍ਰੋਡਿਊਸ ਕਰੇਗਾ ਤਾਂ ਹਾਊਸ ਹੋਲਡ ਸੈਕਟਰਸ ਉਸੇ ਇਨਕਮ ਨੂੰ ਕੀ ਕਰੇਗਾ, ਕੰਜ਼ਿਊਮ ਕਰੇਗਾ। ਤਾਂ ਜਿਹੜੀ ਆਪਣੇ ਲੇਬਰ ਕਲਾਸ ਹੈ, ਲੈਂਡਲॉर्ड्स ਨੇ ਤਾਂ ਉਹ ਉਸ ਪੇਮੈਂਟਸ ਨੂੰ ਯੂਜ਼ ਕਰਨਗੇ ਕੰਜ਼ੰਪਸ਼ਨ ਦੇ ਲਈ। ਤਾਂ ਕੰਜ਼ੰਪਸ਼ਨ ਕਿਸ ਚੀਜ਼ ਦੀ ਕਰਨਗੇ, ਜੋ ਫਰਮਸ ਦੇ ਵਿੱਚ ਪ੍ਰੋਡਕਸ਼ਨ ਕੀਤੀ ਹੈ ਉਹਨਾਂ ਨੇ। ਦੈਨ ਤਾਂ ਉਹਨਾਂ ਦੇ ਥਰੂ ਜੋ ਵੀ ਕਹਿੰਦੇ ਇਨਕਮਸ ਪ੍ਰੋਡਿਊਸਰ ਸੈਕਟਰ ਦੇ ਥਰੂ ਆਈ ਸੀਗੀ ਤਾਂ ਉਹ ਐਕਸਪੈਂਡੀਚਰਸ ਦੇ ਬੇਸ ਤੇ ਕਿਸ ਸੈਕਟਰ ਦੇ ਕੋਲ ਗਈ, ਪ੍ਰੋਡਿਊਸਰ ਸੈਕਟਰ ਦੇ ਕੋਲ ਫਿਰ ਪਹੁੰਚ ਗਈ ਕਿਉਂਕਿ ਉਹਨਾਂ ਨੇ ਜਿਹੜੀ ਹੈ ਗੁੱਡਸ ਐਂਡ ਸਰਵਿਸਿਜ਼ ਨੂੰ ਲਿਆ ਕਿਸ ਤੋਂ, ਬਿਜ਼ਨਸ ਫਰਮਸ ਤੋਂ। ਦੈਨ ਇਨਕਮ ਦਾ ਜੋ ਇਨਫਲੋ ਹੋਇਆ ਦੈਨ ਉਹ ਆਊਟਫਲੋ ਹੋਇਆ, ਆਊਟਫਲੋ ਹੋ ਗਿਆ ਕਿਸ ਬੇਸ ਤੇ, ਕੰਜ਼ੰਪਸ਼ਨ ਐਕਸਪੈਂਡੀਚਰ ਤੇ। ਤਾਂ ਉਹਨਾਂ ਨੇ ਗੁੱਡਸ ਨੂੰ ਕੰਜ਼ਿਊਮ ਕੀਤਾ ਤੇ ਉਸ ਤੇ ਕੰਜ਼ੰਪਸ਼ਨ ਐਕਸਪੈਂਡੀਚਰ ਹੋਇਆ ਜਿਸ ਦੇ ਥਰੂ ਤੁਸੀਂ ਜੋ ਸਮਾਲ ਸਰਕਲ ਹੈ ਉਸ ਦੇ ਵਿੱਚ ਦੇਖ ਸਕਦੇ ਹੋ ਕਿ ਹਾਊਸ ਹੋਲਡ ਸੈਕਟਰ ਦਾ ਐਰੋ ਕਿਸ ਸਾਈਡ ਜਾ ਰਿਹਾ, ਪ੍ਰੋਡਿਊਸਰ ਸੈਕਟਰ ਦੇ ਕੋਲ ਜਾ ਰਿਹਾ ਕਿ ਜੋ ਇਨਕਮ ਆਈ ਤਾਂ ਉਹ ਪ੍ਰੋਡਿਊਸਰ ਸੈਕਟਰ ਦੇ ਕੋਲ ਹੁਣ ਪਹੁੰਚ ਗਈ ਕਿਉਂਕਿ ਉਹਨਾਂ ਨੇ ਗੁੱਡਸ ਐਂਡ ਸਰਵਿਸਿਜ਼ ਨੂੰ ਸੇਲ ਕੀਤਾ ਜੋ ਕਿ ਕੰਜ਼ਿਊਮਰਸ ਨੇ, ਹਾਊਸ ਹੋਲਡ ਸੈਕਟਰ ਨੇ ਕੰਜ਼ਿਊਮ ਕੀਤਾ। ਤਾਂ ਇਸ ਤਰ੍ਹਾਂ ਦੋਨਾਂ ਇਹ ਸੈਕਟਰਸ ਦੇ ਵਿੱਚ ਕੀ ਹੋਇਆ, ਫਲੋ ਹੋਇਆ। ਦਿਸ ਇਜ਼ ਦਾ ਫਲੋ। ਠੀਕ ਹੈ, ਐਂਡ ਇਹਨੂੰ ਰੀਅਲ ਫਲੋ ਕਹਿੰਦੇ ਆ। ਐਂਡ ਨੈਕਸਟ ਇਜ਼ ਦਾ ਕਿ ਜੋ ਹੈ ਦਿਸ ਇਜ਼ ਦਾ ਮੋਨੇਟਰੀ ਫਲੋ। ਐਂਡ ਉਸ ਤੋਂ ਬਾਅਦ ਦੇਖੋ ਜੋ ਲਾਰਜ ਰਾਉਂਡ ਹੈ ਉਹ ਤੁਹਾਨੂੰ ਵੀ ਸ਼ੋ ਕਰ ਰਿਹਾ ਹੈ ਕਿ ਕਿਸ ਕਿਸ ਸੈਕਟਰ ਤੋਂ ਆਪਾਂ ਨੇ ਸਬਸਿਡੀਜ਼ ਲਿੱਤੇ ਤੇ ਕਿਸ ਸੈਕਟਰਸ ਨੂੰ ਆਪਾਂ ਨੇ ਸਬਸਿਡੀਜ਼ ਪ੍ਰੋਵਾਈਡ ਕੀਤੀਆਂ। ਤਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਹੈ ਬਿਜ਼ਨਸ ਫਰਮਸ ਉਹ ਕੀ ਹੈ, ਸਬਸਿਡੀਜ਼ ਦੇ ਰਹੀਆਂ ਨੇ ਕਿਸ ਸੈਕਟਰ ਨੂੰ, ਆਪਣੇ ਹਾਊਸ ਹੋਲਡ ਸੈਕਟਰ ਨੂੰ ਕੀ ਪ੍ਰੋਡਿਊਸ ਕਰਕੇ ਦੇ ਰਹੀਆਂ ਨੇ, ਫਲੋ ਆਫ ਗੁੱਡਸ ਐਂਡ ਸਰਵਿਸਿਜ਼। ਜੋ ਵੀ ਕਹਿੰਦੇ ਗੁੱਡਸ ਦੀ ਪ੍ਰੋਡਕਸ਼ਨ ਪ੍ਰੋਡਿਊਸਰ ਸੈਕਟਰਸ ਦੇ ਵਿੱਚ ਹੁੰਦੀ ਹੈ ਉਹ ਸਾਰੀ ਪ੍ਰੋਡਕਸ਼ਨਸ ਉਹ ਸੇਲ ਕਰਦੇ ਨੇ ਕਿਹਨੂੰ, ਹਾਊਸ ਹੋਲਡ ਸੈਕਟਰ ਨੂੰ। ਹਾਊਸ ਹੋਲਡ ਸੈਕਟਰ ਉਸ ਜਿਹੜੀ ਹੈ
ਗੁੱਡਸ ਐਂਡ ਸਰਵਿਸਿਜ਼ ਨੂੰ ਕੰਜ਼ਿਊਮ ਕਰਦੇ ਨੇ ਤੇ ਉਸ ਦੇ ਬਦਲੇ ਕੀ ਆ ਉਹ ਉਹਨਾਂ ਤੇ ਐਕਸਪੈਂਡੀਚਰ ਕਰਦੇ ਨੇ, ਜਿਸ ਇਜ਼ ਕਾਲਡ ਕੰਜ਼ੰਪਸ਼ਨ ਐਕਸਪੈਂਡੀਚਰ। ਐਂਡ ਉਸ ਤਰ੍ਹਾਂ ਉਹਨਾਂ ਨੂੰ ਯੂਜ਼ ਕਰਕੇ ਫਿਰ ਕਹਿੰਦੇ ਹੋ ਕੀ ਕਰਦੇ ਨੇ, ਜੋ ਆਪਣੀ ਪ੍ਰੋਡਿਊਸਰ ਸੈਕਟਰਸ ਹੈ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੀਨਿਓਰਸ ਐਂਟਰਪ੍ਰਾਈਜ਼ਸ ਜੋ ਵੀ ਹੈ ਪ੍ਰੋਡਿਊਸਰ ਸੈਕਟਰਸ ਉਹ ਹਾਊਸਹੋਲਡ ਸੈਕਟਰਸ ਦੇ ਸਰਵਿਸਿਜ਼ ਨੂੰ ਲੈ ਰਹੇ ਆ। ਠੀਕ ਹੈ, ਉਥੋਂ ਲੇਬਰ ਲਏਗਾ, ਲੈਂਡ ਲਏਗਾ, ਕੈਪੀਟਲ ਐਂਡ ਐਂਟਰਪ੍ਰੀਨਿਓਰ ਰਹੇਗਾ, ਉਹਨਾਂ ਦੇ ਬਦਲੇ ਉਹਨੂੰ ਫੈਕਟਰ ਪੇਮੈਂਟਸ ਕਰੇਗਾ ਤੇ ਉਹੀ ਫੈਕਟਰ ਪੇਮੈਂਟਸ ਨੂੰ ਫਿਰ ਜੋ ਪ੍ਰੋਡਿਊਸਰ ਸੈਕਟਰ ਨੇ ਪ੍ਰੋਡਿਊਸ ਕੀਤਾ ਉਸ ਤੇ ਖਰਚ ਕਰਨਗੇ ਤੇ ਉਹਨਾਂ ਨੂੰ ਕੰਜ਼ਿਊਮ ਕਰਨਗੇ। ਇਸੇ ਤਰ੍ਹਾਂ ਕਹਿੰਦੇ ਇੱਕ ਤਾਂ ਫੈਕਟਰ ਜੋ ਹੈ ਪੇਮੈਂਟਸ, ਇੱਕ ਹੈਗਾ ਤੁਹਾਡਾ ਕੰਜ਼ੰਪਸ਼ਨਸ। ਕਹਿੰਦੇ ਇਸ ਤਰ੍ਹਾਂ ਕੰਜ਼ੰਪਸ਼ਨ ਤੇ ਫੈਕਟਰ ਪੇਮੈਂਟਸ ਦੇ ਥਰੂ ਜੋ ਵੀ ਹੈ ਤੁਹਾਡਾ ਇਨਕਮ ਤੇ ਆਊਟਕਮ ਫਲੋ ਹੈ, ਇਨਕਮ ਦਾ ਇਨ ਤੇ ਆਊਟਫਲੋ ਹੈ ਉਹ ਚੱਲਦਾ ਰਹੇਗਾ। ਠੀਕ ਹੈ, ਇੱਕ ਸੈਕਟਰ ਤੋਂ ਦੂਸਰੇ ਸੈਕਟਰਸ ਦੇ ਵਿੱਚ। ਦਿਸ ਇਜ਼ ਅ ਟੂ ਸੈਕਟਰ ਇਕੋਨਮੀ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਸਰਕੂਲਰ ਫਲੋ ਆਫ ਇਨਕਮ ਵਿਦ ਫਾਈਨੈਂਸ਼ੀਅਲ ਮਾਰਕੀਟ, ਕਿ ਟੂ ਸੈਕਟਰ ਇਕੋਨਮੀ ਦੇ ਵਿੱਚ ਜੋ ਹੈ ਫਾਈਨੈਂਸ਼ੀਅਲ ਮਾਰਕੀਟ ਨੂੰ ਲਿੱਤਾ ਇਹਨਾਂ ਨੇ। ਫਾਈਨੈਂਸ਼ੀਅਲ ਮਾਰਕੀਟਸ ਜਿੱਥੋਂ ਆਪਾਂ ਨੂੰ ਈਜ਼ੀਲੀ ਕੀਆ ਪੈਸਾ ਲੈ ਸਕਦੇ ਆਪਾਂ, ਹਨਾ, ਕੈਪੀਟਲ ਲੈ ਸਕਦੇ ਹਾਂ ਆਪਾਂ ਇਨਵੈਸਟ ਕਰਨ ਦੇ ਲਈ, ਤੇ ਜੋ ਆਪਣਾ ਕੰਜ਼ਿਊਮਰ ਹੈ ਹਾਊਸਹੋਲਡ ਸੈਕਟਰ ਹੈ ਉੱਥੇ ਪੈਸਾ ਸੇਵ ਵੀ ਕਰ ਸਕਦਾ ਹੈ। ਕਹਿੰਦੇ ਜਦੋਂ ਇਹ ਥਰਡ ਆਪਣਾ ਫਾਈਨੈਂਸ਼ੀਅਲ ਮਾਰਕੀਟ ਆ ਜਾਂਦੀ ਹੈ ਜਦ ਇਹਦੇ ਵਿੱਚ, ਤਦ ਫਿਰ ਕਹਿੰਦੇ ਕਿਸ ਤਰ੍ਹਾਂ ਜੋ ਇਹ ਸਰਕੂਲਰ ਫਲੋ ਹੈ ਚੱਲਦਾ ਹੈ। ਕਿਉਂਕਿ ਦੇਖੋ ਫਾਈਨੈਂਸ਼ੀਅਲ ਮਾਰਕੀਟ ਦਾ ਮੇਨ ਮੋਟਿਵ ਕੀ ਹੈ, ਟੂ ਸੈਕਟਰ ਮਾਡਲ ਦੇ ਵਿੱਚ ਜ਼ਿਆਦਾ ਸੇਵਿੰਗ ਕਰਨਾ ਜਾਂ ਫਿਰ ਇਨਵੈਸਟਮੈਂਟ ਦੇ ਲਈ ਪੈਸਾ ਲੋਨ ਤੇ ਦੇਣਾ। तब कहते सेविंग कौन करेगा, जो अपना फर्स्ट सेक्टर है हाउस होल्ड सेक्टर वो की करेगा सेविंग करेगा, तो जो दूसरा सेक्टर है प्रोड्यूसर सेक्टर है वो की करेगा इन्वेस्टमेंट करेगा। तद कहते हाउस होल्ड सैक्टर ਨੂੰ ਸੇਵਿੰਗ ਦੇ ਬਦਲੇ ਫਾਈਨੈਂਸ਼ੀਅਲ ਮਾਰਕੀਟ ਦੇ ਵਿੱਚੋਂ ਕੀ ਮਿਲੇਗਾ, ਰੇਟ ਆਫ ਇੰਟਰਸਟ ਮਿਲੇਗਾ। ਐਂਡ ਜੋ ਆਪਣਾ ਪ੍ਰੋਡਿਊਸਰ ਸੈਕਟਰ ਹੈ ਉਸਨੂੰ ਕਹਿੰਦੇ ਜਦੋਂ ਉਹ ਲੋਨ ਤੇ ਕੈਪੀਟਲ ਆਪਣੀ ਲੋਨ ਤੇ ਪੈਸਾ ਲੈਣਗੇ ਇਨਵੈਸਟਮੈਂਟ ਦੇ ਲਈ, ਤਦ ਉਹਨਾਂ ਨੂੰ ਜਿਹੜਾ ਰੇਟ ਆਫ ਇੰਟਰਸਟ ਹੈ ਦੇਣਾ ਪਏਗਾ। ਇਸ ਤਰ੍ਹਾਂ ਕਹਿੰਦੇ ਫਾਈਨੈਂਸ਼ੀਅਲ ਮਾਰਕੀਟ ਦਾ ਵਰਕ ਕੀ ਹੁੰਦਾ ਹੈ ਕਿ ਜਿਹੜਾ ਫਰਸਟ ਸੈਕਟਰ ਹੈ ਹਾਊਸ ਹੋਲਡ ਸੈਕਟਰ ਹੈ, ਜੋ ਕੰਜ਼ਿਊਮਰ ਕਲਾਸ ਹੈ ਉਹਨਾਂ ਦੀ ਜੋ ਵੀ ਐਕਸਟਰਾ ਇਨਕਮ ਹੈ ਉਹਨੂੰ ਸੇਵ ਕਰਨਾ। ਤਾਂ ਕੰਜ਼ਿਊਮਰਸ ਕੀ ਕਰਨਗੇ, ਆਪਣੀ ਐਕਸਟਰਾ ਇਨਕਮ ਨੂੰ ਫਾਈਨੈਂਸ਼ੀਅਲ ਮਾਰਕੀਟ ਦੇ ਵਿੱਚ ਸੇਵ ਕਰਨਗੇ ਤੇ ਉਹੀ ਇਨਕਮ ਨੂੰ ਫਾਈਨੈਂਸ਼ੀਅਲ ਮਾਰਕੀਟ ਕੀ ਕਰੇਗੀ, ਪ੍ਰੋਡਿਊਸਰਸ ਫਰਮਸ ਦੇ ਵਿੱਚ ਇਨਵੈਸਟਮੈਂਟ ਦੇ ਲਈ ਦੇ ਦੇਗੀ। ਤੇ ਪ੍ਰੋਡਿਊਸਰ ਜਿਹੜੀ ਕਲਾਸ ਹੈ ਪ੍ਰੋਡਿਊਸਰ ਸੈਕਟਰ ਹੈ ਉਹ ਉਸੇ ਸੇਵਿੰਗ ਨੂੰ ਕੀ ਕਰੇਗਾ, ਇਨਵੈਸਟਮੈਂਟ ਦੇ ਲਈ ਯੂਜ਼ ਕਰੇਗਾ। ਤਾਂ ਫਾਈਨੈਂਸ਼ੀਅਲ ਮਾਰਕੀਟ ਦਾ ਮੇਨ ਮੋਟਿਵ ਕੀ ਹੈ, ਪੈਸੇ ਨੂੰ ਰਿਸੀਵ ਕਰਨਾ, ठीक है, जमा कराना, सेव करना। एंड उस तो बाद जो दूसरा सैक्टर है ਉਹਦੀਆਂ ਜੋ ਆਪਣੇ ਮਨੀ ਨੂੰ ਲੈ ਕੇ ਜੋ ਵੀ ਪ੍ਰੋਬਲਮਸ ਨੇ, ਠੀਕ ਹੈ, ਫਿਜ਼ੀਕਲ ਆਪਣੀ ਫਾਈਨੈਂਸ਼ੀਅਲ ਜੋ ਵੀ ਉਹਨਾਂ ਨੂੰ ਰਿਕੁਆਇਰਮੈਂਟਸ ਨੇ ਉਹਨਾਂ ਨੂੰ ਪੂਰਾ ਕਰਨਾ, ਪੈਸਾ ਦੇਣਾ ਇਨਵੈਸਟਮੈਂਟ ਦੇ ਲਈ। ਕਹਿੰਦੇ ਫਾਈਨੈਂਸ਼ੀਅਲ ਮਾਰਕੀਟ ਇਹਨਾਂ ਦੋਨਾਂ ਦੇ ਵਿੱਚ ਮੀਡੀਏਟਰਸ ਦਾ ਕੰਮ ਕਰਦੀ ਆ। ਠੀਕ ਹੈ, ਤਦ ਫਿਰ ਕਹਿੰਦੇ ਜਿਹੜੇ ਬਿਜ਼ਨਸ ਫਰਮਸ ਨੇ ਉਹ ਕੀ ਕਰਨਗੀਆਂ, ਫਾਈਨੈਂਸ਼ੀਅਲ ਮਾਰਕੀਟ ਤੋਂ ਪੈਸਾ ਲੈਣਗੀਆਂ ਤੇ ਉਸਦੇ ਥਰੂ ਪ੍ਰੋਡਕਸ਼ਨ ਕਰਨਗੀਆਂ। ਫਿਰ ਗੁड्स ਤੇ ਜੋ ਵੀ ਪ੍ਰੋਡਕਸ਼ਨ ਕਰਨਗੀਆਂ, ਪ੍ਰੋਡਕਸ਼ਨ ਦੇ ਜੋ ਵੀ ਕਾਸਟ ਆਏਗੀ ਤਾਂ ਉਹਨਾਂ ਦੀ ਪੇਮੈਂਟਸ ਕਰਨਗੀਆਂ। ਜੋ ਵੀ ਉਹਨਾਂ ਨੇ ਪੈਸਾ ਇਨਵੈਸਟਮੈਂਟ ਤੇ ਲਗਾਇਆ ਤਾਂ ਉਹ ਇਨਵੈਸਟਮੈਂਟ ਤੇ ਪੈਸਾ ਡਿਸਟਰੀਬਿਊਟ ਹੋਏਗਾ ਵੇਜਿਸ, ਰੈਂਟ, ਇੰਟਰਸਟ ਤੇ ਪ੍ਰੋਫਿਟ ਦੇ ਥਰੂ। ਕਿਹਨੂੰ ਡਿਸਟਰੀਬਿਊਟ ਹੋਏਗਾ, ਜੋ ਵੀ ਆਪਣਾ ਹਾਊਸ ਹੋਲਡ ਸੈਕਟਰ ਹੈ। ਹਾਊਸ ਹੋਲਡ ਸੈਕਟਰ ਤੋਂ ਹੀ ਸੇਵਿੰਗ ਦੇ ਥਰੂ ਪੈਸਾ ਆਇਆ, ਫਿਰ ਉਹਨੂੰ ਇਨਵੈਸਟਮੈਂਟ ਦੇ ਲਈ ਪ੍ਰੋਡਿਊਸਰ ਸੈਕਟਰ ਨੂੰ ਦਿੱਤਾ ਤੇ ਪ੍ਰੋਡਿਊਸਰ ਸੈਕਟਰਸ ਨੇ ਉਹੀ ਫੈਕਟਰ ਆਫ ਪ੍ਰੋਡਕਸ਼ਨ ਦੇ ਜੋ ਵੀ ਫੈਕਟਰਸ ਨੇ ਉਹਨਾਂ ਦੇ ਵਿੱਚ ਡਿਸਟਰੀਬਿਊਟ ਕੀਤਾ, ਜੋ ਆਪਣੀ ਹਾਊਸ ਹੋਲਡ ਸੈਕਟਰ ਦੀ ਕੀ ਬਣਿਆ, ਇਨਕਮ ਬਣਿਆ। ਤੇ ਹਾਊਸ ਹੋਲਡ ਸੈਕਟਰਸ ਨੇ ਉਹੀ ਪੈਸੇ ਨੂੰ ਕਿਸ ਦੇ ਲਈ ਯੂਜ਼ ਕੀਤਾ, ਕੁਛ ਸੇਵ ਕੀਤਾ, ਕੁਛ ਉਹਨਾਂ ਨੇ ਫਿਰ ਕੀਤਾ ਕੰਜ਼ਿਊਮ ਕੀਤਾ, ਕੰਜ਼ੰਪਸ਼ਨ ਕੀਤੀ। ਜੋ ਪ੍ਰੋਡਿਊਸਰ ਸੈਕਟਰ ਨੇ ਗੁੱਡਸ ਐਂਡ ਸਰਵਿਸਿਜ਼ ਬਣਾਈਆਂ ਸੀਗੀਆਂ, ਹਾਊਸ ਹੋਲਡ ਸੈਕਟਰ ਨੇ ਉਹਨਾਂ ਨੂੰ ਕੰਜ਼ਿਊਮ ਕੀਤਾ, ਜਿਹਦੇ ਥਰੂ ਕਹਿੰਦੇ ਬਿਜ਼ਨਸ ਫਰਮ ਸੇ ਕੁਛ ਪੈਸਾ ਆਇਆ, ਕੁਛ ਉਹਨਾਂ ਨੇ ਫਿਰ ਇਨਵੈਸਟਮੈਂਟ ਦੇ ਲਈ ਲਿੱਤਾ, ਇਨਵੈਸਟਮੈਂਟ ਕੀਤੀ ਤੇ ਫਿਰ ਗੁੱਡਸ ਐਂਡ ਸਰਵਿਸਿਜ਼ ਪ੍ਰੋਡਿਊਸ ਕੀਤੀਆਂ ਤੇ ਫੈਕਟਰ ਆਫ ਪ੍ਰੋਡਕਸ਼ਨ ਦੇ ਜੋ ਵੀ ਰਿਸੋਰਸਿਸ ਨੇ ਉਹਨਾਂ ਨੂੰ ਪੇਮੈਂਟਸ ਕੀਤੀਆਂ ਤਾਂ ਦੂਸਰੇ ਸੈਕਟਰ ਦੀ ਇਨਕਮ ਬਣੀ। ਤਾਂ ਦੂਸਰੇ ਸੈਕਟਰਸ ਨੇ ਉਹੀ ਪੇਮੈਂਟਸ ਨੂੰ ਕੀ ਕੀਤਾ, ਫਿਰ ਬਾਏ ਕਰਨ ਦੇ ਲਈ, ਕੰਜ਼ੰਪਸ਼ਨ ਕਰਨ ਦੇ ਲਈ ਯੂਜ਼ ਕੀਤਾ, ਐਕਸਪੈਂਡੀਚਰ ਔਨ ਗੁੱਡਸ ਐਂਡ ਸਰਵਿਸਿਜ਼ ਕੀਤਾ। ਤਾਂ ਇਸੇ ਤਰ੍ਹਾਂ ਜੋ ਟੂ ਸੈਕਟਰ ਇਕੋਨਮੀ ਹੈ ਉਹ ਚੱਲਦੀ ਰਹੇਗੀ ਵਿਦ ਦ ਹੈਲਪ ਆਫ ਫਾਈਨੈਂਸ਼ੀਅਲ ਮਾਰਕੀਟ। ਠੀਕ ਹੈ, ਇੱਕ ਸੈਕਟਰਸ ਤੋਂ ਪੈਸਾ ਸੇਵ, ਦੂਸਰੇ ਸੈਕਟਰਸ ਦੇ ਵਿੱਚ ਇਨਵੈਸਟ। This is the circular flow of income in a two sector economy with the capital market। ਜਿਵੇਂ ਕਿ ਤੁਸੀਂ ਇਸ ਦੇ ਵਿੱਚ ਦੇਖ ਸਕਦੇ ਹੋ ਕਿ ਫਾਈਨੈਂਸ਼ੀਅਲ ਮਾਰਕੀਟ ਮੀਡੀਏਟਰਸ ਦਾ ਕੰਮ ਕਰਦੇ ਹੈ between the household sector and producer sector।
The next is linkage and injunctions। ਕਹਿੰਦੇ ਇਹਦੇ ਵਿੱਚ ਕੁਝ ਲਿੰਕੇਜ ਨੇ। ਕਹਿੰਦੇ ਇਕਨੋਮੀ ਹੈ ਜਿਹੜੀ ਇਹਦੇ ਵਿੱਚ ਕਲੋਜ਼ਡ ਇਕਨੋਮੀ ਆ। ਕਲੋਜ਼ਡ ਇਕਨੋਮੀ ਦੇ ਵਿੱਚ ਕਹਿੰਦੇ ਕੀ ਹੁੰਦਾ ਹੈ, ਜੋ ਵੀ ਆਪਣੀ ਨੈਸ਼ਨਲ ਇਨਕਮ ਹੈ ਉਹਨੂੰ ਈਜ਼ੀਲੀ ਕੈਲਕੂਲੇਟ ਨਹੀਂ ਕੀਤਾ ਜਾ ਸਕਦਾ, ਇਨਕਮ ਦੇ ਫਲੋ ਨੂੰ ਕੈਲਕੂਲੇਟ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜਿਹੜੀ ਆਪਣੀ ਇਨਕਮ ਹੈ ਉਹਦਾ ਇਨਫਲੋ ਤੇ ਆਊਟਫਲੋ ਹੈ ਜੋ ਫੋਰਨ ਕੰਟਰੀਜ਼ ਦੇ ਵਿੱਚ ਵੀ ਹੁੰਦਾ ਹੈ, ਕਿਉਂਕਿ ਜਿਹੜੀ ਆਪਣੀ ਇਕਨੋਮੀ ਆ ਦਿਸ ਇਜ਼ ਨਾਟ ਅ ਕਲੋਜ਼ਡ ਇਕਨੋਮੀ, ਇਹ ਓਪਨ ਇਕਨੋਮੀ ਆ। ਲੇਕਿਨ ਟੂ ਸੈਕਟਰ ਮਾਡਲ ਦੇ ਵਿੱਚ ਸਿਰਫ ਕਲੋਜ਼ਡ ਇਕਨੋਮੀ ਆਉਂਦੀ ਹੈ, ਇਹਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਬਿਜ਼ਨਸ ਨਹੀਂ ਆਉਂਦਾ, ਗਵਰਨਮੈਂਟ ਨਹੀਂ ਆਉਂਦੀ, ਕਿਉਂਕਿ ਕਹਿੰਦੇ ਗਵਰਨਮੈਂਟ ਇੰਟਰਫੇरेंस इकॉनमी ਦੇ ਵਿੱਚ ਤੇ ਜੋ ਵੀ ਹੈ ਆਪਣਾ ओपन जो है एक्सपोर्ट इंपोर्ट कहते वो भी जरूरी है, ओपन इकॉनमी का होना जरूरी है। तब कहते कुछ लीकेज ने ते कहते जी इनकम है, इनकम के फ्लो में सिर्फ कहते टू सैक्टर इकॉनमी के नहीं मापा जाता, इनकम के फ्लो के कहते जी गवर्नमेंट है वो भी अफेक्ट करती है, गवर्नमेंट के थ्रू भी कहते जी रिसिप्ट ने तो पेमेंट्स होंगे ने, एंड जो है अपना फोर्थ सैक्टर इकॉनमी जिद फॉरन कंट्रीज आ जांदियां ने, इंटरनेशनल ट्रेड आ जाती है, कहते वो थ्रू भी जी अपनी है इकॉनमी ਉਹਦੇ ਵਿੱਚ जो भी अपनी इनकम है उस पर अफेक्ट पैंदा है इंपोर्ट एंड एक्सपोर्ट के थ्रू। कहते जे टू सैक्टर मॉडल सफिशिएंट मॉडल नहीं हैगा, क्योंकि इकॉनमी ਦੇ ਵਿੱਚ सिर्फ हाउस होल्ड के प्रोड्यूसर सैक्टर नहीं होंदा, गवर्नमेंट की जी है गवर्नमेंट भी आती है, डिफरेंट टाइप्स ऑफ पॉलिसीज ने, जी फाइनैंशियल मार्केट है जो उस पर भी गवर्नमेंट का कंट्रोल होंदा है, ठीक है। तब इन्हां लीकेज तो बाद कहते इकॉनमी दे विच जिहड़ा है थ्री सैक्टर इकॉनमी कहते वो दस्सिया गया है सर्कुलर फ्लो ऑफ इनकम इन थ्री सैक्टर इकॉनमी की जी अपनी इकॉनमी है वो थ्री सैक्टर इकॉनमी है, तो वो जो इनकम का फ्लो है वो किस तरह डिफरेंट सैक्टर्स के विच आएगा। ਤਾਂ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਸਰਕੂਲਰ ਫਲੋ ਆਫ ਇਨਕਮ ਐਂਡ ਐਕਸਪੈਂਡੀਚਰ ਇਨ ਥ੍ਰੀ ਸੈਕਟਰ ਇਕਨੋਮੀ। ਥ੍ਰੀ ਸੈਕਟਰ ਇਕਨੋਮੀ ਦੇ ਵਿੱਚ ਕਹਿੰਦੇ ਥ੍ਰੀ ਸੈਕਟਰਸ ਆਉਂਦੇ ਨੇ, ਇਹਦੇ ਵਿੱਚ ਇੱਕ ਹੁੰਦਾ ਆਪਣਾ ਹਾਊਸ ਹੋਲਡ ਸੈਕਟਰ, ਇੱਕ ਹੁੰਦਾ ਆਪਣਾ ਪ੍ਰੋਡਿਊਸਰ ਸੈਕਟਰ, ਐਂਡ ਥਰਡ ਇਜ਼ ਆ ਗਵਰਨਮੈਂਟ ਸੈਕਟਰ। ਕਹਿੰਦੇ ਇਹਦੇ ਵਿੱਚ ਗਵਰਨਮੈਂਟ ਸੈਕਟਰ ਇਨਵੋਲਵ ਹੁੰਦਾ ਹੈ। ਕਹਿੰਦੇ ਇਟ ਮॉडल इज मोर रियलिटी मोर क्लोज टू रियलिटी, कहते सही है, क्योंकि कहते ਜਿਹੜੀਆਂ मॉडल है ये इकनॉमिक एक्टिविटीज़ ਨੂੰ ਦੱਸਦਾ जो गवर्नमेंट के थ्रू ਹੁੰਦੀਆਂ ਨੇ, ठीक है। कंटिन्यू कहते अज्यूम किया जाता है कि पहला अज्यूम करते थे कि क्लोज इकॉनमी है, लेकिन हुण कंटिन्यूस अज्यूम वही किया जाता है कि क्लोज इकॉनमी आ। मेजर टू सर्कुलर फ्लो ऑफ इनकम फॉरन सैक्टर का कहते थ्री सैक्टर इकॉनमी के कोई भी रोल नहीं है। थ्री सैक्टर्स के सिर्फ डोमैसटिक इकॉनमी की गल की गई है, सिर्फ गवर्नमेंट हाउस होल्ड के प्रोड्यूसर सैक्टर की गल की गई है, इंटरनैशनल ट्रेड की जोड़ा है फोर्थ सैक्टर अपना उसकी गल नहीं की गई है, फॉरन सैक्टर में इत्थे नहीं लिता गया। तब कहते इनकम फ्लो है जोड़ा वो फ्रॉम प्रोड्यूसर्स टू की होंगे हाउस होल्ड सैक्टर, हाउस होल्ड तो गवर्नमेंट सैक्टर, गवर्नमेंट तो कहते जो टैक्सिस ने वो लगाए जाते हैं, कुछ सबसिडीज ने जी डिफरेंट सैक्टर्स में दित्तियां जांदियां ने, जिहदे थ्रू भी कहते इनफ्लो तो आउटफ्लो होंदा है इनकम का, जिमें कि तुसी इस डायग्राम दे विच देख सकते हो। क्योंकि जी अपनी गवर्नमेंट है वो डिफरेंट टाइप्स ऑफ जो पॉलिसीज ने वो की करदियां उन्होंने रूल रेगूलेशन सैट करदियां जिहड़ियां कि मन्नणियां पैंदियां ने, वो दो ही सैक्टर्स के लिए बनाउंदियां ने, हाउस होल्ड सैक्टर्स के लिए भी ते बिजनस सैक्टर के लिए। तो जो फाइनैंशियल हैल्प है वो दोनों सैक्टर्स नूं करदियां ने, ठीक है। टैक्सिस वगैरह भी दोनों सैक्टर्स नूं पे करने पैंदे ने, तो इन्हां दे थ्रू भी गवर्नमेंट थ्रू भी जो इन एंड आउटफ्लो ऑफ इनकम है वो हुंदा है, जो अपना इनकम का फ्लो है वो मूव करता है। तो जिवें तुसीं इस डायग्राम दे विच देख सकते हो अपने थ्री सैक्टर्स ने, थ्री सैक्टर इकॉनमी दे विच हाउस होल्ड सैक्टर्स जो की करता गुड्स एंड सर्विसेज को कंज्यूम करता ते अपनी सर्विसेज प्रोवाइड करता लेबर दी अपने लेबर लैंड एंड कैपिटल। तो दूसरी साइड अपना प्रोड्यूसर सैक्टर है जो एक तो फैक्टर ऑफ प्रोडक्शन यूज़ करता है तो उन्होंने पेमेंट्स करता है, तो दूसरा गुड्स की की करता प्रोडक्शन करता, तो विच इन्हों के है फाइनैंशियल मार्केट्स जो की करती है कंज्यूमर्स तो जो अपना एक्सट्रा मनी है उन्होंने सेव करेगी, तो उस तो बाद फिर वो फाइनैंशियल मार्केट तो जो प्रोड्यूसर सैक्टर है वो अपनी इन्वेस्टमेंट के लिए पैसा लेगा, तो फिर गुड्स की प्रोडक्शन करेगा, तो गुड्स के बदले जो भी पेमेंट्स ने वेज रेंट इंटरस्ट ते प्रॉफिट उन्होंने पे करेगा, ठीक है। एंड उस तो बाद जो भी अपना है हाउस होल्ड सैक्टर्स वो पेमेंट्स नू रिसीव करेगा। उस बाद गवर्नमेंट का मेन मोटिव है, गवर्नमेंट की करती है, गवर्नमेंट
ਜਿਹੜਾ ਬਿਜ਼ਨਸ ਫਰਮਸ ਨੇ ਆਪਣੀਆਂ ਪ੍ਰੋਡਿਊਸਰ ਸੈਕਟਰ ਹੈ ਜਿਹੜਾ ਉਹਨਾਂ ਦੇ ਵਿੱਚ ਲਾਰਜ ਅਮਾਉਂਟ ਹੈ ਜਿਹੜੀ ਗੁੱਡਸ ਦੀ ਉਹ ਕੀ ਕਰਦੀ ਹੈ ਪਰਚੇਜ਼ ਕਰਦੀ ਹੈ ਗਵਰਨਮੈਂਟ ਪਰਚੇਜ਼ ਆਫ ਗੁੱਡਸ ਕਹਿੰਦੇ ਕੁਝ ਵੀ ਜੋ ਹੈ ਬਫਰ ਸਟਾਕ ਜਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਰਾਈਸ ਵੀਟ ਹੈ ਇਹ ਗਵਰਨਮੈਂਟਸ ਕੀ ਹੈ ਪੀਪਲਸ ਦੇ ਵਿੱਚ ਡਿਵਾਈਡ ਕਰਦੀ ਆ ਹਾਊਸ ਹੋਲਡ ਸੈਕਟਰ ਦੇ ਵਿੱਚ ਡਿਵਾਈਡ ਕਰਦੀ ਹੈ ਲੇਕਿਨ ਇਹ ਬਾਇਸ ਨੂੰ ਕਿਸ ਤੋਂ ਕਰਦੀ ਹੈ ਪ੍ਰੋਡਿਊਸਰ ਸੈਕਟਰ ਤੋਂ ਕਰਦੀ ਆ ਤਾਂ ਗਵਰਨਮੈਂਟ ਸੈਕਟਰ ਦਾ ਮੇਨ ਮੋਟਿਵ ਕੀ ਹੈ ਕਿ ਜੋ ਵੀ ਪ੍ਰੋਡਕਸ਼ਨ ਹੈ ਗੁੱਡਸ ਨੇ ਉਹਨਾਂ ਨੂੰ ਪਰਚੇਜ਼ ਕਰਨਾ ਪ੍ਰੋਡਿਊਸਰ ਸੈਕਟਰ ਤੋਂ ਤੇ ਲੈਸ ਅਮਾਉਂਟ ਤੇ ਉਹਨਾਂ ਨੂੰ ਦੇਣਾ ਹਾਊਸ ਹੋਲਡ ਸੈਕਟਰ ਤੇ ਉਸ ਤੋਂ ਬਾਅਦ ਕਹਿੰਦੇ ਜਿਹੜੇ ਟੈਕਸਿਸ ਵਗੈਰਾ ਨੇ ਉਹ ਵੀ ਆਪਣੇ ਗਵਰਨਮੈਂਟ ਕੀ ਕਰਦੀ ਆ ਲਗਾਉਂਦੀ ਆ ਠੀਕ ਹੈ ਜੋ ਇਨਡਾਇਰੈਕਟ ਐਂਡ ਡਾਇਰੈਕਟ ਟੈਕਸਿਸ ਨੇ ਆਪਣੇ ਜੋ ਪੇ ਕਰਨੇ ਪੈਂਦੇ ਨੇ ਠੀਕ ਹੈ ਇਹ ਟ੍ਰਾਂਸਫਰ ਹੁੰਦੀਆਂ ਨੇ ਪੇਮੈਂਟਸ ਟ੍ਰਾਂਸਫਰ ਨੇ ਜਿਹੜੀਆਂ ਹਾਊਸ ਹੋਲਡ ਸੈਕਟਰ ਤੱਕ ਹੁੰਦੀਆਂ ਨੇ ਐਂਡ ਜੋ ਸਬਸਿਡੀਜ਼ ਨੇ ਇਹ ਪ੍ਰੋਡਿਊਸਰਸ ਤੇ ਹਾਊਸ ਹੋਲਡ ਸੈਕਟਰਸ ਦੋਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਠੀਕ ਹੈ ਜੋ ਟੈਕਸਿਸ ਨੇ ਪ੍ਰੋਡਿਊਸਰਸ ਤੇ ਵੀ ਲਗਾਇਆ ਜਾਂਦਾ ਪ੍ਰੋਡਕਸ਼ਨ ਟੈਕਸ ਐਂਡ ਕੰਜ਼ਿਊਮਰਸ ਤੇ ਵੀ ਲਗਾਇਆ ਜਾਂਦਾ ਹੈ ਕੰਜ਼ੰਪਸ਼ਨ ਟੈਕਸ ਜਿਵੇਂ ਕਿ ਆਪਣਾ ਠੀਕ ਹੈ ਜੀਐਸਟੀ ਵਗੈਰਾ ਹੋ ਗਿਆ ਕਹਿੰਦੇ ਗਵਰਨਮੈਂਟ ਇਸ ਦੇ ਥਰੂ ਕੀ ਕਰਦੀ ਆ ਜਿਵੇਂ ਕਿ ਗਵਰਨਮੈਂਟ ਨੇ ਟੈਕਸ ਲਗਾਇਆ ਪ੍ਰੋਡਕਸ਼ਨ ਟੈਕਸ ਲਗਾਤਾ ਪ੍ਰੋਡਿਊਸਰ ਸੈਕਟਰ ਤੇ ਉਹਨਾਂ ਦੇ ਥਰੂ ਉਹਨਾਂ ਨੇ ਕੀ ਕੀਤਾ ਪ੍ਰੋਡਕਸ਼ਨ ਸੈਕਟਰ ਲਗਾ ਕੇ ਟੈਕਸਿਸ ਨੂੰ ਗਵਰਨਮੈਂਟ ਨੇ ਇਕੱਠਾ ਕੀਤਾ ਤੇ ਉਸੇ ਟੈਕਸ ਨੂੰ ਉਹਨੇ ਕੀ ਕੀਤਾ ਹਾਊਸ ਹੋਲਡ ਸੈਕਟਰਸ ਦੇ ਵਿੱਚ ਸਬਸਿਡੀਜ਼ ਦੇ ਥਰੂ ਕੀ ਕਰ ਦਿੱਤਾ ਡਿਸਟ੍ਰੀਬਿਊਟ ਕਰ ਦਿੱਤਾ ਤੇ ਪ੍ਰੋਡਿਊਸਰਸ ਤੇ ਫਰਮਸ ਨੂੰ ਵੀ ਕੀ ਹੈ ਜੋ ਆਪਣਾ ਗਵਰਨਮੈਂਟ ਸੈਕਟਰ ਉਹ ਜਿਹੜੀਆਂ ਸਬਸਿਡੀਜ਼ ਨੇ ਉਹ ਕੀ ਕਰਦਾ ਪ੍ਰੋਵਾਈਡ ਕਰਦਾ ਇਸੇ ਤਰ੍ਹਾਂ ਕਹਿੰਦੇ ਜਿਹੜੀ ਆਪਣੀ ਫਾਈਨੈਂਸ਼ੀਅਲ ਮਾਰਕੀਟ ਆ ਤੇ ਗਵਰਨਮੈਂਟ ਆ ਦੋਨਾਂ ਦੇ ਵਿੱਚ ਵੀ ਕਹਿੰਦੇ ਕੀ ਹੁੰਦੀ ਆ ਸੇਵਿੰਗ ਐਂਡ ਬੋਰਿੰਗ ਹੁੰਦੀ ਆ ਕਹਿੰਦੇ ਗਵਰਨਮੈਂਟ ਵੀ ਆਪਣਾ ਪੈਸਾ ਸੇਵ ਕਰ ਸਕਦੀ ਹੈ ਇਨਕਮ ਸੇਵ ਕਰ ਸਕਦੀ ਆ ਫਾਈਨੈਂਸ਼ੀਅਲ ਮਾਰਕੀਟ ਦੇ ਵਿੱਚ ਤੇ ਉਹ ਪੈਸਾ ਉਧਾਰ ਤੇ ਵੀ ਲੈਂਦੀ ਆ ਫਾਈਨੈਂਸ਼ੀਅਲ ਮਾਰਕੀਟ ਤੋਂ ਬੋਰੋ ਵੀ ਕਰਦੀ ਆ ਫॉर ਦਾ ਐਕਸਪੈਂਡੀਚਰ ਠੀਕ ਹੈ ਤਦ ਇਸ ਦੇ ਵਿੱਚ ਕੀ ਹੈ ਸੇਵਿੰਗ ਤੇ ਇਨਵੈਸਟਮੈਂਟ ਹੋਏਗੀ ਹਾਊਸ ਹੋਲਡ ਤੇ ਪ੍ਰੋਡਿਊਸਰ ਸੈਕਟਰ ਦੇ ਵਿੱਚ ਥਰੂ ਫਾਈਨੈਂਸ਼ੀਅਲ ਮਾਰਕੀਟਸ ਤੇ ਜੋ ਵੀ ਫੈਕਟਰ ਪੇਮੈਂਟਸ ਨੇ ਉਹ ਚੇਂਜ ਹੋਣਗੀਆਂ ਆਪਣੇ ਪ੍ਰੋਡਿਊਸਰ ਸੈਕਟਰ ਟੂ ਹਾਊਸ ਹੋਲਡ ਸੈਕਟਰਸ ਤੇ ਜੋ ਵੀ ਹਾਊਸ ਹੋਲਡ ਸੈਕਟਰ ਹੈ ਉਹ ਵੇਜਿਸ ਰੈਂਟ ਤੇ ਇੰਟਰਸਟ ਤੇ ਪ੍ਰੋਫਿਟਸ ਨੇ ਉਹਦੇ ਗਵਰਨਮੈਂਟ ਦੇ ਕੋਲ ਜਾਣਗੇ ਪ੍ਰੋਡਿਊਸਰਸ ਤੋਂ ਕਿਹਦੇ ਕੋਲ ਜਾਣਗੇ ਗਵਰਨਮੈਂਟ ਦੇ ਕੋਲ ਤੇ ਗਵਰਨਮੈਂਟ ਟੈਕਸਿਸ ਵਗੈਰਾ ਦੇ ਥਰੂ ਕੀ ਕਰੇਗੀ ਹਾਊਸ ਹੋਲਡ ਸੈਕਟਰਸ ਤੇ ਵੀ ਜੋ ਵੀ ਕਹਿੰਦੇ ਇਨਕਮ ਹੈ ਉਹ ਗਵਰਨਮੈਂਟ ਦੇ ਕੋਲ ਜਾਏਗੀ ਕਿਉਂਕਿ ਗਵਰਨਮੈਂਟ ਦੀ ਇਨਕਮ ਹੁੰਦੀ ਹੈ ਜੋ ਵੀ ਇਹਨਾਂ ਨੂੰ ਇਨਕਮ ਜਨਰੇਟ ਹੋ ਰਹੀ ਹੈ ਉਸ ਤੋਂ ਬਾਅਦ ਕਹਿੰਦੇ ਨੈਟ ਟੈਕਸ ਪੇਮੈਂਟਸ ਨੇ ਗਵਰਨਮੈਂਟ ਕਿਹਨੂੰ ਕਰੇਗੀ ਹਾਊਸ ਹੋਲਡ ਸੈਕਟਰਸ ਨੂੰ ਤੇ ਜਿਹੜਾ ਗਵਰਨਮੈਂਟ ਪਰਚੇਸ ਆਫ ਗੁੱਡਸ ਨੇ ਉਹ ਕਿਤੋਂ ਕਰੇਗੀ ਬਿਜ਼ਨਸ ਫਰਮ ਤੋਂ ਕਰੇਗੀ तब कंजम्पशन एक्सपेंडिचर ऑन गुड्स एंड सर्विसेज फिर होएगा हाउस होल्ड जो भी है कंज्यूम करेगा जो प्रोडक्शन सैक्टर बना रहा है गुड्स एंड सर्विसेज ते वो उन्हां दे बदले उन्हां नूं पेमेंट्स करेगा इस तरह जी थ्री सैक्टर इकोनॉमी है वो अपना जो वर्क है वो चल रहा है एंड नाउ द सर्कुलर फ्लो ऑफ इनकम इन फोर सैक्टर मॉडल फोर सैक्टर इकोनॉमी की गल की गई है फोर सैक्टर इकोनॉमी ਦੇ ਵਿੱਚ ਕੀ ਹੈ ਦਿਸ ਇਜ਼ ਅ ਓਪਨ ਇਕਨੋਮੀ ਆਪਣੀ ਜਿਹੜੀ ਇਕਨੋਮੀ ਹੈ ਉਹ ਓਪਨ ਇਕਨੋਮੀ ਆ फोर ਸੈਕਟਰ ਮਾਡਲ ਇਹਦੇ ਵਿੱਚ ਯੂਜ਼ ਹੁੰਦਾ ਹੈ ਤਾਂ ਇਹਦੇ ਵਿੱਚ ਇੱਕ ਤਾਂ ਆਪਣਾ ਹਾਊਸ ਹੋਲਡ ਸੈਕਟਰ ਆਏਗਾ ਇੱਕ ਆਪਣਾ ਗਵਰਨਮੈਂਟ ਸੈਕਟਰ ਆਏਗਾ ਇੱਕ ਆਪਣਾ ਐਕਸਟਰਨਲ ਸੈਕਟਰਸ ਜੋ ਆਪਣਾ ਫੋਰਨ ਸੈਕਟਰ ਹੈ ਐਂਡ फोर्थ है अपना प्रोड्यूसर सैक्टर ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਫਾਈਨੈਂਸ਼ੀਅਲ ਮਾਰਕੀਟ ਫਿਰ ਕਹਿੰਦੇ ਵਰਕ ਕਰੇਗੀ ਬਿਟਵੀਨ ਦਾ ਪ੍ਰੋਡਿਊਸਰਸ ਐਂਡ ਹਾਊਸ ਹੋਲਡ ਸੈਕਟਰਸ ਠੀਕ ਹੈ ਜੋ ਵੀ ਕਹਿੰਦੇ ਹਾਊਸ ਹੋਲਡ ਸੈਕਟਰਸ ਨੇ ਉਹ ਕੰਜ਼ਿਊਮ ਕਰਨਗੇ ਕੰਜ਼ੰਪਸ਼ਨ ਕਰਨਗੇ ਗੁੱਡਸ ਐਂਡ ਸਰਵਿਸਿਜ਼ ਦੀ ਜੋ ਪ੍ਰੋਡਿਊਸਰ ਸੈਕਟਰਸ ਦੇ ਵਿੱਚ ਪ੍ਰੋਡਿਊਸ ਹੁੰਦੀਆਂ ਨੇ ਤੇ ਪ੍ਰੋਡਿਊਸਰ ਸੈਕਟਰਸ ਪੇਮੈਂਟਸ ਕਰੇਗਾ ਜਦੋਂ ਫੈਕਟਰ ਪ੍ਰੋਡਕਸ਼ਨ ਯੂਜ਼ ਕਰਦਾ ਇਸੇ ਤਰ੍ਹਾਂ ਜਿਹੜੀ ਆਪਣੀ ਹਾਊਸ ਹੋਲਡ ਸੈਕਟਰ ਨੇ ਉਹਦੀ ਇਨਕਮ ਜਨਰੇਟ ਹੋਏਗੀ ਉਸ ਤੋਂ ਬਾਅਦ ਗਵਰਨਮੈਂਟਸ ਕਹਿੰਦੇ ਟੈਕਸਿਸ ਦੇ ਥਰੂ ਇਨਕਮ ਇਕੱਠੀ ਕਰੇਗੀ ਠੀਕ ਆ ਉਹ ਪ੍ਰੋਡਿਊਸਰ ਤੇ ਹਾਊਸ ਹੋਲਡ ਸੈਕਟਰਸ ਦੋਨਾਂ ਤੇ ਟੈਕਸ ਲਗਾਏਗੀ ਤੇ ਗੁੱਡਸ ਨੂੰ ਪਰਚੇਸ ਕਰੇਗੀ ਆਪਣੀ ਪ੍ਰੋਡਿਊਸਰ ਸੈਕਟਰ ਦੇ ਕੋਲੋਂ ਤੇ ਆਪਣੇ ਹਾਊਸ ਹੋਲਡ ਸੈਕਟਰਸ ਨੂੰ ਡਿਸਟ੍ਰੀਬਿਊਟ ਕਰੇਗੀ ਐਂਡ ਜੋ ਹੈ ਗਵਰਨਮੈਂਟ ਸਬਸਿਡੀਜ਼ ਦੇਗੀ ਦੋਨਾਂ ਸੈਕਟਰਸ ਨੂੰ जो भी उन्होंने इनकम के बदले की मिलेगी इनकम मिलेगी टैक्सेस के बदले उस तो बाद ਜਿਹੜਾ ਐਕਸਟਰਨਲ ਸੈਕਟਰ ਹੈ ਦਿਸ ਇਜ਼ ਅ ਫੋਰਨ ਸੈਕਟਰ ਜੋ फोर ਸੈਕਟਰ ਇਕਨੋਮੀ ਹੈ ਕਿਉਂਕਿ ਕਹਿੰਦੇ ਜਿਹੜੀ ਸਾਡੀ ਡੋਮੈਸਟਿਕ ਕੰਟਰੀ ਹੈ ਸਾਡੀ ਕੰਟਰੀ ਹੈ ਕਹਿੰਦੇ ਇਹ ਡਿਫਰੈਂਟ ਕੰਟਰੀਜ਼ ਦੇ ਨਾਲ ਕੀ ਕਰਦੀ ਹੈ ਇੰਟਰਨੈਸ਼ਨਲ ਟ੍ਰੇਡ ਕਰਦੀ ਹੈ ਇੱਕ ਕੰਟਰੀ ਤੋਂ ਕਿ ਇੱਕ ਕੰਟਰੀ ਕਹਿੰਦੇ ਜਦੋਂ ਡਿਫਰੈਂਟ ਕੰਟਰੀਜ਼ ਦੇ ਨਾਲ ਦੋ ਜਾਂ ਦੋ ਤੋਂ ਜ਼ਿਆਦਾ ਕੰਟਰੀਜ਼ ਦੇ ਨਾਲ ਟ੍ਰੇਡ ਕਰਦੀ ਹੋਵੇ ਉਹਨੂੰ ਇੰਟਰਨੈਸ਼ਨਲ ਟ੍ਰੇਡ ਕਰਦੀਆਂ ਟ੍ਰੇਡ ਬਿਟਵੀਨ ਦਾ ਗੁੱਡਸ ਐਂਡ ਸਰਵਿਸਿਜ਼ ਜਿਹਦੇ ਵਿੱਚ ਕਹਿੰਦੇ ਗੁੱਡਸ ਐਂਡ ਸਰਵਿਸਿਜ਼ ਕੀ ਹੁੰਦੀਆਂ ਨੇ ਇੰਪੋਰਟ ਐਂਡ ਐਕਸਪੋਰਟ ਹੁੰਦੀਆਂ ਨੇ ਹੁਣ ਕਹਿੰਦੇ ਜਦੋਂ ਆਪਾਂ ਨੇ ਇਨਕਮ ਦਾ ਫਲੋ ਦੇਖਣਾ ਹੈ ਤਾਂ ਇਨਕਮ ਦਾ ਫਲੋ ਫੋਰਥ ਸੈਕਟਰ ਇਕਨੋਮੀ ਦੇ ਵਿੱਚ ਹੁੰਦਾ ਹੈ ਕਿਉਂਕਿ ਕਹਿੰਦੇ ਜਿਹੜੇ ਫੋਰਥ ਸੈਕਟਰ ਹੈ ਆਪਣਾ
ਫੋਰਨ ਸੈਕਟਰ ਹੈ, ਐਕਸਟਰਨਲ ਸੈਕਟਰ ਹੈ। ਤਾਂ ਇਹ ਐਕਸਟਰਨਲ ਸੈਕਟਰ ਦੇ ਵਿੱਚ ਆਪਣੀ ਜੋ ਇਨਕਮ ਹੈ ਉਹ ਜਾਂਦੀ ਹੈ ਤੇ ਉੱਥੋਂ ਇਨਕਮ ਆਉਂਦੀ ਵੀ ਹੈ, ਜਦਕਿ ਕਹਿੰਦੇ ਓਪਨ ਇਕੋਨਮੀ ਆ, ਕਲੋਜ਼ਡ ਇਕੋਨਮੀ ਦੇ ਵਿੱਚ ਆਪਣਾ ਐਕਸਟਰਨਲ ਸੈਕਟਰ ਨਹੀਂ ਸੀਗਾ, ਉੱਥੇ ਸਿਰਫ ਇੰਟਰਨਲ ਸੈਕਟਰ ਸੀਗਾ, ਡੋਮੈਸਟਿਕ ਕੰਟਰੀ ਸੀਗੀ, ਡਿਫਰੈਂਟ ਏਰੀਆਜ਼ ਸੀਗੇ, ਰੀਜਨ ਸੀਗੇ, ਠੀਕ ਹੈ, ਡਿਸਟ੍ਰਿਕਟ ਸੀਗੇ। ਲੇਕਿਨ ਹੁਣ ਕੀ ਡਿਫਰੈਂਟ ਕੰਟਰੀਜ਼ ਨੇ, ਇੱਕ ਕੰਟਰੀ ਤੋਂ ਦੂਸਰੀ ਕੰਟਰੀ ਦੇ ਨਾਲ ਐਕਸਪੋਰਟ ਇੰਪੋਰਟ, ਕਹਿੰਦੇ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਗੁੱਡਸ ਦਾ ਇੰਪੋਰਟ ਐਕਸਪੋਰਟ ਕਰਦੇ ਆ। ਇੰਪੋਰਟ ਦੇ ਬਦਲੇ ਕਹਿੰਦੇ ਆਪਣੀ ਕੰਟਰੀ ਨੂੰ ਕੀ ਮਿਲੇਗਾ, ਜਦੋਂ ਆਪਣੀ ਕੰਟਰੀ ਦੂਸਰੇ ਕੰਟਰੀ ਨੂੰ ਐਕਸਪੋਰਟ ਕਰੇਗੀ, ਐਕਸਪੋਰਟ ਦੇ ਬਦਲੇ ਕਹਿੰਦੇ ਆਪਣੀ ਕੰਟਰੀ ਨੂੰ ਰਿਸਿਪਟਸ ਮਿਲਣਗੀਆਂ, ਆਪਣੇ ਕੰਟਰੀ ਦੇ ਵਿੱਚ ਇਨਕਮ ਫਲੋ ਹੋਏਗਾ, ਇਨਕਮ ਆਏਗੀ। ਅਗਰ ਕਹਿੰਦੇ ਆਪਾਂ ਇੰਪੋਰਟ ਕਰਦੇ ਹਾਂ, ਬਾਹਰਲੇ ਗੁੱਡਸ ਨੂੰ ਆਪਣੀ ਕੰਟਰੀ ਦੇ ਵਿੱਚ ਬੁਲਾਉਂਦੇ ਆ, ਤਾਂ ਫਿਰ ਕਹਿੰਦੇ ਕੀ ਹੋਏਗਾ, ਪੇਮੈਂਟਸ ਹੋਣਗੀਆਂ ਆਪਣੇ ਕੋਲ, ਆਪਣੀ ਕੰਟਰੀ ਦੇ ਵਿੱਚੋਂ ਪੈਸਾ ਹੈ ਜੋ ਕੀ ਜਾਏਗਾ ਡਿਫਰੈਂਟ ਕੰਟਰੀਜ਼, ਫੋਰਨ ਕੰਟਰੀਜ਼ ਦੇ ਵਿੱਚ ਜਾਏਗਾ, ਜਿੱਥੋਂ ਆਪਾਂ ਗੁੱਡਸ ਨੂੰ ਕੀ ਕਰ ਰਹੇ ਆ, ਇੰਪੋਰਟ ਕਰ ਰਹੇ ਆ। ਤਦ ਕਹਿੰਦੇ ਇਹ ਇਨਫਲੋ ਐਂਡ ਆਊਟਫਲੋ ਹੋਏਗਾ ਬਿਟਵੀਨ ਦ ਡਿਫਰੈਂਟ ਕੰਟਰੀਜ਼ ਆਫ ਮਨੀ। ਤਾਂ ਤੁਸੀਂ ਦੇਖ ਸਕਦੇ ਹੋ ਓਪਨ ਇਕੋਨਮੀ ਦੇ ਵਿੱਚ ਜਿਹੜਾ ਸਰਕੂਲਰ ਫਲੋ ਆਫ ਇਨਕਮ ਹੈ ਉਹ ਕਿਸ ਤਰ੍ਹਾਂ ਹੋਏਗਾ। ਹੁਣ ਜਿਹੜੀ ਬਿਜ਼ਨਸ ਫਰਮਸ ਨੇ ਉਹ ਕੀ ਕਰਨਗੀਆਂ, ਜਦੋਂ ਵੀ ਕਹਿੰਦੇ ਪ੍ਰੋਡਕਸ਼ਨ ਕਰਨਗੀਆਂ, ਤਾਂ ਪ੍ਰੋਡਕਸ਼ਨ ਦੇ ਬਦਲੇ ਜਦੋਂ ਕਹਿੰਦੇ ਉਹ ਕੀ ਕਰਨਗੀਆਂ, ਪ੍ਰੋਡਕਸ਼ਨ ਦੇ ਬਦਲੇ ਜਦੋਂ ਉਹ ਐਕਸਪੋਰਟ ਕਰਨਗੀਆਂ, ਜੋ ਵੀ ਕਹਿੰਦੇ ਪ੍ਰੋਡਕਸ਼ਨ ਹੈ ਆਪਣੀ ਡੋਮੈਸਟਿਕ ਕੰਟਰੀ ਦੇ ਕੋਲ, ਹੁਣ ਪ੍ਰੋਡਕਸ਼ਨ ਕਰਨ ਤੋਂ ਬਾਅਦ ਜੋ ਆਪਣਾ ਹਾਊਸ ਹੋਲਡ ਸੈਕਟਰ ਹੈ ਉਹਦੇ ਨੀਡਸ ਪੂਰੀਆਂ ਹੋ ਗਈਆਂ, ਹੁਣ ਜੋ ਵੀ ਕਹਿੰਦੇ ਗੁੱਡਸ ਸਾਡੇ ਕੋਲ ਐਕਸਟਰਾ ਪਈਆਂ ਨੇ, ਆਪਾਂ ਨੇ ਉਹਨਾਂ ਨੂੰ ਕੀ ਕੀਤਾ, ਬਾਹਰ ਐਕਸਪੋਰਟ ਕੀਤਾ। ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ, ਜਦੋਂ ਬਾਹਰ ਆਪਾਂ ਐਕਸਪੋਰਟ ਕਰਾਂਗੇ ਤਾਂ ਐਕਸਪੋਰਟ ਦੇ ਬਦਲੇ ਸਾਨੂੰ ਕੀ ਮਿਲਣਗੀਆਂ, ਰਿਸਿਪਟਸ ਮਿਲਣਗੀਆਂ, ਠੀਕ ਹੈ। ਐਕਸਟਰਨਲ ਸੈਕਟਰ ਨੇ, ਜਿਵੇਂ ਕਿ ਤੁਸੀਂ ਇੱਥੇ ਜੋ ਹੈ ਆਪਣਾ ਸੈਕਿੰਡ ਜੋ ਹੈ ਡਾਇਗਰਾਮ, ਸੈਕਿੰਡ ਜੋ ਰਾਊਂਡ ਹੈ ਆਪਣਾ, ਤੁਸੀਂ ਸੈਕਿੰਡ ਰਾਊਂਡ ਦੇ ਵਿੱਚ ਦੇਖ ਸਕਦੇ ਹੋ ਐਕਸਟਰਨਲ ਸੈਕਟਰ ਤੇ ਬਿਜ਼ਨਸ ਫਰਮਸ ਦੇ ਵਿੱਚ ਸੈਕਿੰਡ ਸੈਕਟਰਸ ਦਾ ਐਰੋ ਕਿਸ ਤਰਫ ਜਾ ਰਿਹਾ, ਪ੍ਰੋਡਿਊਸਰ ਸੈਕਟਰ ਦੇ ਵਿੱਚ ਜਾ ਰਿਹਾ, ਜੋ ਕੀ ਸ਼ੋ ਕਰ ਰਿਹਾ ਕਿ ਆਪਾਂ ਨੇ ਜੋ ਵੀ ਆਪਣਾ ਐਕਸਟਰਨਲ ਸੈਕਟਰ ਹੈ ਉਹਨੇ ਪ੍ਰੋਡਿਊਸਰ ਸੈਕਟਰ ਤੋਂ ਕੀ ਕੀਤਾ, ਗੁੱਡਸ ਨੂੰ ਇੰਪੋਰਟ ਕੀਤਾ ਐਕਸਟਰਨਲ ਸੈਕਟਰ ਨੇ। ਤਾਂ ਐਕਸਟਰਨਲ ਸੈਕਟਰਸ ਜੋ ਵੀ ਕਹਿੰਦੇ ਜਦੋਂ ਗੁੱਡਸ ਸਰਵਿਸਿਜ਼ ਸਾਡੇ ਸੈਕਟਰ ਤੋਂ ਬਾਏ ਕਰੇਗਾ ਤਾਂ ਉਹਨਾਂ ਦੇ ਬਦਲੇ ਕੀ ਕਰੇਗਾ, ਸਾਨੂੰ ਪੇਮੈਂਟਸ ਕਰੇਗਾ, ਉਹ ਸਾਡੇ ਕੀ ਹੋਣਗੇ, ਰਿਸਿਪਟਸ ਹੋਣਗੇ, ਰਿਸਿਪਟਸ ਫਰੋਮ ਐਕਸਪੋਰਟਸ। ਜਦੋਂ ਅਸੀਂ ਐਕਸ ਗੁੱਡ ਨੂੰ ਐਕਸਪੋਰਟ ਕੀਤਾ ਤਾਂ ਦੂਸਰੀ ਕੰਟਰੀ ਨੇ ਸਾਨੂੰ ਕੀ ਦਿੱਤੀਆਂ, ਇਨਕਮ ਦਿੱਤੀ, ਦੈਟ ਇਜ਼ ਅ ਰਿਸਿਪਟਸ, ਠੀਕ ਹੈ, ਜੋ ਐਕਸਪੋਰਟ ਦੇ ਬਦਲੇ ਸਾਨੂੰ ਮਿਲੀਆਂ, ਜੋ ਕਿ ਸੈਕਿੰਡ ਰਾਊਂਡ ਜਿਹੜੀ ਹੈ ਆਪਣੀ ਡਾਇਗਰਾਮਸ ਉਸ ਤੋਂ ਦਿਖ ਰਹੀਆਂ ਨੇ। ਤਦ ਕਹਿੰਦੇ ਦੂਸਰਾ ਜਿਹੜਾ ਹਾਊਸ ਹੋਲਡ ਸੈਕਟਰ ਹੈ ਉਹ ਕਈ ਤਰ੍ਹਾਂ ਦੀ ਜੋ ਵੀ ਹੈ ਰਿਮਿਟੈਂਸ ਕਹਿੰਦੇ ਆਪਣੀਆਂ ਗੁੱਡਸ ਨੂੰ ਇੰਪੋਰਟ ਕਰੇਗਾ, ਠੀਕ ਹੈ, ਜਾਂ ਸਬਸਿਡੀਜ਼ ਨੇ ਉਹ ਦੇਗਾ। ਆਪਾਂ ਕੀ ਹੈ, ਜੋ ਐਕਸਟਰਨਲ ਸੈਕਟਰ ਹੈ ਉਹ ਆਪਣੇ ਡੋਮੈਸਟਿਕ ਸੈਕਟਰ ਤੋਂ, ਆਪਣੀ ਕੰਟਰੀ ਤੋਂ ਸਬਸਿਡੀਜ਼ ਲੈ ਰਿਹਾ, ਲੇਬਰ ਦੀ ਸਬਸਿਡੀਜ਼ ਲੈ ਰਿਹਾ ਜਾਂ ਕੋਈ ਟੈਕਨੋਲੋਜੀ ਯੂਜ਼ ਕਰ ਰਿਹਾ, ਤਾਂ ਉਹਦੇ ਬਦਲੇ ਸਾਨੂੰ ਕੀ ਮਿਲੇਗੀ, ਫੋਰਨ ਮਨੀ ਮਿਲੇਗੀ, ਦਿਸ ਇਜ਼ ਅ ਇਨਫਲੋ। ਐਂਡ ਉਸ ਤੋਂ ਬਾਅਦ ਜਦੋਂ ਕਹਿੰਦੇ ਆਪਣੀ ਕੰਟਰੀ ਐਕਸਟਰਨਲ ਸੈਕਟਰ ਤੋਂ ਇੰਪੋਰਟ ਕਰਦੀ ਹੋਵੇ, ਦੇਖੋ ਜਿਵੇਂ ਕਿ ਤੁਸੀਂ ਫੋਰਥ ਲਾਸਟ ਵਾਲਾ ਜੋ ਬਿਗ ਰਾਊਂਡ ਹੈ ਉਸ ਤੋਂ ਤੁਸੀਂ ਦੇਖ ਸਕਦੇ ਹੋ ਕਿ ਬਿਜ਼ਨਸ ਫਰਮਸ ਤੋਂ ਜੋ ਐਰੋ ਹੈ ਉਹ एक्सटर्नल सेक्टर के तरफ आ रहे हैं, जो कि शो कर रहा है इंपोर्ट ऑफ गुड्स की अपनी जो है प्रोड्यूसर सेक्टर उसने जो एक्सटर्नल सेक्टर है उस तो की किया गुड्स नो इंपोर्ट किया था। इंपोर्ट के बदले जो भी पैसा है वो किस तरफ जा रहा है, बिजनेस फर्म्स तो किस तरफ जा रहा है, एक्सटर्नल सेक्टर तरफ जा रहा है फोर्थ राउंड के बीच। एंड जो हाउस होल्ड सेक्टर है उसने भी की किया, गुड्स नो इंपोर्ट किया, जो भी है अपना प्रोड्यूसर्स की कर रहा ਇੰਪੋਰਟ ਕਰ ਰਿਹਾ, ਸਰਵਿਸਿਜ਼ ਨੂੰ ਵੀ ਲੈ ਰਿਹਾ, ਬਾਹਰ ਤੋਂ ਲੇਬਰ ਮੰਗਾ ਰਿਹਾ ਹੈ, ਬਾਹਰ ਤੋਂ ਗੁੱਡਸ ਮੰਗਾ ਰਿਹਾ, ਬਾਹਰ ਤੋਂ ਸਰਵਿਸਿਜ਼ ਮੰਗਾ ਰਿਹਾ, ਉਹਨਾਂ ਦੇ ਬਦਲੇ ਪੇਮੈਂਟਸ ਕਰ ਰਿਹਾ। ਐਂਡ ਉਸ ਤੋਂ ਬਾਅਦ ਹਾਊਸ ਹੋਲਡ ਸੈਕਟਰ ਕੀ ਹੈ, ਮੈਨ ਪਾਵਰ ਲੇਬਰ ਯੂਜ਼ ਕਰ ਰਿਹਾ, ਠੀਕ ਹੈ, ਬਾਹਰਲੀ, ਤੇ ਉਸ ਤੋਂ ਬਾਅਦ ਸਰਵਿਸਿਜ਼ ਲੈ ਰਿਹਾ ਹੈ, ਤਾਂ ਆਪਣੇ ਜੋ ਹੈ ਐਕਸਪੋਰਟ ਆਫ ਮੈਨ ਪਾਵਰ ਕੀ ਜਾ ਰਹੀ ਹੈ, ਐਕਸਪੋਰਟ ਹੋ ਰਿਹਾ ਹੈ ਜੋ ਐਕਸਟਰਨਲ ਸੈਕਟਰ ਦੇ ਥਰੂ, ਜਿਹਦੇ ਥਰੂ ਜਿਹੜੀਆਂ ਆਪਣੀਆਂ ਰਿਸਿਪਟਸ ਨੇ, ਆਪਣੀ ਇਨਕਮ ਹੈ ਕਿਹਦੇ ਕੋਲ ਜਾ ਰਹੀ ਹੈ, बाहर जा रही है, किसके बदले, मैन पावर के बदले, ठीक है। इस तरह जो है ये डिफरेंट सैक्टर्स के भी ਜਿਹੜਾ ਇਨਫਲੋ ਐਂਡ ਆਊਟਫਲੋ ਹੁੰਦਾ ਹੈ। ਇੱਥੇ ਤੁਹਾਨੂੰ ਮੈਂ ਹਾਊਸ ਹੋਲਡ ਤੇ ਪ੍ਰੋਡਿਊਸਰਸ ਤੇ ਸਿਰਫ ਐਕਸਟਰਨਲ ਸੈਕਟਰ ਦੀ ਗੱਲ ਕੀਤੀ ਹੈ। ਤਦ ਕਹਿੰਦੇ ਜੇਕਰ ਸਾਡੇ ਐਕਸਪੋਰਟ ਜ਼ਿਆਦਾ ਹੋਣਗੇ, ਇੰਪੋਰਟ ਘੱਟ ਹੋਣਗੇ, ਠੀਕ ਹੈ, ਤਦ ਕੀ ਹੋਏਗਾ, ਜਿਹੜਾ ਬੈਲੈਂਸ ਆਫ ਟ੍ਰੇਡ ਹੈ ਉਹ ਕੀ ਹੋਏਗਾ, फेवरेबल होएगा, मतलब साढ़े रिसिप्ट ज़्यादा होंगे तो पेमेंट्स घट होंगे। लेकिन अगर साढ़े एक्सपोर्ट घट तो इंपोर्ट ज़्यादा होंगे
ਆਊਟਫਲੋ ਜ਼ਿਆਦਾ ਹੋਏਗਾ, ਇਨਫਲੋ ਘੱਟ ਹੋਏਗਾ, ਤਦ BOP ਕੀ ਹੋਏਗਾ, ਡੈਫਿਸਿਟ ਦੇ ਵਿੱਚ ਹੋਏਗਾ, ਅਨਫੇਵਰੇਬਲ ਹੋਏਗਾ। ਤਦ ਤੁਹਾਡੇ ਸਾਡੇ ਰਿਸਿਪਟਸ ਕਾਰਡ ਤੇ ਪੇਮੈਂਟਸ ਕੀ ਹੋਣਗੀਆਂ, ਜ਼ਿਆਦਾ ਹੋਣਗੀਆਂ ਓਪਨ ਇਕੋਨਮੀ ਦੇ ਵਿੱਚ। ਦਿਸ ਇਜ਼ ਅ ਸਰਕੂਲਰ ਫਲੋ ਆਫ ਇਨਕਮ ਇਨ ਦਾ 4 ਸੈਕਟਰ ਮਾਡਲ। ਹੁਣ ਕੀ ਅੱਗੇ ਇਸ ਤੋਂ ਬਾਅਦ ਨੈਸ਼ਨਲ ਇਨਕਮ ਐਂਡ ਰਿਲੇਟਡ ਐਗਰੀਗੇਟਸ, ਕਿ ਨੈਸ਼ਨਲ ਇਨਕਮ ਨੂੰ ਆਪਾਂ ਕੀ ਕਰ ਸਕਦੇ ਹਾਂ, ਕਿੱਦਾਂ ਕੈਲਕੂਲੇਟ ਕਰ ਸਕਦੇ ਹਾਂ। ਤਾਂ ਸਭ ਤੋਂ ਪਹਿਲਾਂ ਨੈਸ਼ਨਲ ਇਨਕਮ ਹੁੰਦੀ ਕੀ ਹੈ, ਨੈਸ਼ਨਲ ਇਨਕਮ ਆਪਾਂ ਕਿਹਨੂੰ ਕਹਿੰਦੇ ਆ, ਤਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਨੈਸ਼ਨਲ ਇਨਕਮ ਦੀ ਡੈਫੀਨੇਸ਼ਨ ਦੇਖਾਂਗੇ ਆਪਾਂ ਇੱਥੇ। ਕਹਿੰਦੇ ਨੈਸ਼ਨਲ ਇਨਕਮ ਕੀ ਹੁੰਦੀ ਆ, national income refers to the aggregate income earned by the normal resident of a nation during a given period of time as a result of their production services। ਕਹਿੰਦੇ ਕਿਸੇ ਵੀ ਇੱਕ ਨੇਸ਼ਨ ਦੇ ਵਿੱਚ ਕਿਸੇ ਇੱਕ ਪਾਰਟਿਕੂਲਰ ਟਾਈਮ ਪੀਰੀਅਡ ਦੇ ਵਿੱਚ ਜਿੰਨੀ ਵੀ ਕਹਿੰਦੇ ਪ੍ਰੋਡਕਸ਼ਨ ਹੁੰਦੀ ਹੈ, ਪ੍ਰੋਡਕਟਿਵ ਸਰਵਿਸਿਜ਼ ਕੀਤੀਆਂ ਜਾਂਦੀਆਂ ਨੇ, ਤਾਂ ਉਹਨਾਂ ਦੇ ਵਿੱਚ ਜਿੰਨੀ ਵੀ ਐਗਰੀਗੇਟ ਇਨਕਮ ਇਕੱਠੀ ਹੋਏਗੀ, ਦੈਟ ਇਜ਼ ਕਾਲਡ ਨੈਸ਼ਨਲ ਇਨਕਮ। ਜਿਵੇਂ ਕਿ ਬਰੂਮੈਨ ਦੀ ਡੈਫੀਨੇਸ਼ਨ ਦਿੱਤੀ ਹੋਈ ਹੈ ਨੈਸ਼ਨਲ ਇਨਕਮ ਨੂੰ ਲੈ ਕੇ, ਨੈਸ਼ਨਲ ਪ੍ਰੋਡਕਟ ਇਜ਼ ਦਾ ਸਮ ਟੋਟਲ ਆਫ ਫਾਈਨਲ ਗੁੱਡਸ ਐਂਡ ਸਰਵਿਸਿਜ਼ ਪ੍ਰੋਡਿਊਸਡ ਬਾਈ ਲੇਬਰ ਐਂਡ ਵੈਲਥ ਆਫ ਅ ਨੇਸ਼ਨ ਡਿਊਰਿੰਗ ਅ ਪੀਰੀਅਡ ਆਫ 1 ਈਅਰ। ਕਹਿੰਦੇ ਕਿਸੇ ਵੀ ਕੰਟਰੀ ਦੇ ਵਿੱਚ ਜਦੋਂ 1 ਈਅਰ ਦੇ ਵਿੱਚ ਇੱਕ ਪਾਰਟਿਕੂਲਰ ਆਪਣੀ ਲੇਬਰ ਤੇ ਕੈਪੀਟਲ ਨੂੰ ਯੂਜ਼ ਕਰਕੇ ਜਿੰਨੀਆਂ ਵੀ ਗੁੱਡਸ ਐਂਡ ਸਰਵਿਸਿਜ਼ ਪ੍ਰੋਡਿਊਸ ਕੀਤੀਆਂ ਜਾਂਦੀਆਂ ਨੇ, ਤਾਂ ਉਹਨਾਂ ਦੀ ਜੋ ਵੈਲਿਊ ਹੁੰਦੀ ਆ, ਜੋ ਵੀ ਇਨਕਮ ਹੁੰਦੀ ਹੈ, ਡੈਟ ਇਜ਼ ਕਾਲਡ ਨੈਸ਼ਨਲ ਇਨਕਮ। ਕਹਿੰਦੇ ਕਨਸੈਪਟ ਰਿਲੇਟਿੰਗ ਟੂ ਨੈਸ਼ਨਲ ਇਨਕਮ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਕਨਸੈਪਟਸ ਨੇ ਉਹ ਆਉਂਦੇ ਨੇ ਜਦੋਂ ਆਪਾਂ ਨੈਸ਼ਨਲ ਇਨਕਮ ਨੂੰ ਕੈਲਕੂਲੇਟ ਕਰਨਾ ਹੁੰਦਾ ਹੈ। ਡੋਮੈਸਟਿਕ ਟੈਰੀਟਰੀ ਆਫ ਅ ਕੰਟਰੀ, ਆਪਣੀ ਕੰਟਰੀ ਦੇ ਵਿੱਚ ਜਿੰਨੀ ਵੀ ਪ੍ਰੋਡਕਸ਼ਨ ਹੁੰਦੀ ਹੈ ਇੱਕ ਏਰੀਆ ਦੇ ਅੰਦਰ, ਆਪਣੀ ਟੈਰੀਟਰੀ ਦੇ ਅੰਦਰ, ਉਸ ਨੂੰ ਕੈਲਕੂਲੇਟ ਕੀਤਾ ਜਾਂਦਾ ਹੈ। ਨਾਰਮਲ ਰੈਜ਼ੀਡੈਂਟ ਆਫ ਅ ਕੰਟਰੀ, ਜੋ ਆਪਣੀ ਕੰਟਰੀ ਦੇ ਵਿੱਚ ਨਾਰਮਲ ਰਹਿ ਰਿਹਾ ਹੈ, ਠੀਕ ਹੈ, ਉਸ ਦੀ ਇਨਕਮ ਨੂੰ ਲਿਆ ਜਾਂਦਾ ਹੈ। ਡੈਪਰੀਸੀਏਸ਼ਨ ਔਰ ਕੰਜ਼ੰਪਸ਼ਨ ਆਫ ਫਿਕਸਡ ਕੈਪੀਟਲ, ਜੋ ਵੀ ਆਪਣੀ ਡੈਪਰੀਸੀਏਸ਼ਨ ਹੁੰਦੀ ਹੈ ਜਿਹਦੇ ਵਿੱਚ ਨਾਰਮਲ ਵੀਅਰ ਐਂਡ ਟੀਅਰ ਆਉਂਦੇ ਨੇ, ਫੋਰਸ ਐਬਸੋਲੈਂਸ ਆਉਂਦੀ ਹੈ, ਐਂਡ ਨਾਰਮਲ ਰੇਟ ਆਫ ਐਕਸੀਡੈਂਟਲ ਡੈਮੇजेस ਹੁੰਦੇ ਨੇ, ਜੋ ਵੀ ਘਿਸਾਵਟ ਹੁੰਦੀ ਹੈ, ਕਹਿੰਦੇ ਉਹ ਡੈਪਰੀਸੀਏਸ਼ਨ ਨੂੰ ਮਾਈਨਸ ਕੀਤਾ ਜਾਂਦਾ ਹੈ। ਗ੍ਰੋਸ ਪ੍ਰੋਡਕਟ ਨੂੰ ਲਿੱਤਾ ਜਾਂਦਾ ਹੈ ਤੇ ਨੈਟ ਪ੍ਰੋਡਕਟ ਨੂੰ ਲਿੱਤਾ ਜਾਂਦਾ ਹੈ। ਮਾਰਕੀਟ ਪ੍ਰਾਈਸਿਸ ਵਰਸਸ ਫੈਕਟਰ ਪ੍ਰਾਈਸਿਸ ਨੂੰ ਦੇਖਿਆ ਜਾਂਦਾ ਹੈ। ਸਬਸਿਡੀਜ਼ ਨੂੰ ਦੇਖਿਆ ਜਾਂਦਾ ਹੈ। ਨੈਟ ਇਨਕਮ ਫਰੋਮ ਅਬਰੋਡ ਦੇਖਿਆ ਜਾਂਦਾ ਹੈ ਕਿ ਅਬਰੋਡ ਤੋਂ ਸਾਨੂੰ ਕਿੰਨੇ ਇੰਪੋਰਟ ਐਕਸਪੋਰਟ ਆਏ, ਤੇ ਐਕਸਪੋਰਟਸ ਦੇ ਵਿੱਚ ਜਦੋਂ ਇੰਪੋਰਟ ਮਾਈਨਸ ਕੀਤੇ ਸੀ ਤਾਂ ਕਿੰਨੀ ਨੈਟ ਇਨਕਮ ਸਾਨੂੰ ਮਿਲੀ। ਡੋਮੈਸਟਿਕ ਪ੍ਰੋਡਕਟ ਵਰਸਸ ਨੈਸ਼ਨਲ ਪ੍ਰੋਡਕਟ ਦੇਖਿਆ ਜਾਂਦਾ ਹੈ ਕਿ ਡੋਮੈਸਟਿਕ ਪ੍ਰੋਡਕਟ ਦੀ ਵੈਲਿਊ ਕਿੰਨੀ ਹੈ, ਨੈਸ਼ਨਲ ਪ੍ਰੋਡਕਟ ਦੀ ਵੈਲਿਊ ਕਿੰਨੀ ਹੈ। ਸੋਸ਼ਲ ਜਿਹੜੀ ਸਿਕਿਉਰਿਟੀ ਕੰਟਰੀਬਿਊਟਸ ਨੇ ਉਹ ਚੈੱਕ ਕੀਤੇ ਜਾਂਦੇ ਨੇ। ਇੰਟਰਸਟ ਔਨ ਨੈਸ਼ਨਲ ਡੈਪਟ ਦੇਖਿਆ ਜਾਂਦਾ ਹੈ। ਫੈਕਟਰ ਇਨਕਮ ਐਂਡ ਟ੍ਰਾਂਸਫਰ ਇਨਕਮ ਦੇਖਿਆ ਜਾਂਦਾ ਹੈ। ਕਹਿੰਦੇ ਰਿਲੇਟਡ ਜਿਹੜੇ ਐਗਰੀਮੈਂਟਸ ਨੇ, ਐਗਰੀਗੇਟਸ ਨੇ ਨੈਸ਼ਨਲ ਇਨਕਮ ਦੇ, ਉਹ ਕੀ ਹੁੰਦੇ ਨੇ। ਸਭ ਤੋਂ ਪਹਿਲਾਂ ਹੈ ਆਪਣਾ GDP ਐਟ ਮਾਰਕੀਟ ਪ੍ਰਾਈਸ। ਵਾਟ ਇਜ਼ ਦ ਫੁੱਲ ਫਾਰਮ ਆਫ GDP, ਤੁਹਾਨੂੰ ਇਹ ਸ਼ਾਰਟ ਵਿੱਚ ਕੁਐਸਚਨ ਆ ਸਕਦਾ ਹੈ। GDP ਦਾ ਮਤਲਬ ਹੁੰਦਾ ਹੈ ਗ੍ਰੋਸ ਡੋਮੈਸਟਿਕ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ। ਜੋ ਫਰਸਟ ਹੈ ਆਪਣਾ ਗ੍ਰੋਸ ਡੋਮੈਸਟਿਕ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ, ਕਹਿੰਦੇ ਕਿੱਦਾਂ ਜਿਹੜੀ ਗ੍ਰੋਸ ਡੋਮੈਸਟਿਕ ਪ੍ਰੋਡਕਟ ਹੈ ਆਪਣੀ ਕੈਲਕੂਲੇਟ ਕੀਤੀ ਜਾਂਦੀ ਹੈ ਮਾਰਕੀਟ ਪ੍ਰਾਈਸਿਸ ਤੇ। ਇਹ ਹੁੰਦੀ ਕੀ ਆ, gross domestic product refers to the market value of the final goods and services produced within the domestic boundaries of a country during a period of 1 year। ਕਹਿੰਦੇ 1 year ਦੇ ਵਿੱਚ ਜਿੰਨੀਆਂ ਵੀ goods and services produce ਕੀਤੀਆਂ ਜਾਂਦੀਆਂ ਨੇ, ਪ੍ਰੋਡਕਸ਼ਨ ਤੋਂ ਬਾਅਦ ਜਿੰਨੀ ਉਹਨਾਂ ਦੀ ਐਕਚੁਅਲ ਦੇ ਵਿੱਚ ਵੈਲਿਊ ਹੁੰਦੀ ਆ, ਠੀਕ ਹੈ, ਉਸ ਵੈਲਿਊ ਨੂੰ ਆਪਾਂ ਜਦੋਂ ਕੈਲਕੂਲੇਟ ਕਰਦੇ ਹਾਂ, ਦੈਟ ਇਜ਼ ਕਾਲਡ ਗ੍ਰੋਸ ਡੋਮੈਸਟਿਕ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ। ਜਦੋਂ ਮਾਰਕੀਟ ਦੇ ਵਿੱਚ ਆਪਾਂ ਸੇਲ ਕਰਦੇ ਹਾਂ ਸਾਰੀ ਤਰ੍ਹਾਂ ਦੀ ਗੁੱਡਸ ਐਂਡ ਸਰਵਿਸਿਜ਼ ਨੂੰ, ਤਾਂ ਉਹਨਾਂ ਦੇ ਬਦਲੇ ਆਪਾਂ ਨੂੰ ਕੀ ਮਿਲਦੀ ਹੈ, ਪ੍ਰਾਈਸ ਮਿਲਦੀ ਹੈ। ਤਾਂ ਉਹ ਪ੍ਰਾਈਸ ਆਪਣੀ ਕੀ ਹੁੰਦੀ ਹੈ, ਇਨਕਮ ਹੁੰਦੀ ਹੈ। ਜਦੋਂ ਉਸ ਪ੍ਰਾਈਸ ਨੂੰ ਆਪਾਂ ਇਕੱਠਾ ਕਰਾਂਗੇ ਸਾਰੀਆਂ ਗੁੱਡਸ ਦੀ ਨੂੰ ਤੇ ਸਰਵਿਸਿਜ਼ ਦੇ ਨੂੰ, ਤਾਂ ਉਹ ਕੀ ਹੋਏਗੀ, ਸਾਡੀ ਗ੍ਰੋਸ ਡੋਮੈਸਟਿਕ ਪ੍ਰੋਡਕਟ ਹੋਏਗੀ। ਤਾਂ ਇਹਦੇ ਵਿੱਚ ਡਰਨਬਰਗ ਦੀ ਡੈਫੀਨੇਸ਼ਨ ਹੈ, ਗ੍ਰੋਸ ਡੋਮੈਸਟਿਕ ਪ੍ਰੋਡਕਟ ਐਟ ਮਾਰਕੀਟ ਪ੍ਰਾਈਸਿਸ ਇਜ਼ ਦਾ ਡਿਫਾਈਨਡ ਐਜ਼ ਦਾ ਮਾਰਕੀਟ ਵੈਲਿਊ ਆਫ ਦਾ ਆਊਟਪੁੱਟ ਆਫ ਫਾਈਨਲ ਗੁੱਡਸ ਐਂਡ ਸਰਵਿਸਿਜ਼ ਪ੍ਰੋਡਿਊਸ ਇਨ ਦਾ ਡੋਮੈਸਟਿਕ ਟੈਰੀਟਰੀ ਆਫ ਅ ਕੰਟਰੀ ਡਿਊਰਿੰਗ ਐਨ ਅਕਾਊਂਟਿੰਗ ਈਅਰ। GDP ਆਪਾਂ ਕਿੱਦਾਂ ਕੱਢ ਸਕਦੇ ਹਾਂ, GDP ਆਪਾਂ ਕੱਢ ਸਕਦੇ ਹਾਂ GDP ਇਕੁਅਲ ਟੂ ਜਿੰਨੀ ਵੀ ਆਪਣੀ ਪ੍ਰੋਡਕਸ਼ਨ ਹੋਈ ਹੈ ਕੁਆਂਟਿਟੀ ਇਨਟੂ ਪ੍ਰਾਈਸ। ਜਦੋਂ ਆਪਾਂ ਸਾਰੀਆਂ ਕੁਆਂਟੀਟੀਜ਼ ਜੋ ਵੀ ਪ੍ਰੋਡਕਸ਼ਨ ਹੋਈ, ਜਿਵੇਂ ਕਿ ਮੰਨ ਲਓ ਆਪਣੇ ਜੋ ਕੰਟਰੀ ਹੈ ਉਹਦੇ ਵਿੱਚ 2000 ਗੁੱਡਸ ਦੀ ਕੀ ਹੋਈ ਆ, ਪ੍ਰੋਡਕਸ਼ਨ ਹੋਈ ਆ।
2000 ਗੁੱਡਸ ਦੀ ਆਪਣੇ ਕੰਟਰੀ ਦੇ ਵਿੱਚ ਪ੍ਰੋਡਕਸ਼ਨ ਹੋਈ ਹੈ ਟੋਟਲ 2000 ਗੁੱਡਸ ਦੀ, ਤਾਂ ਉਹ ਗੁੱਡਸ ਦਾ ਇੱਕ ਗੁੱਡ ਦਾ ਪ੍ਰਾਈਸ ਕਿੰਨਾ ਹੈ, ਜਿਵੇਂ ਕਿ ਗੁੱਡ ਦਾ 10 ਪ੍ਰਾਈਸ ਹੈ, ਤਾਂ ਆਪਾਂ ਜਦੋਂ 2000 ਗੁੱਡਸ ਨੂੰ 10 ਨਾਲ ਮਲਟੀਪਲਾਈ ਕਰਾਂਗੇ ਤਾਂ ਆਪਣੇ ਕੋਲ ਜੋ ਵੀ ਕੈਲਕੂਲੇਸ਼ਨ ਆ ਜਾਏਗੀ, ਦਿਸ ਇਜ਼ ਕਾਲਡ ਗ੍ਰੋਸ ਡੋਮੈਸਟਿਕ ਪ੍ਰੋਡਕਟ। ਤਾਂ ਇਹਨੂੰ ਕੈਲਕੂਲੇਟ ਕਰ ਸਕਦੇ ਹਾਂ ਅਸੀਂ GDP ਇਜ਼ ਇਕੁਅਲ ਟੂ P ਇੰਟੂ Q, ਕਿਉਂਕਿ ਇਹ ਪ੍ਰਾਈਸ ਮਾਰਕੀਟ ਪ੍ਰਾਈਸ ਤੇ ਆਪਾਂ ਨੇ ਟੋਟਲ ਜਿਹੜੀ ਹੈ ਪ੍ਰੋਡਕਟ ਹੈ ਉਹਨੂੰ ਦੇਖਣਾ ਹੈ, GDP ਨੂੰ ਦੇਖਣਾ ਹੈ, ਤਾਂ ਇਹਨੂੰ P ਇੰਟੂ Q, P is a price and Q is a quantity। ਜਦੋਂ ਟੋਟਲ ਜਿਹੜੇ ਕੁਆਂਟੀਟੀਜ਼ ਨੇ ਆਪਣੇ ਗੁੱਡਸ ਐਂਡ ਸਰਵਿਸਿਜ਼ ਪ੍ਰੋਡਿਊਸ ਹੋਈਆਂ ਨੇ ਉਹਨਾਂ ਨੂੰ ਆਪਾਂ ਪ੍ਰਾਈਸ ਨਾਲ ਮਲਟੀਪਲਾਈ ਕਰ ਦਾਂਗੇ, ਤਾਂ ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ ਹੈ ਜਿਹੜੀ ਮਾਰਕੀਟ ਪ੍ਰਾਈਸ ਤੇ ਉਹ ਕੈਲਕੂਲੇਟ ਹੋ ਜਾਏਗੀ। ਇਹਦੇ ਵਿੱਚ ਫਾਈਨਲ ਗੁੱਡਸ ਐਂਡ ਸਰਵਿਸਿਜ਼ ਨੂੰ ਲਿਆ ਜਾਂਦਾ ਹੈ, ਠੀਕ ਹੈ। ਸੈਕਿੰਡ ਹੈਂਡ ਜਿਹੜੀਆਂ ਗੁੱਡਸ ਨੇ ਉਹਨਾਂ ਨੂੰ ਕੈਲਕੂਲੇਟ ਨਹੀਂ ਕੀਤਾ ਜਾਂਦਾ, ਇਸ ਦੇ ਵਿੱਚ ਸਿਰਫ ਜਿਹੜੀਆਂ ਫਸਟ ਹੈਂਡ ਗੁੱਡਸ ਨੇ ਉਹਨਾਂ ਨੂੰ ਹੀ ਕੈਲਕੂਲੇਟ ਕੀਤਾ ਜਾਂਦਾ ਹੈ। ਤੇ ਉਸ ਤੋਂ ਬਾਅਦ ਦੇਖੋ ਗ੍ਰੋਸ ਨੈਸ਼ਨਲ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ, ਗ੍ਰੋਸ ਨੈਸ਼ਨਲ ਪ੍ਰੋਡਕਟਸ, ਤਾਂ ਇਹਦਾ ਕੀ ਮਤਲਬ ਹੈ, ਗ੍ਰੋਸ ਨੈਸ਼ਨਲ ਪ੍ਰੋਡਕਟ ਇਜ਼ ਅ broader concept than the gross domestic product। Gross national product is the aggregate of the market value of all final goods and services produced in any given period, usually in and including net factor income earned from the abroad। ਹੁਣ ਨੈਸ਼ਨਲ ਇਨਕਮ ਦੀ ਗੱਲ ਕੀਤੀ ਗਈ ਆ, ਅਗਰ ਡੋਮੈਸਟਿਕ ਇਨਕਮ ਦੀ ਗੱਲ ਕੀਤੀ ਗਈ ਸੀ, GDP ਦੀ ਗੱਲ ਕੀਤੀ ਗਈ ਸੀ, ਤਾਂ ਸਾਡੇ ਹੀ ਕੰਟਰੀ ਦੇ ਵਿੱਚ ਡੋਮੈਸਟਿਕ ਏਰੀਆ ਦੇ ਵਿੱਚ ਵੀ ਅੰਦਰ ਕਿੰਨੀ ਇਨਕਮ ਆ ਜਿਹੜੀ ਉਹ ਜਨਰੇਟ ਹੋ ਰਹੀ ਆ। ਹੁਣ ਗ੍ਰੋਸ ਨੈਸ਼ਨਲ ਗ੍ਰੋਸ ਦਾ ਮਤਲਬ ਟੋਟਲ ਨੈਸ਼ਨਲ ਪ੍ਰੋਡਕਟ ਦੀ ਗੱਲ ਕੀਤੀ ਗਈ ਆ, ਤਾਂ ਇਹਦੇ ਵਿੱਚ ਇੱਕ ਤਾਂ ਆਪਣੀ ਕੰਟਰੀ ਤੇ ਦੂਸਰੀ ਕਿ ਸਾਨੂੰ ਦੂਸਰੀ ਕੰਟਰੀ ਤੋਂ ਕਿੰਨੀ ਇਨਕਮ ਆ ਰਹੀ ਹੈ, ਇਨਕਮ ਫਰੋਮ ਐਬਰੋਡ। ਉਹਨੂੰ ਆਪਾਂ ਜਦੋਂ ਕੈਲਕੂਲੇਟ ਕਰਾਂਗੇ ਉਹਦਾ ਪਲੱਸ ਕਰਾਂਗੇ ਤਾਂ ਜਿਹੜੀ ਸਾਡੀ GNP ਆ ਗ੍ਰੋਸ ਨੈਸ਼ਨਲ ਪ੍ਰੋਡਕਟ ਆ ਉਹ ਸਾਡੀ ਕੀ ਹੋ ਜਾਏਗੀ, ਨਿਕਲ ਆਏਗੀ। ਤਾਂ ਗ੍ਰੋਸ ਨੈਸ਼ਨਲ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ ਆਪਾਂ ਕਿੱਦਾਂ ਕੈਲਕੂਲੇਟ ਕਰ ਸਕਦੇ ਹਾਂ, ਤਾਂ ਆਪਾਂ ਸਭ ਤੋਂ ਪਹਿਲਾਂ ਲਵਾਂਗੇ GDP ਗ੍ਰੋਸ ਡੋਮੈਸਟਿਕ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ, ਆਪਣੀ ਡੋਮੈਸਟਿਕ ਕੰਟਰੀ ਦੇ ਵਿੱਚ ਕਿੰਨੀ ਪ੍ਰੋਡਕਸ਼ਨ ਹੋ ਰਹੀ ਹੈ, ਪਲੱਸ ਇਨਕਮ ਨੈਟ ਇਨਕਮ ਫਰੋਮ ਐਬਰੋਡ, ਜੋ ਨੈਟ ਫੈਕਟਰ ਇਨਕਮ ਸਾਨੂੰ ਐਬਰੋਡ ਤੋਂ ਮਿਲ ਰਹੀ ਆ, ਉਹਨੂੰ ਪਲੱਸ ਕਰਾਂਗੇ ਤਾਂ ਸਾਡੀ ਜਿਹੜੀ GNP ਆ ਗ੍ਰੋਸ ਨੈਸ਼ਨਲ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ ਉਹ ਕੈਲਕੂਲੇਟ ਹੋ ਜਾਏਗੀ। ਉਸ ਤੋਂ ਬਾਅਦ ਥਰਡ ਹੈ ਨੈਟ ਨੈਸ਼ਨਲ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ। ਨੈਟ ਨੈਸ਼ਨਲ ਪ੍ਰੋਡਕਟਸ ਦੇ ਵਿੱਚ ਕੀ ਆਉਂਦਾ, ਨੈਟ ਦਾ ਮਤਲਬ ਜਿਹਦੇ ਵਿੱਚੋਂ ਆਪਾਂ ਕੀ ਕਰਾਂਗੇ, ਡੈਪਰੀਸੀਏਸ਼ਨ ਵਗੈਰਾ ਮਾਈਨਸ ਕਰਾਂਗੇ, ਜੋ ਵੀ ਗਿਸਾਵਟ ਹੈ, ਵੀਅਰ ਐਂਡ ਟੀਅਰ ਹੈ, ਡੈਮੇजेस ਹੈ, ਠੀਕ ਹੈ, ਸਾਡੀ ਮਸ਼ੀਨਰੀ ਦੀ ਵਗੈਰਾ ਦੇ ਵਿੱਚ ਹੋ ਰਹੇ ਜੋ ਵੀ ਖਰਚੇ ਹੋ ਰਹੇ ਨੇ ਉਹਨੂੰ ਮਾਈਨਸ ਕਰਾਂਗੇ, ਤਾਂ ਨੈਟ ਨੈਸ਼ਨਲ ਜਿਹੜੀ ਸਾਡੀ ਪ੍ਰੋਡਕਟ ਹੈ ਮਾਰਕੀਟ ਪ੍ਰਾਈਸ ਤੇ ਉਹ ਕੈਲਕੂਲੇਟ ਹੋ ਜਾਏਗੀ। ਤਾਂ ਆਪਾਂ ਕਹਿ ਸਕਦੇ ਹਾਂ ਕਿ ਨੈਟ ਨੈਸ਼ਨਲ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ ਇਜ਼ ਦਾ ਮਾਰਕੀਟ ਵੈਲਿਊ ਆਫ ਦਾ ਫਾਈਨਲ ਗੁੱਡਸ ਐਂਡ ਸਰਵਿਸਿਜ਼ produced within the domestic territory of a country during the period of an accounting year, exclusive of depreciation and inclusive of income from abroad। ਕਹਿੰਦੇ ਜਦੋਂ ਅਸੀਂ GDP ਦੇ ਵਿੱਚ ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ ਦੇ ਵਿੱਚ ਨੈਸ਼ਨਲ ਜਿਹੜੀ ਇਨਕਮ ਹੈ ਫਰੋਮ ਐਬਰੋਡ, ਇਨਕਮ ਫਰੋਮ ਐਬਰੋਡ ਪਲੱਸ ਕਰਾਂਗੇ ਸਾਡਾ GNP ਨਿਕਲ ਆਏਗਾ। ਹੁਣ ਆਪਣੇ ਨੈਟ ਕੱਢਣਾ ਹੈ ਤਾਂ ਨੈਟ ਕੱਢਣ ਦੇ ਲਈ ਆਪਾਂ GNP ਦੇ ਵਿੱਚੋਂ ਕੀ ਕਰ ਦਾਂਗੇ, ਮਾਈਨਸ ਕਰ ਦੇਵਾਂਗੇ ਡੈਪਰੀਸੀਏਸ਼ਨ। ਜਦੋਂ ਆਪਾਂ GNP ਗ੍ਰੋਸ ਨੈਸ਼ਨਲ ਪ੍ਰੋਡਕਟ ਦੇ ਵਿੱਚੋਂ ਮਾਈਨਸ ਕਰਾਂਗੇ ਡੈਪਰੀਸੀਏਸ਼ਨ ਤਾਂ ਸਾਡੀ ਜਿਹੜੀ ਨੈਟ ਨੈਸ਼ਨਲ ਪ੍ਰੋਡਕਟ ਹੈ ਉਹ ਸਾਡੀ ਕੈਲਕੂਲੇਟ ਹੋ ਜਾਏਗੀ, ਠੀਕ ਹੈ। ਤਾਂ ਇਹਨੂੰ ਕੈਲਕੂਲੇਟ ਕਰਨ ਦਾ ਫਾਰਮੂਲਾ ਕੀ ਹੈ, ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ GDP ਮਾਈਨਸ ਡੈਪਰੀਸੀਏਸ਼ਨ ਪਲੱਸ ਨੈਟ ਫੈਕਟਰ ਇਨਕਮ ਫਰੋਮ ਐਬਰੋਡ। ਤੇ ਉਸ ਤੋਂ ਬਾਅਦ ਹੈ ਸਾਡਾ फोर्थ NDP। NDP मीन्स नैट डोमैस्टिक प्रोडक्ट एट मार्केट प्राइस। नैट पहले तो अपने देखे सी ग्रॉस डोमैस्टिक प्रोडक्ट एट मार्केट प्राइस, हुण अपने देखिया नैट डोमैस्टिक प्रोडक्ट। ग्रॉस का मतलब है टोटल, जिहदे विच डेप्रीसीएशन की हुंदी है, जो कि हिसाब है वियर एंड टीयर है प्लस हुंदा, ठीक है, अपनी कंट्री के अंदर। लेकिन जो नैट डोमैस्टिक प्रोडक्ट करनी है तो ਉਹਦੇ ਵਿੱਚ ਸਾਡੇ ਉੱਪਰਲੇ ਖਰਚ ਨੇ ਵਿਅਰ ਐਂਡ ਟੀਅਰ ਦੇ ਉਹ ਸਾਰੇ ਕੀ ਹੁੰਦੇ ਨੇ ਮਾਈਨਸ। ਜਦੋਂ ਅਸੀਂ ਗ੍ਰੋਸ ਡੋਮੈਸਟਿਕ ਪ੍ਰੋਡਕਟ ਦੇ ਵਿੱਚੋਂ ਜਿਹੜੀ ਹੈ ਡੈਪਰੀਸੀਏਸ਼ਨ ਨੂੰ ਮਾਈਨਸ ਕਰਾਂਗੇ ਤਾਂ ਸਾਡੀ ਨੈਟ ਡੋਮੈਸਟਿਕ ਪ੍ਰੋਡਕਟ ਐਟ ਮਾਰਕੀਟ ਪ੍ਰਾइस कैलकुलेट हो जाएगी। दैन फिर NDP MP मार्केट प्राइस ਨੂੰ ਕੈਲਕੂਲੇਟ ਕਰਨ ਦਾ ਫਾਰਮੂਲਾ ਕੀ ਹੈ, GDP ਮਾਈਨਸ ਡੈਪਰੀਸੀਏਸ਼ਨ। ਗ੍ਰੋਸ ਡੋਮੈਸਟਿਕ ਪ੍ਰੋਡਕਟ ਦੇ ਵਿੱਚੋਂ ਡੈਪਰੀਸੀਏਸ਼ਨ ਕਰਾਂਗੇ ਮਾਈਨਸ, ਤਦ ਨਿਕਲੇਗੀ ਸਾਡੀ NDP ਐਟ ਮਾਰਕੀਟ ਪ੍ਰਾइस। ਤੇ ਇਸ ਤੋਂ ਬਾਅਦ ਫਿਫਥ ਹੈ ਸਾਡਾ
जीडीपी ग्रॉस ਡੋਮੈਸਟਿਕ ਪ੍ਰੋਡਕਟ ਐਟ ਫੈਕਟਰ ਪ੍ਰਾਈਸ। ਪਹਿਲਾਂ ਤਾਂ ਸੀਗਾ ਆਪਣਾ ਮਾਰਕੀਟ ਪ੍ਰਾਈਸ ਕਿ ਮਾਰਕੀਟ ਦੇ ਵਿੱਚ ਗੁੱਡਸ ਐਂਡ ਸਰਵਿਸਿਜ਼ ਦੀ ਐਕਚੁਅਲ ਵੈਲਿਊ ਕੀ ਹੈ, ਪ੍ਰਾਈਸ ਦੇ ਥਰੂ ਸਾਨੂੰ ਕਿੰਨੀ ਇਨਕਮ ਜਨਰੇਟ ਹੋ ਰਹੀ ਹੈ, ਕਿੰਨੀ ਵੈਲਿਊ ਮਿਲ ਰਹੀ ਹੈ ਪ੍ਰਾਈਸ ਦੇ ਥਰੂ। ਐਂਡ ਫੈਕਟਰ ਪ੍ਰਾਈਸ ਦੀ ਗੱਲ ਕੀਤੀ ਹੈ, ਫੈਕਟਰ ਕਾਸਟ ਦੀ ਗੱਲ ਕੀਤੀ ਹੈ ਕਿ ਜਦੋਂ ਆਪਾਂ ਜਿੰਨੀ ਵੀ ਗੁੱਡਸ ਐਂਡ ਸਰਵਿਸਿਜ਼ ਦੀ ਪ੍ਰੋਡਕਸ਼ਨ ਕਰਦੇ ਹਾਂ ਤਾਂ ਉਹ ਪ੍ਰੋਡਕਸ਼ਨ ਦੇ ਵਿੱਚ ਜਿੰਨੇ ਵੀ ਅਸੀਂ ਫੈਕਟਰ ਆਫ ਜਿਹੜੇ ਫੈਕਟਰ ਆਫ ਪ੍ਰੋਡਕਸ਼ਨਸ ਯੂਜ਼ ਕਰਦੇ ਆ, ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੀਨਿਓਰਸ, ਉਹਨਾਂ ਤੇ ਕਿੰਨੀ ਕਾਸਟ ਆਉਂਦੀ ਆ। ਜਦੋਂ ਆਪਾਂ ਉਸ ਨੂੰ ਕੈਲਕੂਲੇਟ ਕਰਾਂਗੇ, ਉਹਦੇ ਪੇਮੈਂਟਸ ਨੂੰ ਦੇਖਾਂਗੇ ਤਾਂ ਸਾਡੀ ਜਿਹੜੀ ਜੀਡੀਪੀ, ਜੀਐਨਪੀ ਐਂਡ ਐਨਪੀ ਐਂਡ ਐਨਐਨਪੀ ਨਿਕਲ ਆਏਗੀ ਜਦੋਂ ਫੈਕਟਰ ਕਾਸਟ ਨੂੰ ਕੈਲਕੂਲੇਟ ਕਰਾਂਗੇ। then net domestic product at factor cost ਕੀ ਹੁੰਦੀ ਆ? in every economy production in an accounting year is the outcome of factor of production। ਪ੍ਰੋਡਕਸ਼ਨ ਦੇ ਥਰੂ ਕੀ ਕਰਦੇ ਆ ਆਪਾਂ, ਜਿਹੜੀ ਆਊਟਕਮਸ ਨੇ ਫੈਕਟਰ ਆਫ ਪ੍ਰੋਡਕਸ਼ਨ ਦੇ ਉਹ ਸਾਨੂੰ ਮਿਲਦੀਆਂ ਨੇ। ਆਊਟਕਮਸ ਮਤਲਬ ਜੋ ਵੀ ਸਾਡੀ ਇਨਕਮ ਹੈ ਫੈਕਟਰ ਆਫ ਪ੍ਰੋਡਕਸ਼ਨ ਦੇ ਥਰੂ ਲੈਂਡ, ਲੇਬਰ, ਕੈਪੀਟਲਸ ਨੂੰ ਜਾਂਦੀ ਆ, ਵੇਜਿਸ ਦੇ ਥਰੂ, ਰੈਂਟ ਦੇ ਥਰੂ, ਠੀਕ ਹੈ। ਦਾ ਪ੍ਰਾਈਸ ਕਹਿੰਦੇ ਪੇਡ ਹੁੰਦਾ ਹੈ ਕਿਹਦੇ ਥਰੂ? ਪ੍ਰੋਡਿਊਸਰ ਸੈਕਟਰਸ ਦੇ ਥਰੂ। ਕਹਿੰਦੇ ਇਹਨੂੰ ਕੀ ਬੋਲਦੇ ਆਪਾਂ? ਫੈਕਟਰ ਕਾਸਟ ਬੋਲਦੇ ਆ। ਤਦ ਕਹਿੰਦੇ ਇਹਦੀ ਡੈਫੀਨੇਸ਼ਨ ਕੀ ਹੈ? ਦਾ ਨੈਟ ਡੋਮੈਸਟਿਕ ਪ੍ਰੋਡਕਟ ਐਟ ਫੈਕਟਰ ਕਾਸਟ ਇਜ਼ ਦ ਸਮ ਆਫ ਨੈਟ ਵੈਲਿਊਜ਼ ਐਡਡ ਬਾਈ ਆਲ ਦਾ ਪ੍ਰੋਡਿਊਸਰਸ ਇਨ ਦ ਡੋਮੈਸਟਿਕ ਟੈਰੀਟਰੀ ਆਫ ਅ ਕੰਟਰੀ ਡਿਊਰਿੰਗ ਐਨ ਅਕਾਊਂਟਿੰਗ ਈਅਰ। ਕਿ ਇੱਕ ਅਕਾਊਂਟਿੰਗ ਈਅਰ ਦੇ ਵਿੱਚ ਪ੍ਰੋਡਿਊਸਰਸ ਦੇ ਥਰੂ ਕਿੰਨੀ ਜਿਹੜੀ ਆਪਣੀ ਹੈ ਫੈਕਟਰ ਕਾਸਟ ਉਹਦੀ ਪੇਮੈਂਟ ਕੀਤੀ ਜਾਂਦੀ ਆ। ਤਾਂ ਕੰਪੋਨੈਂਟਸ ਆਫ ਨੈਟ ਡੋਮੈਸਟਿਕ ਪ੍ਰੋਡਕਟ ਔਰ ਨੈਟ ਡੋਮੈਸਟਿਕ ਇਨਕਮ ਦੇ ਜਿਹੜੇ ਐਟ ਫੈਕਟਰ ਪ੍ਰਾਈਸ ਦੇ ਕੰਪੋਨੈਂਟਸ ਹੁੰਦੇ ਨੇ ਉਹ ਕੀ ਹੁੰਦੇ ਨੇ? ਗ੍ਰੋਸ ਡੋਮੈਸਟਿਕ ਪ੍ਰੋਡਕਟਸ ਦੇ ਵਿੱਚ ਕੀ ਆ ਜਾਂਦਾ ਸਾਡਾ? ਟੋਟਲ ਜੋ ਹੈ ਫੈਕਟਰ ਕਾਸਟ ਜੋ ਆਪਣੀ ਪ੍ਰੋਵਾਈਡ ਕੀਤੀ ਜਾਂਦੀ ਹੈ ਗ੍ਰੋਸ ਡੋਮੈਸਟਿਕ ਪ੍ਰੋਡਕਟ ਐਟ ਫੈਕਟਰ ਪ੍ਰਾਈਸ, ਜਿਹਦੇ ਵਿੱਚ ਆਲ ਜਿਹੜੇ ਗੁੱਡਸ ਐਂਡ ਸਰਵਿਸਿਜ਼ ਨੇ ਉਹਨਾਂ ਦੀ ਪ੍ਰੋਡਕਸ਼ਨ ਕਰਦੇ ਟਾਈਮ ਜੋ ਵੀ ਫੈਕਟਰ ਕਾਸਟ ਪੇ ਕੀਤੀ ਜਾਂਦੀ ਆ। ਤਾਂ ਇਹਦੇ ਵਿੱਚ ਕੀ ਹੁੰਦਾ? ਗ੍ਰੋਸ ਡੋਮੈਸਟਿਕ ਪ੍ਰੋਡਕਟ ਐਟ ਫੈਕਟਰ ਕਾਸਟ ਔਰ ਗ੍ਰੋਸ ਡੋਮੈਸਟਿਕ ਇਨਕਮ ਇਨ ਦਾ ਸਮ ਟੋਟਲ ਆਫ ਫੈਕਟਰ। ਇਹਦੇ ਵਿੱਚ ਸਮ ਟੋਟਲ ਆਫ ਫੈਕਟਰਸ ਹੁੰਦਾ, ਜਿਵੇਂ ਕਿ ਰੈਂਟ, ਵੇਜਿਸ, ਪ੍ਰੋਫਿਟ ਤੇ ਇੰਟਰਸਟ, ਜਿਹੜੀਆਂ ਸਾਰੀਆਂ ਪੇਮੈਂਟਸ ਕੀਤੀਆਂ ਜਾਂਦੀਆਂ ਨੇ। ਜਦੋਂ ਆਪਾਂ ਇਹ ਪੇਮੈਂਟਸ ਦਾ ਟੋਟਲ ਕਰਾਂਗੇ that is ਇੱਕ ਡੋਮੈਸਟਿਕ ਟੈਰੀਟਰੀ ਆਫ ਅ ਕੰਟਰੀ ਦੇ ਅੰਡਰ ਹੀ, ਠੀਕ ਹੈ। ਕੰਜ਼ੰਪਸ਼ਨ ਆ ਜਿਹੜੀ ਉਹ ਕੈਪੀਟਲ ਦੀ ਫਿਕਸ ਹੁੰਦੀ ਹੈ ਡਿਊਰਿੰਗ ਅ ਈਅਰਸ, ਤਾਂ ਇਟ ਇਜ਼ ਕਾਲਡ GDP ਐਟ ਫੈਕਟਰ ਪ੍ਰਾਈਸਿਸ। ਤਾਂ ਗ੍ਰੋਸ ਡੋਮੈਸਟਿਕ ਪ੍ਰੋਡਕਟ ਐਟ ਫੈਕਟਰ ਪ੍ਰਾਈਸ ਕਿੱਦਾਂ ਕੈਲਕੂਲੇਟ ਕਰ ਸਕਦੇ ਹਾਂ? ਨੈਟ ਡੋਮੈਸਟਿਕ ਪ੍ਰੋਡਕਟ ਐਟ ਫੈਕਟਰ ਕਾਸਟ ਪਲੱਸ ਡੈਪਰੀਸੀਏਸ਼ਨ। ਗ੍ਰੋਸ ਦੇ ਵਿੱਚ ਜਿਹੜਾ ਡੈਪਰੀਸੀਏਸ਼ਨ ਆ ਪਲੱਸ ਹੁੰਦਾ ਹੈ, ਤੇ ਨੈਟ ਜਿਹੜੀ ਆਪਣੀ ਡੋਮੈਸਟਿਕ ਪ੍ਰੋਡਕਟ ਐਟ ਫੈਕਟਰ ਪ੍ਰਾਈਸ ਆ ਉਹਦੇ ਵਿੱਚ ਜਿਹੜਾ ਡੈਪਰੀਸੀਏਸ਼ਨ ਆ ਮਾਈਨਸ ਹੁੰਦਾ। ਤਾਂ ਗ੍ਰੋਸ ਡੋਮੈਸਟਿਕ ਪ੍ਰੋਡਕਟ ਐਟ ਫੈਕਟਰ ਪ੍ਰਾਈਸ ਦੇ ਵਿੱਚ ਨੈਟ ਡੋਮੈਸਟਿਕ ਜਿਹੜੀ ਹੈ ਆਪਣੀ ਪ੍ਰੋਡਕਟ ਐਟ ਫੈਕਟਰ ਪ੍ਰਾਈਸ ਕਾਸਟ ਆਏਗੀ ਪਲੱਸ ਡੈਪਰੀਸੀਏਸ਼ਨ ਆਏਗਾ। ਤੇ ਜਿਹੜੀ ਨੈਟ ਜਿਹੜੀ ਹੈ ਆਪਣੀ ਗ੍ਰੋਸ ਨੈਟ ਜਿਹੜੀ ਪ੍ਰੋਡਕਟ ਐਟ ਫੈਕਟਰ ਪ੍ਰਾਈਸ ਹੈ GNP ਹੈ, ਠੀਕ ਹੈ, NDP ਬੋਲ ਸਕਦੇ ਆਪਾਂ ਇਹਨੂੰ। ਉਹਦੇ ਵਿੱਚ ਕੀ ਹੋਏਗਾ? compensation of employees operating system surplus mixed income of a self employed आएगा। next is NNP, ਜਿਹਨੂੰ ਆਪਾਂ NNP ਬੋਲਦੇ ਆ, net national product at factor price, ਜਿਹਨੂੰ ਆਪਾਂ national income ਬੋਲਦੇ ਆ। this is the national income, ठीक है। net national product at factor price, ਡਰਨਬਰਗ ਨੇ ਕੀ ਬੋਲਿਆ ਹੈ? net national ਪ੍ਰੋਡਕਟ ਨੈਟ ਫੈਕਟਰ ਇਨਕਮ ਐਕਿਊਰਿੰਗ, ਜਿਹਦੇ ਵਿੱਚ ਨੈਟ ਫੈਕਟਰ ਇਨਕਮ ਕੈਲਕੂਲੇਟ ਹੁੰਦੀ ਹੈ। ਨੈਟ ਨੈਸ਼ਨਲ ਇਨਕਮ ਦੇ ਵਿੱਚ ਕੀ ਹੋਏਗਾ? ਨੈਟ ਡੋਮੈਸਟਿਕ ਫੈਕਟਰ ਹੋਏਗਾ ਐਟ ਫੈਕਟਰ ਪ੍ਰਾਈਸਿਸ ਤੇ ਜੋ ਵੀ ਫੈਕਟਰ ਕਾਸਟ ਹੈ ਡੋਮੈਸਟਿਕ ਨੈਟ ਦੀ, ਠੀਕ ਹੈ, ਨੈਟ ਡੋਮੈਸਟਿਕ ਪ੍ਰੋਡਕਟ ਪਲੱਸ ਇਨਕਮ ਫਰੋਮ ਐਬਰੋਡ। ਨੈਟ ਫੋਰਨ ਜਿਹੜੀ ਹੈ ਇਨਕਮ ਫਰੋਮ ਐਬਰੋਡ, ਜਦੋਂ ਆਪਾਂ ਨੂੰ ਪਲੱਸ ਕਰਾਂਗੇ ਨੈਟ ਡੋਮੈਸਟਿਕ ਪ੍ਰੋਡਕਟ ਐਟ ਫੈਕਟਰ ਪ੍ਰਾਈਸ ਦੇ ਵਿੱਚ, ਤਾਂ ਨੈਟ ਜਿਹੜੀ ਸਾਡੀ ਨੈਸ਼ਨਲ ਪ੍ਰੋਡਕਟ ਐਟ ਫੈਕਟਰ ਕਾਸਟ ਹੈ ਉਹ ਸਾਡੀ ਕੈਲਕੂਲੇਟ ਹੋ ਜਾਏਗੀ। ਉਸ ਤੋਂ ਬਾਅਦ ਹੈ ਸਾਡਾ GDP ਐਟ BP, ਠੀਕ ਹੈ, ਜਿਹਨੂੰ ਆਪਾਂ ਗ੍ਰੋਸ ਨੈਸ਼ਨਲ ਪ੍ਰੋਡਕਟ ਐਟ ਫੈਕਟਰ ਪ੍ਰਾਈਸ ਬੋਲ ਦਿੰਦੇ ਆ ਜਾਂ, ਠੀਕ ਹੈ। ਇਹਦੇ ਵਿੱਚ ਕੀ ਹੋਏਗਾ? ਗ੍ਰੋਸ ਨੈਸ਼ਨਲ ਪ੍ਰੋਡਕਟ ਐਟ ਫੈਕਟਰ ਕਾਸਟ ਇਜ਼ ਕਾਲਡ ਦਾ ਗ੍ਰੋਸ ਨੈਸ਼ਨਲ ਇਨਕਮ ਬੋਲਿਆ ਜਾਂਦਾ ਇਹਨੂੰ, ਠੀਕ ਹੈ। ਇਹਦੇ ਵਿੱਚ ਕੀ ਹੁੰਦਾ ਹੈ? ਗ੍ਰੋਸ ਨੈਸ਼ਨਲ ਪ੍ਰੋਡਕਟਸ ਦੇ ਵਿੱਚ ਜਦੋਂ ਆਪਾਂ ਗੱਲ ਕਰੀਏ ਫੈਕਟਰ ਪ੍ਰਾਈਸ ਤੇ ਨੈਟ ਨੈਸ਼ਨਲ ਪ੍ਰੋਡਕਟ ਪਲੱਸ ਇਹਦੇ ਵਿੱਚ ਡੈਪਰੀਸੀਏਸ਼ਨ ਪਲੱਸ ਹੁੰਦਾ ਹੈ। ਤਾਂ ਫੈਕਟਰ ਇਨਕਮ ਆ ਜਿਹੜੀ ਫਰੋਮ ਨੈਟ ਡੋਮੈਸਟਿਕ ਪ੍ਰੋਡਕਟ ਅਕਿਊਰਿੰਗ ਆ, ਇਹਦੇ ਵਿੱਚ 2 ਸੈਕਟਰਸ ਵੀ ਪਾਏ ਜਾਂਦੇ ਨੇ, ਠੀਕ ਹੈ, ਆਪਣਾ ਪ੍ਰਾਈਵੇਟ, ਪਬਲਿਕ, ਠੀਕ ਹੈ। ਤਾਂ 2 ਸੈਕਟਰ ਜਿਹੜੀ ਇਕੋਨਮੀ ਹੈ ਜਾਂ ਫਿਰ 3 ਸੈਕਟਰ ਇਕੋਨਮੀ ਹੈ,
ਇਹਦੇ ਵਿੱਚ ਪ੍ਰਾਈਵੇਟ ਤੇ ਜਿਹੜਾ ਪਬਲਿਕ ਸੈਕਟਰ ਹੈ ਉਹਦੀ ਵੀ ਇੰਟਰਫੇਰੈਂਸ ਹੁੰਦੀ ਹੈ, ਉਹਨਾਂ ਦੇ ਥਰੂ ਵੀ ਇਨਫਲੋ ਐਂਡ ਆਊਟਫਲੋ ਹੁੰਦਾ। ਤਾਂ ਮੇਜਰਮੈਂਟ ਆਫ ਰਿਲੇਟਡ ਐਗਰੀਗੇਟਸ ਕਹਿੰਦੇ ਜਿਹੜੇ ਇਸ ਦੇ ਨਾਲ ਰਿਲੇਟਡ ਐਗਰੀਗੇਟਸ ਨੇ ਜਿਹਨਾਂ ਦੇ ਥਰੂ ਨੈਸ਼ਨਲ ਇਨਕਮ ਨੂੰ ਮੇਜਰ ਕੀਤਾ ਜਾਂਦਾ ਹੈ। ਤਾਂ ਇਹਦੇ ਵਿੱਚ 3 ਸੈਕਟਰਸ ਹੁੰਦੇ ਨੇ। ਤਾਂ ਫਰਸਟ ਇਜ਼ ਆ ਪ੍ਰਾਈਵੇਟ ਸੈਕਟਰ ਐਂਡ ਸੈਕੰਡ ਇਜ਼ ਆ ਪਬਲਿਕ ਸੈਕਟਰਸ, ਜਿਹਨੂੰ ਆਪਾਂ ਬੋਲਦੇ ਆ ਗਵਰਨਮੈਂਟ ਸੈਕਟਰ। ਠੀਕ ਹੈ। ਤਾਂ ਪ੍ਰਾਈਵੇਟ ਸੈਕਟਰ ਕੀ ਹੁੰਦਾ, ਉਹਦੇ ਵਿੱਚ ਸਾਰੇ ਕੀ ਕਿਹੜੀਆਂ ਚੀਜ਼ਾਂ ਇੰਕਲੂਡ ਹੁੰਦੀਆਂ ਨੇ, ਆਲ ਐਂਟਰਪ੍ਰਾਈਜ਼ਸ ਓਨ ਕੰਟਰੋਲ ਐਂਡ ਮੈਨੇਜ ਬਾਈ ਦਾ ਪ੍ਰਾਈਵੇਟ ਸੈਕਟਰ, ਜਿਹਦੇ ਵਿੱਚ ਪ੍ਰਾਈਵੇਟ ਫਰਮਸ ਆਉਂਦੀਆਂ ਨੇ, ਪ੍ਰਾਈਵੇਟ ਪ੍ਰੋਡਿਊਸਰਸ ਆਉਂਦੇ ਨੇ, ਪ੍ਰਾਈਵੇਟ ਐਂਟਰਪ੍ਰਾਈਜ਼ਸ ਆਉਂਦੇ ਨੇ, ਜਿਨ੍ਹਾਂ ਦਾ ਆਪਣੀ ਪ੍ਰੋਡਕਸ਼ਨ ਤੇ ਆਪਣੀ ਸੇਲਸ ਤੇ ਆਪਣੇ ਪ੍ਰਾਈਸ ਤੇ ਕੀ ਹੁੰਦਾ, ਓਨ ਫੁੱਲ ਕੰਟਰੋਲ ਹੁੰਦਾ ਹੈ, ਖੁਦ ਦਾ ਕੰਟਰੋਲ ਹੁੰਦਾ ਹੈ। ਉਹ ਜਿਵੇਂ ਚਾਹੀਏ ਤਾਂ ਪ੍ਰੋਫਿਟ ਇਨਕਰੀਜ਼ ਕਰ ਸਕਦੇ ਨੇ, ਠੀਕ ਹੈ, ਪ੍ਰਾਈਸਿਸ ਇਨਕਰੀਜ਼ ਕਰ ਸਕਦੇ ਨੇ। ਤਾਂ ਸਭ ਕੁਝ ਉਹਨਾਂ ਦੇ ਹੱਥ ਦੇ ਵਿੱਚ ਹੈ ਤੇ ਇਹਦੇ ਵਿੱਚ ਜਿਹੜਾ ਹੈ ਆਪਣਾ ਗਵਰਨਮੈਂਟ ਸੈਕਟਰ ਇਨਵੋਲਵ ਨਹੀਂ ਹੋਏਗਾ। ਪ੍ਰਾਈਵੇਟ ਸੈਕਟਰ ਦੀ ਖੁਦ ਦੀ ਕੀ ਹੋਏਗੀ, ਓਨਰਸ਼ਿਪ ਹੋਏਗੀ, ਇਨਵੈਸਟਮੈਂਟ ਵੀ ਉਸਨੇ ਜਿੰਨੀ ਕਰਨੀ ਆ ਉਹ ਆਪਣੇ ਅਕੋਰਡਿੰਗ ਕਰ ਸਕਦੇ ਨੇ। ਐਂਡ ਅ ਸੈਕੰਡ ਸੈਕਟਰ ਇਜ਼ ਅ ਪਬਲਿਕ ਸੈਕਟਰ। ਪਬਲਿਕ ਸੈਕਟਰ ਦੇ ਵਿੱਚ ਕਹਿੰਦੇ ਕੀ ਹੁੰਦਾ, ਗਵਰਨਮੈਂਟ ਐਡਮਿਨਿਸਟ੍ਰੇਟਿਵ ਹੁੰਦੇ ਨੇ, ਡਿਪਾਰਟਮੈਂਟ ਹੁੰਦੇ ਨੇ, ਡਿਪਾਰਟਮੈਂਟਲ ਐਂਟਰਪ੍ਰਾਈਜ਼ਸ ਹੁੰਦੇ ਨੇ, ਜਿਵੇਂ ਕਿ ਰੇਲਵੇ, ਪੋਸਟ, ਟੈਲੀਗ੍ਰਾਫ ਸਰਵਿਸਿਜ਼। ਠੀਕ ਹੈ। ਇਹਦੇ ਵਿੱਚ ਕੀ ਹੁੰਦਾ ਹੈ, ਏਅਰ ਇੰਡੀਆ ਐਂਡ ਇੰਡੀਅਨ 에ਅਰਲਾਈਨਸ ਕਹਿੰਦੇ ਨਾਨ ਡਿਪਾਰਟਮੈਂਟਲ ਐਂਟਰਪ੍ਰਾਈਜ਼ਸ ਵੀ ਹੁੰਦੇ ਨੇ। ਦਿਸ ਇਜ਼ ਦਾ ਗਵਰਨਮੈਂਟ ਸੈਕਟਰ ਐਂਡ ਪਬਲਿਕ ਸੈਕਟਰ, ਜਿਹਦੇ ਵਿੱਚ ਕੀ ਹੁੰਦੀ ਹੈ, ਗਵਰਨਮੈਂਟ ਦੀ ਇੰਟਰਫੇਅਰੈਂਸ ਹੁੰਦੀ ਹੈ, ਗਵਰਨਮੈਂਟ ਦਾ ਖੁਦ ਦਾ ਕੰਟਰੋਲ ਹੁੰਦਾ। ਗਵਰਨਮੈਂਟ ਸੈਕਟਰ ਠੀਕ ਹੈ, ਉਹ ਖੁਦ ਆਪਣਾ ਜੋ ਵੀ ਹੈ ਸਰਵਿਸਿਜ਼ ਉਹਨਾਂ ਨੂੰ ਇਨਕਰੀਜ਼ ਡਿਕਰੀਜ਼ ਕਰ ਸਕਦੀ ਆ। ਤਦ ਕਹਿੰਦੇ ਆਪਣਾ ਜੋ ਵੀ ਹੈ ਫੈਕਟਰ ਇਨਕਮ ਫਰੋਮ ਨੈਟ ਡੋਮੈਸਟਿਕ ਪ੍ਰੋਡਕਟ ਇਕੁਅਰਿੰਗ ਟੂ ਪ੍ਰਾਈਵੇਟ ਸੈਕਟਰ ਦੇ ਵਿੱਚ ਕੀ ਆਏਗਾ, ਨੈਟ ਡੋਮੈਸਟਿਕ ਪ੍ਰੋਡਕਟ ਐਟ ਫੈਕਟਰ ਪ੍ਰਾਈਸ ਮਾਈਨਸ ਪ੍ਰੋਪਰਟੀ ਐਂਟਰਪ੍ਰੀਨਿਓਰਸ ਇਨਕਮ ਆਫ ਦ ਗਵਰਨਮੈਂਟ ਡਿਪਾਰਟਮੈਂਟ ਐਂਟਰਪ੍ਰਾਈਜ਼ਸ ਮਾਈਨਸ ਸੇਵਿੰਗ ਆਫ ਦ ਨॉन डिपार्टमेंटल एंटरप्राइजेस। देन प्राइवेट इनकम की होएगी जो प्राइवेट सेक्टर के थ्रू होएगी, जो 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 भी इंडिविजुअल्स जिसकी प्रोडक्शन ते खुद का कंट्रोल है, जो इन्वेस्टमेंट कर रहा है, ठीक है, उस बंदे ਨੂੰ ਵੀ, ਉਸ ਇੰਡੀਵਿਜੂਅਲ ਨੂੰ ਵੀ, ਉਸ ਫਰਮ ਨੂੰ ਵੀ ਕੀ ਹੋਏਗੀ, ਪ੍ਰਾਈਵੇਟ ਇਨਕਮ ਹੋਏਗੀ, ਜਿਸ ਨੂੰ ਉਹ ਖੁਦ ਯੂਜ਼ ਕਰ ਸਕਦਾ, ਆਪਣੇ ਅਕੋਰਡਿੰਗ ਕੰਜ਼ਿਊਮ ਵੀ ਕਰ ਸਕਦਾ, ਆਪਣੇ ਅਕੋਰਡਿੰਗ ਸੇਵ ਵੀ ਕਰ ਸਕਦਾ ਹੈ। ਐਂਡ ਉਸ ਤੋਂ ਬਾਅਦ ਹੈ ਆਪਣੀ ਪਰਸਨਲ ਇਨਕਮ। ਪਰਸਨਲ ਇਨਕਮ ਕੀ ਹੁੰਦੀ ਆ, ਕਹਿੰਦੇ ਪਰਸਨਲ ਇਨਕਮ ਇਜ਼ ਦਾ ਟੋਟਲ ਆਫ ਆਲ ਕਰੰਟ ਇਨਕਮ ਐਕਚੁਅਲੀ ਰਿਸੀਵਡ ਬਾਈ ਹਾਊਸਹੋਲਡ ਐਂਡ ਇੰਡੀਵਿਜੂਅਲਸ ਆਫ ਅ ਕੰਟਰੀ ਫਰੋਮ ਆਲ ਸੋਰਸਿਸ। ਜਦੋਂ ਕਹਿੰਦੇ ਕੋਈ ਵੀ ਪਰਸਨ ਕੀ ਕਰਦਾ, ਕਿਸੇ ਵੀ ਕੋਈ ਵੀ ਕੰਮ ਕਰਕੇ, ਕੋਈ ਵੀ ਕਹਿੰਦੇ ਕੁਛ ਨਾ ਕੁਛ ਸਰਵਿਸਿਜ਼ ਦੇ ਕੇ ਜਦੋਂ ਇਨਕਮ ਨੂੰ ਇਕੱਠੀ ਕਰਦਾ, ਉਸ ਦੇ ਬਦਲੇ ਜਦੋਂ ਉਹਨੂੰ ਇਨਕਮ ਮਿਲਦੀ ਆ, ਦੈਟ ਇਜ਼ ਕਾਲਡ ਪਰਸਨਲ ਇਨਕਮ। ਪੀਟਰਸਨ ਨੇ ਇਹਦੀ ਡੈਫੀਨੇਸ਼ਨ ਦਿੱਤੀ ਆ, personal income is the income actually received by persons from all sources in the form of current transfer payments and factor income। ਕਹਿੰਦੇ ਫੈਕਟਰਸ ਦੇ ਬਦਲੇ ਜੋ ਉਹਨੂੰ ਇਨਕਮ ਮਿਲਦੀ ਆ ਤੇ ਟ੍ਰਾਂਸਫਰ ਪੇਮੈਂਟਸ ਦੇ ਬਦਲੇ ਜੋ ਉਹਨੂੰ ਇਨਕਮ ਮਿਲਦੀ ਆ, ਜੋ ਸਾਰੇ ਸੋਰਸਿਸ ਤੋਂ ਉਹਨੂੰ ਇਨਕਮ ਟੋਟਲ ਇਕੱਠੀ ਹੁੰਦੀ ਆ, ਦੈਟ ਇਜ਼ ਕਾਲਡ ਪਰਸਨਲ ਇਨਕਮ। ਤਾਂ ਪਰਸਨਲ ਇਨਕਮ ਕੀ ਹੁੰਦੀ ਹੈ, ਪਰਸਨਲ ਇਨਕਮ ਇਜ਼ ਇਕੁਅਲ ਟੂ ਪ੍ਰਾਈਵੇਟ ਇਨਕਮ ਮਾਈਨਸ ਕਾਰਪੋਰੇਟ ਸੇਵਿੰਗਸ ਮਾਈਨਸ ਕਾਰਪੋਰੇਟ ਟੈਕਸ। ਕਹਿੰਦੇ ਜਦੋਂ ਪਰਸਨਲ ਪ੍ਰਾਈਵੇਟ ਇਨਕਮ ਦੇ ਵਿੱਚੋਂ ਜਿਹੜੇ ਕਾਰਪੋਰੇਟ ਸੇਵਿੰਗ ਹੈ ਤੇ ਕਾਰਪੋਰੇਟ ਟੈਕਸ ਨੇ ਉਹਨਾਂ ਨੂੰ ਕੱਟ ਦਿੱਤਾ ਜਾਂਦਾ, ਤਾਂ ਸਾਡੇ ਕੋਲ ਜੋ ਵੀ ਇਨਕਮ ਬਚਦੀ ਹੈ ਦੈਟ ਇਜ਼ ਆ ਪਰਸਨਲ ਇਨਕਮ। ਨੈਕਸਟ ਇਜ਼ ਆ ਡਿਸਪੋਜ਼ਲ ਇਨਕਮ। ਡਿਸਪੋਜ਼ਲ ਇਨਕਮ ਕੀ ਹੁੰਦੀ ਹੈ, ਡਿਸਪੋਜ਼ਲ ਇਨਕਮ ਦੇ ਵਿੱਚ ਕਹਿੰਦੇ ਕੰਜ਼ੰਪਸ਼ਨ ਤੇ ਸੇਵਿੰਗ ਵਾਲੀ ਇਨਕਮ ਹੁੰਦੀ ਹੈ। ਕਹਿੰਦੇ ਡਿਸਪੋਜ਼ਲ ਇਨਕਮ ਇਜ਼ ਦਾ ਇਨਕਮ, ਸ਼ਾਰਟ ਕੁਐਸਚਨ ਆ ਸਕਦਾ ਹੈ, ਡਿਸਪੋਜ਼ਲ ਇਨਕਮ ਇਜ਼ ਦਾ ਇਨਕਮ ਫਰੋਮ ਆਲ ਸੋਰਸਿਸ remaining with individual and household after deduction all direct taxes and compulsory payment to the government which they are free to spend save the while they live। ਕਹਿੰਦੇ ਡਿਸਪੋਜ਼ਲ ਇਨਕਮ ਜਦੋਂ ਕਹਿੰਦੇ ਜਿਹੜੇ ਸਾਰੇ ਤਰ੍ਹਾਂ ਦੇ ਟੈਕਸਿਸ ਨੇ ਉਹਨਾਂ ਨੂੰ ਕੱਢ ਕੇ ਜੋ ਸਾਡੇ ਕੋਲ ਇਨਕਮ ਬਚਦੀ ਆ, ਇੱਕ ਪਰਸਨ ਕੋਲ ਇਨਕਮ ਬਚਦੀ ਜਿਵੇਂ ਕਿ ਪਰਸਨਲ ਇਨਕਮ ਹੈ, ਪਰਸਨਲ ਇਨਕਮ ਦੇ ਵਿੱਚੋਂ ਸਾਰੇ ਟੈਕਸਿਸ ਨੂੰ ਮਾਈਨਸ ਕਰ ਦੇਵਾਂਗੇ, ਜੋ ਮੇਰੇ ਕੋਲ ਇਨਕਮ ਬਚੇਗੀ ਦੈਟ ਇਜ਼ ਕਾਲਡ ਡਿਸਪੋਜ਼ਲ ਇਨਕਮ। ਠੀਕ ਹੈ। ਤਾਂ ਡਿਸਪੋਜ਼ਲ ਇਨਕਮ ਕਿੱਦਾਂ ਕੈਲਕੂਲੇਟ ਕਰ ਸਕਦੇ, disposal income is equal to personal income minus direct personal tax। डायरेक्ट पर्सनल टैक्स जो साडे ते डायरेक्ट टैक्स लगते हैं, जिवें कि इनकम टैक्स हो गया, प्रॉपर्टी टैक्स हो गया। ठीक है। जो पर्सनल इनकम के विचों ए माइनस कर देवांगे, माइनस मिस चैलेंजेस रिसिप्ट्स ऑफ गवर्नमेंट एडमिनिस्ट्रेटिव डिपार्टमेंट, जो भी फीसिस आप गवर्नमेंट को दिंने आ, जो भी फाइन पेड करते हैं, जो फाइन ते पेमेंट्स ते टैक्सिस वगैरह सारे आप पर्सनल इनकम के विचों जो सानू इकट्ठी हो रही है सारे रिसोर्सिस तो वो माइनस करांगे तो जो साडे कोल इनकम बच जाएगी डिस्पोजल इनकम बच जाएगी। डिस्पोजल इनकम वो इनकम होती है जो सारे नेट इनकम होती है मेरी, जो सारे
गवर्नमेंट ने टैक्स का फाइन वगैरह करके टैक्स वगैरह करके मेरे को बच गया, जिन्होंने ਜਾਂ ਤਾਂ मैं सेव कर सकता ਜਾਂ मैं की कर सकता कंज्यूम कर सकता, दैट इज कॉल्ड डिस्पोजल इनकम। ਤਾਂ ਤੁਸੀਂ ਅੱਜ ਦੇ ਇਸ ਚੈਪਟਰ ਦੇ ਵਿੱਚ ਕੀ ਪੜਿਆ ਸੀਗਾ, ਡਿਫਰੈਂਟ ਕਨਸੈਪਟਸ ਪੜੇ ਸੀ ਨੈਸ਼ਨਲ ਇਨਕਮ ਦੇ। ਨੈਸ਼ਨਲ ਇਨਕਮ ਦੇ ਵਿੱਚ ਆਪਾਂ ਨੇ ਕੀ ਦੇਖਿਆ ਸੀਗਾ ਕਿ ਨੈਸ਼ਨਲ ਇਨਕਮ ਦੇ ਵਿੱਚ ਕਿਹੜੇ ਕਿਹੜੇ ਕਨਸੈਪਟ ਆਉਂਦੇ ਨੇ, ਜਿਵੇਂ ਕਿ ਆਪਾਂ ਨੇ ਦੇਖਿਆ ਸੀ ਜੀਡੀਪੀ ਐਟ ਮਾਰਕੀਟ ਪ੍ਰਾਈਸ, ਜਿਹਨੂੰ ਆਪਾਂ ਗ੍ਰੋਸ ਡੋਮੈਸਟਿਕ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ ਬੋਲਦੇ ਹਾਂ, ਜਿਹਦੇ ਵਿੱਚ ਆਲ ਮਾਰਕੀਟ ਵੈਲਿਊਜ਼ ਆਉਂਦੀਆਂ ਨੇ ਆਲ ਗੁੱਡਸ ਐਂਡ ਸਰਵਿਸਿਜ਼ ਦੀਆਂ। ਐਂਡ ਆਪਾਂ ਨੇ ਉਸ ਤੋਂ ਬਾਅਦ GNP ਦੇਖਿਆ ਸੀਗਾ, ਗ੍ਰੋਸ ਨੈਸ਼ਨਲ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ, ਜਿਹਦੇ ਵਿੱਚ ਕਹਿੰਦੇ GDP ਦੇ ਵਿੱਚ ਜਦੋਂ ਆਪਾਂ ਪਲੱਸ ਕਰਾਂਗੇ ਨੈਟ ਇਨਕਮ ਫਰੋਮ ਐਬਰੋਡ ਤਾਂ ਸਾਡੀ GNP ਨਿਕਲ ਆਏਗੀ। ਤਾਂ ਉਸ ਤੋਂ ਬਾਅਦ ਨੈਟ ਨੈਸ਼ਨਲ ਪ੍ਰੋਡਕਟ ਦੇਖਿਆ ਸੀਗਾ NNP ਐਟ ਮਾਰਕੀਟ ਪ੍ਰਾਈਸ, ਉਹਨੂੰ ਜਦੋਂ ਆਪਾਂ ਗ੍ਰੋਸ ਨੈਸ਼ਨਲ ਪ੍ਰੋਡਕਟਸ ਦੇ ਵਿੱਚੋਂ ਡੈਪਰੀਸ਼ੀਏਸ਼ਨ ਨੂੰ ਮਾਈਨਸ ਕਰਾਂਗੇ ਨੈਟ ਨੈਸ਼ਨਲ ਸਾਡੀ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ ਨਿਕਲ ਆਏਗੀ। ਉਸ ਤੋਂ ਬਾਅਦ ਆਪਾਂ ਨੇ NDP ਦੇਖਿਆ ਸੀਗਾ, ਨੈਟ ਡੋਮੈਸਟਿਕ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ, ਕਹਿੰਦੇ ਜਦੋਂ ਨੈਟ ਨੈਸ਼ਨਲ ਆਪਾਂ ਨੈਟ ਨੈਸ਼ਨਲ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ ਦੇ ਵਿੱਚੋਂ ਨੈਟ ਫੈਕਟਰੀ ਇਨਕਮ ਫਰੋਮ ਐਬਰੋਡ ਕਰਾਂਗੇ ਤਾਂ ਸਾਡੀ ਨੈਟ ਡੋਮੈਸਟਿਕ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ ਕੈਲਕੂਲੇਟ ਹੋ ਜਾਏਗੀ। NDP ਐਟ ਫੈਕਟਰ ਪ੍ਰਾਈਸ ਨੂੰ ਕੱਢਣ ਦੇ ਲਈ ਜਦੋਂ ਆਪਾਂ NDP ਮਾਰਕੀਟ ਪ੍ਰਾਈਸ ਦੇ ਵਿੱਚੋਂ ਇਨਡਾਇਰੈਕਟ ਟੈਕਸਿਸ ਮਾਈਨਸ ਕਰਾਂਗੇ ਤੇ ਸਬਸਿਡੀਜ਼ ਪਲੱਸ ਕਰਾਂਗੇ ਤਾਂ ਸਾਡੀ ਜਿਹੜੀ ਹੈ NDP ਐਟ ਮਾਰਕੀਟ ਪ੍ਰਾਈਸ ਕੈਲਕੂਲੇਟ ਹੋ ਜਾਏਗੀ। ਉਸ ਤੋਂ ਬਾਅਦ ਹੈ ਸਾਡੀ NNP ਨੂੰ ਕੈਲਕੂਲੇਟ ਕਰਨ ਦੇ ਲਈ ਆਪਾਂ ਕੀ ਕਰਾਂਗੇ, ਜਿਹੜੀ ਸਾਡੀ NDP ਫੈਕਟਰ ਪ੍ਰਾਈਸਿਸ ਹੈ ਉਹਦੇ ਵਿੱਚ ਪਲੱਸ ਕਰਾਂਗੇ ਇਨਕਮ ਫਰੋਮ ਐਬਰੋਡ ਤਾਂ ਸਾਡੀ NDP ਸਾਡੀ ਕੈਲਕੂਲੇਟ ਹੋ ਜਾਏਗੀ। ਉਸ ਤੋਂ ਬਾਅਦ ਗ੍ਰੋਸ ਡੋਮੈਸਟਿਕ ਪ੍ਰੋਡਕਟ ਐਟ ਫੈਕਟਰ ਪ੍ਰਾਈਸ, ਜੋ ਵੀ ਫੈਕਟਰ ਕਾਸਟ ਆਪਣੇ ਫੈਕਟਰ ਕਾਸਟ ਆ ਰਹੀ ਹੈ ਪੇਮੈਂਟਸ ਦੇ ਥਰੂ ਆਪਾਂ ਕਾਸਟ ਪੇ ਕਰ ਰਹੇ ਹਾਂ ਫੈਕਟਰ ਆਫ ਪ੍ਰੋਡਕਸ਼ਨ ਦੇ ਸਾਰੇ ਰਿਸੋਰਸਿਸ ਨੂੰ, ਉਹਨਾਂ ਦੀ ਕੈਲਕੂਲੇਟ ਕਰਾਂਗੇ, ਉਹਨਾਂ ਨੂੰ ਪਲੱਸ ਕਰਾਂਗੇ, ਜਿਵੇਂ ਕਿ ਰੈਂਟ ਵੇਜਿਸ ਐਂਡ ਪ੍ਰੋਫਿਟ ਤੇ ਆਪਣਾ ਹੋ ਗਿਆ ਰੈਂਟ ਵੇਜਿਸ ਕੈਪੀਟਲ ਦੇ ਥਰੂ ਇੰਟਰਸਟ, ਤਾਂ ਉਹਨਾਂ ਨੂੰ ਕੈਲਕੂਲੇਟ ਕਰਾਂਗੇ, ਟੋਟਲ ਕਰਾਂਗੇ ਔਰ ਤਾਂ ਤੁਹਾਡੀ ਗ੍ਰੋਸ ਡੋਮੈਸਟਿਕ ਪ੍ਰੋਡਕਟ ਨਿਕਲ ਆਏਗੀ। ਇਸੇ ਤਰ੍ਹਾਂ ਹੀ GNP NNP ਐਂਡ GDP। ਤੇ ਉਸ ਤੋਂ ਬਾਅਦ ਅਸੀਂ ਪਹਿਲਾਂ ਦੇਖਿਆ ਸੀਗਾ ਕਿ ਸਰਕੂਲਰ ਫਲੋ 2 ਸੈਕਟਰ ਆਪਾਂ ਨੇ ਮਾਡਲ ਪੜ੍ਹਿਆ ਹੈ, 3 ਸੈਕਟਰ ਮਾਡਲ ਪੜ੍ਹਿਆ ਹੈ ਕਿ ਆਪਣੀ ਜਿਹੜੀ ਇਕੋਨਮੀ ਹੈ ਪਹਿਲਾਂ ਕਲੋਜ਼ਡ ਇਕੋਨਮੀ ਦੀ ਗੱਲ ਕੀਤੀ ਹੈ, ਕਲੋਜ਼ਡ ਇਕੋਨਮੀ ਦੇ ਵਿੱਚ 2 ਸੈਕਟਰਸ ਐਂਡ 3 ਸੈਕਟਰਸ ਮਾਡਲ ਦੀ ਗੱਲ ਕੀਤੀ ਗਈ ਆ। 2 ਸੈਕਟਰਸ ਇਕੋਨਮੀ ਦੇ ਵਿੱਚ ਓਨਲੀ 2 ਸੈਕਟਰਸ, ਹਾਊਸ ਹੋਲਡ ਸੈਕਟਰਸ ਐਂਡ ਪ੍ਰੋਡਿਊਸਰ ਸੈਕਟਰਸ, ਠੀਕ ਹੈ। ਉਹਨਾਂ ਦੋਨੋਂ ਦੇ ਵਿੱਚ ਇਨਕਮ ਦਾ ਫਲੋ ਹੈ ਜੋ ਹੋ ਰਿਹਾ ਵਨ ਸੈਕਟਰ ਟੂ ਅਦਰ ਸੈਕਟਰਸ ਐਂਡ 3 ਸੈਕਟਰਸ ਦੇ ਵਿੱਚ ਆਪਣੀ ਗਵਰਨਮੈਂਟ ਇਨਵੋਲਵ ਹੁੰਦੀ ਆ, ਠੀਕ ਹੈ। ਗਵਰਨਮੈਂਟ ਸੈਕਟਰ ਹੈ ਜੋ ਉਹ ਹਾਊਸ ਹੋਲਡ ਸੈਕਟਰਸ ਨੂੰ ਸਬਸਿਡੀਜ਼ ਵਗੈਰਾ ਪ੍ਰੋਵਾਈਡ ਕਰਦੇ, ਟੈਕਸਿਸ ਵਗੈਰਾ ਲਗਾਉਂਦੀ ਹੈ GST ਵਗੈਰਾ। ਐਂਡ ਜੋ प्रोडक्शन सेक्टर है प्रोड्यूसर सेक्टर है उससे भी प्रोड्यूसर्स अपनी है जो इनकम लगाई जाती है। इसी तरह जो है अपना 4 सैक्टर इकोनॉमी ਦੇ ਵਿੱਚ 4 ਸੈਕਟਰਸ ਦੀ ਗੱਲ ਕੀਤੀ ਗਈ ਹੈ, ਜਿਹਦੇ ਵਿੱਚ ਆਪਣਾ प्रोड्यूसर सेक्टर्स, हाउस होल्ड सेक्टर्स एंड अपना गवर्नमेंट सेक्टर्स ਤੇ जो है फॉरेन सेक्टर्स इन्वॉल्व। ਤਾਂ ਇਹ 4 ਟਾਈਪਸ ਆਫ ਸੈਕਟਰਸ ਨੇ ਜਿਨ੍ਹਾਂ ਦੇ ਵਿੱਚ ਆਪਣੀ ਇਨਕਮ ਦਾ ਫਲੋ ਹੁੰਦਾ ਹੈ, ਠੀਕ ਹੈ। ਇਸੇ ਇਨਕਮ ਨੂੰ ਬਾਅਦ ਦੇ ਵਿੱਚ ਆਪਾਂ ਕੀ ਕਰਦੇ ਹਾਂ ਕੈਲਕੂਲੇਟ ਕਰਦੇ ਹਾਂ, ਕਿਉਂਕਿ ਜਿਹੜਾ ਆਪਣਾ ਓਪਨ ਇਕੋਨਮੀ ਦੇ ਵਿੱਚ 4th ਸੈਕਟਰ ਹੈ ਫੋਰਨ ਸੈਕਟਰਸ उसका भी अपनी इनकम पे अफेक्ट करता है। आज वाले अपना टॉपिक इतने ही खत्म हो रहा है। धन्यवाद।